ਇੱਕ ਵੱਖਰਾ ਜਿਹਾ ਤੁਸੀਂ ਸੰਸਾਰ ਆਪਣਾ ਬਣਾਈ ਬੈਠੇ ਹੋ ਵੀ ਅਸਲ ਜ਼ਿੰਦਗੀ ਇਹ ਆ। खेती का मतलब खेती हुई है। ਹੁਣ ਇਹ ਨਹੀਂ ਪੁੱਛਦੇ ਸੀ ਵੀ ਤੂੰ ਪਸ਼ੂ ਪਾਲਣ ਵੀ ਕਰਦਾ ਹੈ, ਕਿਉਂਕਿ ਸਭ ਕੁਝ खेती ਦਾ ਪਾਰਟ ਸੀ। 70 ਤੱਕਰ खेती ਧੰਦਾ ਨਹੀਂ ਸੀ ਜੀ, 70 ਤੱਕਰ खेती ਜੀਵਨ ਸ਼ੈਲੀ ਸੀ। ग्रीन रेवोल्यूशन आया, हरी क्रांति आई, क्या गया कि खेती हुण धंधा है, ये धर्म नहीं है। ਝੋਨੇ ਤੇ ਕਣਕ ਦੇ ਰੂਪ ਦੇ ਵਿੱਚ ਕਿਸਾਨ ਖੇਤਾਂ ਦੇ ਵਿੱਚੋਂ ਆਪਣੇ ਖੁਰਾਕੀ ਤੱਤ ਸਾਰੇ ਡਰੇਨ ਕਰ ਰਹੇ। ਕੋਈ ਵੀ ਫਸਲੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਾਉਣੀ, ਸਭ ਨੂੰ ਜ਼ਮੀਨ ਨੂੰ ਦੇਣਾ, ਧਰਤੀ ਮਾਂ ਨੂੰ ਭੁੱਖਿਆ ਨਾ ਮਾਰੋ। 9 और 10 में मैंने वीडीसाइड और फंगीसाइड को अपने खेत में बैन कर दिया और 13 तक आते आते सभी प्रकार के रसायन का मैं अपने खेत में बैन कर चुका हूँ। कीटों की संख्या जितनी थी धरती पे इतनी ही है और इतनी ही रहेगी। ਕੁਦਰਤੀ ਖੇਤੀ ਨਹੀਂ ਬਚਾ ਸਕਦੀ, ਤੁਹਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ, ਤੁਹਾਨੂੰ ਮਿਨੀਮਲਿਸਟ ਬਣਨਾ ਪੈਣਾ। ਕਹਿੰਦੇ ਵੀ ਸੋਹਣੇ ਪੰਜਾਬ 'ਚ ਰਹਿਣਾ ਹਰੇਕ ਚਾਹੁੰਦਾ, ਬਣਾਉਣਾ ਕੋਈ ਨਹੀਂ ਚਾਹੁੰਦਾ। ਮੁਨਾਫਾ ਕਿਸ ਤਰੀਕੇ ਦੇ ਨਾਲ ਇਸ ਕੁਦਰਤੀ ਢੰਗ ਨਾਲ ਵੀ ਕਮਾਇਆ ਜਾ ਸਕਦਾ। ਆਰਗੈਨਿਕ ਫੂਡ ਤਾਂ ਹਰ ਕੋਈ ਚਾਹੁੰਦਾ ਹੈ, ਪਰ ਖੇਤੀ ਕਰਨਾ ਕੋਈ ਨਹੀਂ ਚਾਹੁੰਦਾ। ਮੁਨਾਫਾ ਕਮਾ ਕੇ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ? ਸਭ ਤੋਂ ਵੱਡਾ ਸਵਾਲ ਇਹ ਕਿੱਥੇ ਜਾ ਰਿਹਾ? ਦਵਾਈਆਂ ਜਾ ਰਹੇ ਹੋ, ਡਾਕਟਰਾਂ ਕੋਲ ਦਵਾਈਆਂ ਦੇ ਕਹਿ ਰਹੇ ਹੋ, ਕੀ ਫਾਇਦਾ ਫਿਰ ਉਸ ਨੂੰ ਕਮਾਉਣ ਦਾ? ਸਾਰਾ ਕੁਝ ਬੜਾ ਸਮੂਥਲੀ ਚੱਲ ਰਿਹਾ ਸੀ, ਐਸਾ ਜਿਹੜਾ ਹੈਗਾ ਇਹਨੂੰ ਧੰਦਾ ਬਣਾਇਆ ਤੇ ਸਭ ਕੁਝ ਉਜੜ ਗਿਆ। ਸਤਿ ਸ਼੍ਰੀ ਅਕਾਲ ਜੀ, ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਅੱਜ ਤੁਹਾਨੂੰ ਦੱਸ ਦਈਏ ਕਿ ਅਸੀਂ ਖਾਸ ਤੌਰ ਤੇ ਮੈਂ ਤੇ ਮੇਰੇ ਸਹਿਯੋਗੀ ਕੈਮਰਾ ਪਰਸਨ ਜਗਰੂਪ ਸਿੰਘ ਪਟਿਆਲਾ ਤੋਂ 250 ਕਿਲੋਮੀਟਰ ਦੂਰ ਫਿਰੋਜ਼ਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਸੋਨਗੜ੍ਹ ਦੇ ਵਿੱਚ ਆਏ ਹਾਂ, ਜਿੱਥੋਂ ਦਾ ਇੱਕ ਇਨਸਾਨ ਹੈ। ਉਸ ਇਨਸਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਕਿ ਉਸ ਇਨਸਾਨ ਨੇ ਕਿਸ ਤਰੀਕੇ ਦੇ ਨਾਲ ਜੋ ਵਨਸਪਤੀ ਹੈ, ਜੋ ਵਨਸਪਤੀ ਤੇ ਕੁਦਰਤ ਦਾ ਇੱਕ ਸਰਕਲ ਸੀ ਜੋ ਅਸੀਂ ਖਰਾਬ ਕਰ ਬੈਠੇ ਹਾਂ, ਤੋੜ ਬੈਠੇ ਹਾਂ, ਉਸ ਨੂੰ ਦੁਬਾਰਾ ਤੋਂ ਜੋੜਨ ਦਾ ਕੰਮ ਕੀਤਾ, ਬੀੜਾ ਚੁੱਕਿਆ, ਸਫਲ ਵੀ ਹੋਏ ਨੇ। ਦੇਖਿਆ ਜਾਵੇ ਤਾਂ ਅੱਜ 2022 ਦੇ ਵਿੱਚ ਅਸੀਂ ਖੜੇ ਹਾਂ ਤੇ 2022 ਆਉਂਦੇ ਆਉਂਦੇ ਤੱਕ ਇਨਸਾਨ ਨੇ ਬਹੁਤ ਤਰੱਕੀ ਕੀਤੀ ਹੈ, ਬਹੁਤ ਵਿਕਾਸ ਕੀਤਾ, ਪਰ ਇਸ ਤਰੱਕੀ ਤੇ ਇਸ ਵਿਕਾਸ ਦੇ ਨਾਲ ਨਾਲ ਅਸੀਂ ਕੁਦਰਤ ਨੂੰ ਗਵਾ ਲਿਆ ਹੈ। ਉਸ ਕੁਦਰਤ ਨੂੰ ਜਿਸ ਨੇ ਸਾਨੂੰ ਸਭ ਕੁਝ ਦਿੱਤਾ, ਪੌਣ ਪਾਣੀ, ਜੋ ਇੱਕ ਸਰਕਲ ਦਿੱਤਾ ਸੀ ਜ਼ਿੰਦਗੀ ਦਾ, ਅਸੀਂ ਉਸ ਨੂੰ ਤੋੜ ਬੈਠੇ ਹਾਂ। ਤੇ ਅੱਜ ਸੋਨਗੜ੍ਹ ਦੇ ਨੈਚੁਰਲ ਫਾਰਮ ਤੇ ਆਇਆ। ਸਰਦਾਰ ਕਮਲਜੀਤ ਸਿੰਘ ਹੇਰ ਸਾਹਿਬ ਦਾ ਇਹ ਫਾਰਮ ਹੈ, ਜਿਨ੍ਹਾਂ ਨੇ ਆਪਣੀ ਵਕਾਲਤ ਛੱਡ ਕੇ ਖੇਤੀ ਨੂੰ ਚੁਣਿਆ। ਇਸ ਵੇਲੇ ਇੱਕ ਪੈਸ਼ਨ ਆ ਉਹਨਾਂ ਦਾ ਕਿ ਕੁਦਰਤੀ ਖੇਤੀ ਕਰ ਵੀ ਰਹੇ ਨੇ ਤੇ ਇੱਕ ਸੁਨੇਹਾ ਵੀ ਦੇ ਰਹੇ ਨੇ ਪੂਰੇ ਪੰਜਾਬ ਨੂੰ, ਪੂਰੇ ਭਾਰਤ ਨੂੰ ਤੇ ਪੂਰੇ ਵਿਸ਼ਵ ਨੂੰ ਕਿ ਕਿਸ ਤਰੀਕੇ ਨਾਲ ਸਾਨੂੰ 60 ਸਾਲ ਪੁਰਾਣੇ ਖੇਤੀ ਦੇ ਤੌਰ ਤਰੀਕਿਆਂ ਤੇ ਵਾਪਸ ਆਉਣਾ ਪੈਣਾ। ਜਿਹੜੇ ਕੁਦਰਤੀ ਤਰੀਕਿਆਂ ਦੇ ਨਾਲ ਅਸੀਂ 60 ਸਾਲ ਪਹਿਲਾਂ ਖੇਤੀ ਕਰਦੇ ਸੀ, ਉਹਨਾਂ ਤੇ ਵਾਪਸ ਆਉਣਾ ਪੈਣਾ। ਪਰ ਅੱਜ ਕੱਲ੍ਹ ਅਸੀਂ ਖੇਤਾਂ ਦੇ ਵਿੱਚ ਕੀਟਨਾਸ਼ਕ ਪਾ ਕੇ ਜਿਹੜੀ ਮਿੱਟੀ ਹੈ, ਮਿੱਟੀ ਦੀ ਸਿਹਤ ਕਮਜ਼ੋਰ ਕਰ ਲਈ ਹੈ ਤੇ ਮਿੱਟੀ ਦੇ ਵਿੱਚੋਂ ਜੋ ਕਮਜ਼ੋਰ ਖੁਰਾਕਾਂ ਉਪਜਦੀਆਂ ਨੇ, ਅਨਾਜ ਉਪਜਦਾ ਹੈ, ਉਹ ਸਾਡੇ ਤੱਕ ਪਹੁੰਚਦਾ, ਜਿਹੜੀਆਂ ਸਾਡੇ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਆ ਜਾਂਦੀਆਂ ਨੇ। ਤੇ ਇਹ ਕਮੀਆਂ ਦੂਰ ਹੋਣ, ਮਿੱਟੀ ਸਾਡੀ ਇੱਕ ਵਾਰ ਫਿਰ ਤੋਂ ਪਹਿਲਾਂ ਵਰਗੀ ਹੋਵੇ, ਮਿੱਟੀ ਦੇ ਵਿੱਚ ਫਿਰ ਜਾਨ ਆਵੇ, ਇਸ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੰਦਰ ਚੱਲਦੇ ਹਾਂ। ਫਾਰਮ ਤੁਹਾਨੂੰ ਦਿਖਾਇਆ ਕਿ ਸੋਨਗੜ੍ਹ ਨੈਚੁਰਲ ਫਾਰਮ ਹੈ ਇਹ, ਤਾਂ ਕਮਲਜੀਤ ਸਿੰਘ ਵੀ ਜਿਹੜੇ ਹੇਰ ਸਾਹਿਬ ਨੇ ਸਾਡੇ ਕੋਲ ਪਹੁੰਚ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਬਹੁਤ ਵਧੀਆ ਲੱਗਿਆ ਜੀ, ਬੜੀ ਦੂਰੋਂ ਚੱਲ ਕੇ ਤੁਹਾਡੇ ਦੇ ਵਿੱਚ ਤੁਸੀਂ ਪਹੁੰਚੇ ਹੋ ਜੀ, ਆਇਆਂ ਨੂੰ। ਇੱਕ ਵੱਖਰਾ ਜਿਹਾ ਤੁਸੀਂ ਸੰਸਾਰ ਆਪਣਾ ਬਣਾਈ ਬੈਠੇ ਹੋ ਤੇ ਸਾਨੂੰ ਵਾਕਈ ਇਸ ਤਰੀਕੇ ਨਾਲ ਲੱਗਿਆ ਆ ਕੇ ਵੀ ਅਸਲ ਜ਼ਿੰਦਗੀ ਇਹ ਆ, ਜਿਹੜੀ ਅਸਲ ਕੁਦਰਤ ਇਹ ਆ। ਸ਼ਹਿਰਾਂ ਦੇ ਵਿੱਚ ਅਸੀਂ ਜਾਂਦੇ ਹਾਂ, ਮਜਬੂਰੀਆਂ ਹੋ ਜਾਂਦੀਆਂ ਨੇ। ਬਹੁਤ ਸਾਰੇ, ਜਿਵੇਂ ਮੈਂ ਜ਼ਿਮੀਂਦਾਰ ਫੈਮਿਲੀ ਤੋਂ ਬਿਲੋਂਗ ਕਰਦਾ, ਜਿੰਨੀ ਕੁ ਜ਼ਮੀਨ ਆਉਂਦੀ ਆ ਉਹ ਸਾਰੀ ਠੇਕੇ ਤੇ ਦੇ ਕੇ ਮੈਂ ਜੌਬ ਕਰ ਰਿਹਾ। ਤੁਹਾਡਾ ਵੀ ਇਸ ਤਰੀਕੇ ਦੇ ਨਾਲ ਕਦੇ ਸੀ, ਤੁਸੀਂ ਵਕਾਲਤ ਕਰ ਰਹੇ ਸੀ ਤੇ 2013 ਤੱਕ ਤੁਸੀਂ ਵਕਾਲਤ ਕਰਕੇ ਫਿਰ ਇੱਧਰ ਆਏ ਤੇ ਇੱਥੇ ਜਿਹੜੀ ਹੁਣ ਤੁਸੀਂ ਇੱਕ
ਜਿਹੜੀ ਆਪਣੀ ਸੋਚ ਆ ਉਹਨੂੰ ਅੱਗੇ ਵੀ ਵਧਾ ਰਹੇ ਹੋ। ਇੱਕ ਟ੍ਰੇਨਿੰਗ ਕੈਂਪ ਲਗਾਇਆ, ਇਹ ਵੀ ਦੱਸ ਦਿੰਦੇ ਆ ਦਰਸ਼ਕਾਂ ਨੂੰ ਕਿ ਟ੍ਰੇਨਿੰਗ ਕੈਂਪ ਬਾਈ ਜੀ ਉਹ ਨਹੀਂ ਲਗਾ ਰਹੇ ਨੇ, 5 ਦਿਨ ਦਾ ਟ੍ਰੇਨਿੰਗ ਕੈਂਪ ਹੈ। ਇਹਦੇ 'ਚ ਪੰਜਾਬ ਦੇ ਤਾਂ ਜਿਹੜੇ ਨੌਜਵਾਨ ਜਾਂ ਹੋਰ ਕਿਸਾਨ ਆਏ ਹੀ ਨੇ, ਬਲਕਿ ਹੋਰ ਜਿਹੜੇ ਗਵਾਂਢੀ ਸੂਬੇ ਨੇ, ਰਾਜਸਥਾਨ ਤੋਂ, ਜੰਮੂ ਕਸ਼ਮੀਰ ਤੋਂ, ਤੇ ਈਵਨ ਕਿ ਬਾਹਰ ਵਿਦੇਸ਼ਾਂ ਤੋਂ ਵੀ ਜਿਹੜੇ ਨੌਜਵਾਨ ਤੇ ਉਹ ਲੋਕ ਆਏ ਹੋਏ ਨੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ, ਕੁਦਰਤੀ ਖੇਤੀ ਕਰਨਾ ਚਾਹੁੰਦੇ ਨੇ। ਹੁਣ ਮੈਂ ਸਾਰੀ ਗੱਲ ਬਾਈ ਕਮਲਜੀਤ ਸਿੰਘ ਹੋਰਾਂ ਦੇ ਮੂੰਹ ਤੋਂ ਸੁਣਨਾ ਚਾਹੁੰਦਾ। ਬਾਈ ਜੀ, ਕੀ ਗੱਲ ਹੋਈ, ਕਿਉਂ ਤੁਹਾਨੂੰ ਇਹ ਲੱਗਿਆ ਕਿ ਅਸੀਂ ਮਿੱਟੀ ਦੀ ਜਿਹੜੀ ਸਿਹਤ ਆ ਉਹ ਖਰਾਬ ਕਰ ਲਈ ਹੈ, ਸਾਨੂੰ ਇੱਧਰ ਵਾਪਸ ਕੁਦਰਤੀ ਤੌਰ ਤਰੀਕਿਆਂ ਤੇ ਆਉਣਾ ਪੈਣਾ? ਹਾਂਜੀ, ਥੋੜਾ ਜਿਹਾ ਮੈਂ ਆਪਣੇ ਹਿਸਟਰੀ ਬਾਰੇ ਦੱਸ ਦਿਆਂ, ਜੋ ਸਰੋਤੇ ਨੇ ਨਹੀਂ ਮੇਰੀ ਕੋਈ ਪਹਿਲਾਂ ਵੀਡੀਓ ਦੇਖੀ ਜਾਂਦੇ, ਮੇਰੇ ਬਾਰੇ ਨਹੀਂ ਜਾਣਦੇ, ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਆਂ। ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ, ਸੋਹਣਗੜ੍ਹ ਰੱਤੇਵਾਲਾ, ਮੁਕਤਸਰ ਦੀ ਹੱਦ ਦੇ ਨਾਲ ਲੱਗਦਾ ਹੋਇਆ ਜੀ। ਮੈਂ ਇੱਕ ਵਕੀਲ ਸੀ, ਵਕਾਲਤ ਕਰਦਾ ਸੀ। 2000 ਤੋਂ ਲੈ ਕੇ 2015 ਤੱਕ ਮੈਂ 15 ਸਾਲ ਮੁਕਤਸਰ ਜ਼ਿਲ੍ਹਾ ਕਚਹਿਰੀਆਂ 'ਚ ਵਕਾਲਤ ਕੀਤੀ ਹੈ ਜੀ। ਇਸ ਸਮੇਂ ਦੌਰਾਨ ਮੇਰੀ ਫੈਮਿਲੀ ਦੇ ਵਿੱਚ, ਮੇਰੇ ਪਰਿਵਾਰ ਦੇ ਵਿੱਚ 2 ਅਨਨੈਚੁਰਲ ਮੌਤਾਂ ਹੋਈਆਂ। 1996 ਛੋਟਾ ਬ੍ਰਦਰ ਸੀ, ਬ੍ਰੇਨ ਟਿਊਮਰ ਨਾਲ ਚਲਾ ਗਿਆ 10 ਸਾਲ ਦੀ ਉਮਰ 'ਚ। 2006 ਦੇ ਵਿੱਚ ਮੇਰੇ ਫਾਦਰ 53 ਸਾਲ ਦੀ ਉਮਰ 'ਚ ਅਟੈਕ ਨਾਲ ਚਲੇ ਗਏ। ਤਾਂ 2012 ਦੇ ਵਿੱਚ ਮੇਰੇ ਗ੍ਰੈਂਡਫਾਦਰ ਦੀ, ਮੇਰੇ ਦਾਦਾ ਜੀ ਦੀ ਮੌਤ ਹੁੰਦੀ, ਉਹਨਾਂ ਦੀ ਉਮਰ 101 ਸਾਲ ਸੀ ਜੀ। ਤਾਂ ਇਹ ਚੀਜ਼ ਬੜੀ ਪਰੇਸ਼ਾਨ ਕਰਦੀ ਸੀ ਕਿ ਇੱਕ ਦਾਦੇ ਦੀ ਉਮਰ 101 ਸਾਲ, ਉਹਦੇ ਪੁੱਤ ਦੀ ਉਮਰ 53 ਸਾਲ, ਉਹਦਾ ਪੋਤਰਾ 10 ਸਾਲ 'ਚ ਹੀ ਰਹਿ ਗਿਆ। ਕੁਛ ਨਾ ਕੁਛ ਤਾਂ ਹੈ ਨਾ ਜੋ ਗਲਤ ਹੋ ਜਾਂਦਾ ਹੈ। ਜਦੋਂ ਇਹਨੂੰ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਖੇਤੀ, ਖੁਰਾਕ ਤੇ ਸਿਹਤ ਜੀ, ਇਹ ਤਾਂ ਇੱਕ ਤਿਕੋਣ ਦੇ 3 ਕਿਨਾਰੇ ਨੇ। ਸਾਡੀ ਸਿਹਤ ਵੈਸੀ ਹੋਣੀ ਹੈ ਜੈਸੀ ਸਾਡੀ ਖੁਰਾਕ ਹੈ, ਤੇ ਖੁਰਾਕ ਸਾਡੀ ਵੈਸੀ ਹੋਣੀ ਹੈ ਜੈਸੀ ਸਾਡੀ ਖੇਤੀ ਹੈ ਜੀ। ਤਾਂ ਖੇਤੀ ਦੇ ਵਿੱਚ ਸਾਨੂੰ ਸੋਚਣਾ ਪੈਣਾ ਹੈ। ਤਾਂ ਖੇਤੀ ਦੇ ਮਾਮਲੇ ਦੇ ਉੱਤੇ ਸਾਡੇ ਨਾਲ ਜਿਹੜਾ ਹੈਗਾ ਕੁਛ ਅਨਿਆਏ ਹੋਇਆ ਹੈ। ਤਾਂ ਇਹਨੂੰ, ਖੇਤੀ ਨੂੰ ਜਦੋਂ ਸਮਝਣ ਦੀ ਗੱਲ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਇਹ ਪਤਾ ਲੱਗਿਆ ਕਿ ਖੇਤੀ ਦਾ ਸਿੱਧਾ ਸੰਬੰਧ ਮਿੱਟੀ ਦੇ ਨਾਲ ਹੈ ਜੀ। ਤਾਂ ਅਸੀਂ ਮਿੱਟੀ ਦਾ ਬਹੁਤ ਵਿਨਾਸ਼ ਕੀਤਾ ਹੈ। ਤਾਂ ਅਸੀਂ ਇੱਕ ਬਹੁਤ ਵੱਡਾ, ਜੇ ਖੇਤੀ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਅਸੀਂ ਇੱਕ ਬਹੁਤ ਵੱਡਾ ਬਦਲਾਅ ਆਇਆ ਜਦੋਂ ਦੀ ਖੇਤੀ, ਜਦੋਂ ਮਨੁੱਖ ਦੀ ਸਿਰਜਣਾ ਹੋਈ ਹੈ ਜੀ, ਉਦੋਂ ਤੋਂ ਲੈ ਕੇ ਕੁਦਰਤ ਨੇ, ਥੋੜਾ ਜਿਹਾ ਫਿਲਾਸਫੀਕਲ ਹੋ ਜਾਊਗਾ, ਮੈਂ ਉਹ ਵੀ ਦੱਸਣਾ ਚਾਹੂੰਗਾ। ਜਦੋਂ ਧਰਤੀ ਦੇ ਉੱਤੇ ਜੀਵਨ ਆਇਆ, ਕੁਦਰਤ ਨੇ ਜੀਵਨ ਭੇਜਿਆ, ਤਾਂ ਸਭ ਚੀਜ਼ਾਂ ਨੂੰ ਇਕੱਠਾ ਕਰਕੇ ਭੇਜਿਆ। ਹਰ ਕਿਸਮ ਦੀ ਵਨਸਪਤੀ ਨੂੰ, ਹਰ ਕਿਸਮ ਦੇ ਜੀਵ ਨੂੰ, ਕਿਰਲੇ ਨੂੰ, ਬੱਕਰੀ ਨੂੰ, ਖਰਗੋਸ਼ ਨੂੰ, ਅੰਬ ਨੂੰ, ਜਾਮਨ ਨੂੰ, ਸਭ ਨੂੰ ਇਕੱਠਿਆਂ ਨੂੰ ਦੇਤਾ ਕਿ ਆਹ ਧਰਤੀ ਦੇਤੀ ਤੁਹਾਨੂੰ, ਸਾਰੇ ਰਲ ਮਿਲ ਕੇ ਰਹੋ, ਰਲ ਮਿਲ ਕੇ ਰਹੋ, ਰਲ ਮਿਲ ਕੇ ਰਹੋ, ਕੋਆਪਰੇਸ਼ਨ, ਠੀਕ ਹੈ। ਤਾਂ ਅਸੀਂ ਕੋਐਗਜ਼ਿਸਟੈਂਸ, ਤਾਂ ਜਦੋਂ ਜੀਵਨ ਆਇਆ ਧਰਤੀ ਦੇ ਉੱਪਰ ਤਾਂ ਕੋਐਗਜ਼ਿਸਟੈਂਸ ਸੀ, ਸਭ ਕੁਝ ਇਕੱਠਾ ਸੀ। ਤਾਂ ਹਰ ਜਾਨਵਰ ਨੂੰ, ਹਰ ਚੀਜ਼ ਨੂੰ, ਹਰ ਵਨਸਪਤੀ ਨੂੰ ਕੁਛ ਨਾ ਕੁਛ ਅਲੱਗ ਗੁਣ ਦੇਤੇ। ਕਿਸੇ ਨੂੰ ਡੰਗ ਦੇਤਾ, ਕਿਸੇ ਨੂੰ ਖੰਭ। ਮੈਂ ਮਾਫੀ ਚਾਹੁੰਦਾ ਕਿ ਆਹ ਜਿਹੜੀ ਹਵਾ ਚੱਲ ਰਹੀ ਹੈ ਨਾ, ਤੇ ਇਹ ਜੀ ਕਰਦਾ ਵੀ ਖਿੱਚ ਖਿੱਚ ਕੇ ਸਾਹ ਲਈ ਜਾਈਏ ਨਾ, ਤੇ ਇੰਨੀ ਸ਼ੁੱਧ ਹੈ। ਤਾਂ ਜਦੋਂ ਹਰ ਜਾਨਵਰ ਨੂੰ, ਹਰ ਵਨਸਪਤੀ ਨੂੰ ਕੁਝ ਖਾਸ ਗੁਣ ਦੇਤੇ, ਕਿਸੇ ਨੂੰ ਡੰਗ ਦੇਤਾ, ਕਿਸੇ ਨੂੰ ਖੰਭ ਦੇਤੇ ਉੱਡਣ ਵਾਸਤੇ, ਮਨੁੱਖ ਨੂੰ ਦਿਮਾਗ ਦੇਤਾ। ਜਦੋਂ ਇਹਨੂੰ ਦਿਮਾਗ ਦੇਤਾ ਤਾਂ ਇਹ ਆਪਦੇ ਦਿਮਾਗ ਦੇ ਨਾਲ ਇਹ ਸਾਰੀ ਜਿਹੜੀ ਕਾਇਨਾਤ ਸੀ ਉਹਦੇ ਤੋਂ ਵੱਖਰਾ ਹੋ ਗਿਆ, ਆਪਦੀ ਕੰਮ ਦੀ ਵਨਸਪਤੀ ਤੇ ਕੰਮ ਦੇ ਜੀਵ ਲੈ ਕੇ। ਇਹ ਕਹਿੰਦਾ ਮੈਨੂੰ ਬੱਕਰੀ ਚਾਹੀਦੀ ਹੈ, ਮੈਨੂੰ ਗਾਂ ਚਾਹੀਦੀ ਹੈ, ਮੈਨੂੰ ਜਾਮਣ ਚਾਹੀਦਾ, ਫਲ ਖਾਣ ਵਾਸਤੇ ਗੋਭੀ ਚਾਹੀਦੀ ਹੈ। ਇਹ ਕੰਮ ਦੀ ਵਨਸਪਤੀ ਤੇ ਜੀਵ ਲੈ ਕੇ ਬਾਕੀ ਸਾਰੀ ਕਾਇਨਾਤ ਤੋਂ ਅਲੱਗ ਹੋ ਗਿਆ, ਇੱਕ ਪਾਸੇ ਹੋ ਗਿਆ, ਅਲੱਗ ਹੋ ਗਿਆ। ਪਹਿਲੀ ਜਿਹੜੀ ਹੈਗੀ ਹੈ ਉਹ ਸੈਗਰੀਗੇਸ਼ਨ ਕਹਾਂਗੇ ਅਸੀਂ, ਤਾਂ ਵਿਛੋੜਾ ਜਿਹੜਾ ਉਹ ਪਹਿਲਾਂ ਸ਼ੁਰੂ ਉੱਥੇ ਹੋਇਆ, ਅਲੱਗ ਹੋ ਗਿਆ। ਫਿਰ ਘੇਰਾ ਛੋਟਾ ਕਰਦਾ ਗਿਆ। ਇਹ ਜਿਹੜੇ ਕੰਮ ਦੀਆਂ ਚੀਜ਼ਾਂ ਸੀ ਰੱਖਦਾ ਗਿਆ। ਇਹ ਕਹਿੰਦਾ ਹੁਣ ਸੱਪ ਨਹੀਂ ਚਾਹੀਦਾ, ਮਾਰੋ ਇਹਨੂੰ ਵੀ, ਬਾਥੂ ਨਹੀਂ ਚਾਹੀਦਾ, ਮਾਰੋ ਇਹਨੂੰ। ਇਹ ਘੇਰਾ ਛੋਟਾ ਕਰਦਾ ਗਿਆ ਵਨਸਪਤੀ ਤੇ ਜੀਵਾਂ ਦਾ। ਤਾਂ ਅਸੀਂ ਕੋਐਗਜ਼ਿਸਟੈਂਸ ਤੋਂ ਆਈਸੋਲੇਸ਼ਨ ਵਾਲੇ ਪਾਸੇ ਨੂੰ, ਸੈਗਰੀਗੇਸ਼ਨ ਵਾਲੇ ਪਾਸੇ ਨੂੰ ਵੱਧਦੇ ਗਏ। ਤਾਂ ਪਿਛਲੇ ਸਮੇਂ ਦੇ ਜੋ ਸਾਡਾ ਮਨੁੱਖੀ ਐਵੋਲੂਸ਼ਨ, ਇਹੀ ਸਾਡੀ ਖੇਤੀ 'ਚ ਹੋਇਆ। ਖੇਤੀ ਕੀ ਸੀ? ਜਦੋਂ ਮੇਰਾ ਦਾਦਾ ਕਰਦਾ ਸੀ ਤਾਂ ਮੇਰੇ ਦਾਦੇ ਨੂੰ ਕੋਈ ਇਹ ਨਹੀਂ ਪੁੱਛਦਾ ਸੀ ਤੂੰ ਕਾਹਦੀ ਖੇਤੀ ਕਰਦਾ ਹੈ। ਇਹ ਅੱਜ ਹੀ ਹੈ ਜਿਹੜੇ ਲੋਕ ਸਵਾਲ ਕਰ ਲੈਂਦੇ ਨੇ ਜਦੋਂ ਮੈਂ ਕਹਿੰਦਾ ਕਿ ਮੈਂ ਕੁਦਰਤੀ ਖੇਤੀ ਕਰਦਾ, ਕਾਹਦੀ ਕਰਦਾ ਹੈ। ਮੈਂ ਕਹਿੰਦਾ ਯਾਰ ਮੇਰੇ ਦਾਦੇ ਨੂੰ ਕਦੇ ਕਿਸੇ ਨੇ ਸਵਾਲ ਕੀਤਾ ਹੀ ਨਹੀਂ ਸੀ। ਦਾਦਾ ਤਾਂ ਖੇਤੀ ਕਰਦਾ ਸੀ, ਤਾਂ ਮਤਲਬ ਖੇਤੀ ਦਾ ਮਤਲਬ ਖੇਤੀ ਹੋਈ ਹੈ। ਉਹਨੂੰ ਇਹ ਨਹੀਂ ਪੁੱਛਦੇ ਸੀ ਵੀ ਤੂੰ ਪਸ਼ੂ ਪਾਲਣ ਵੀ ਕਰਦਾ, ਕਿਉਂਕਿ ਸਭ ਕੁਝ ਖੇਤੀ ਦਾ ਪਾਰਟ ਸੀ, ਸਭ ਕੁਝ ਕੋਐਗਜ਼ਿਸਟੈਂਸ ਸੀ, ਸਭ ਕੁਝ ਇਕੱਠਾ ਸੀ। ਤਾਂ ਮੇਰਾ ਦਾਦਾ ਨਹੀਂ, ਹਰ ਕਿਸਾਨ 70 ਤੋਂ ਪਹਿਲਾਂ ਜੋ ਖੇਤੀ ਕਰਦਾ ਸੀ ਪਸ਼ੂ ਵੀ ਪਾਲਦਾ ਸੀ, ਤੇ ਹਰ ਕਿਸਮ ਦੀ ਖੇਤੀ ਕਰਦਾ ਸੀ, ਸਭ ਕੁਝ ਇਕੱਠਾ ਸੀ। ਤਾਂ ਜਦੋਂ
70 ਤੋਂ ਬਾਅਦ 70 ਦਾ ਦਹਾਕਾ ਜਿਹੜਾ ਹੈਗਾ ਨਾ ਉਹ ਖੇਤੀ ਦੇ ਇਤਿਹਾਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਹੈ। 70 ਤੱਕ ਖੇਤੀ ਨੂੰ ਧੰਦਾ ਨਹੀਂ ਕਿਹਾ ਜਾਂਦਾ ਸੀ। ਜਦੋਂ ਦੀ ਖੇਤੀ ਹੋਈ ਹੈ, ਜਦੋਂ ਦੀ ਸਿਰਜਣਾ ਹੋਈ ਹੈ, ਮਨੁੱਖ ਸਭਿਅਤਾ ਦੇ ਰੂਪ 'ਚ ਇਕੱਠਾ ਰਹਿਣਾ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਅੱਜ ਤੱਕ ਦੀ ਖੇਤੀ ਨੂੰ ਜੇ ਅਸੀਂ ਵੰਡੀਏ ਤਾਂ 2 ਭਾਗਾਂ 'ਚ ਵੰਡੀ ਦੀ ਹੈ ਜੀ। ਸ਼ੁਰੂ ਤੋਂ ਲੈ ਕੇ 70 ਤੱਕ, 70 ਤੋਂ ਲੈ ਕੇ ਅੱਜ ਤੱਕ। 70 ਤੱਕ ਖੇਤੀ ਧੰਦਾ ਨਹੀਂ ਸੀ ਜੀ, 70 ਤੱਕ ਖੇਤੀ ਜੀਵਨ ਸ਼ੈਲੀ ਸੀ, ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਸੀ। ਬਿਲਕੁਲ ਠੀਕ ਹੈ। ਉਹ ਕਹਿੰਦੇ ਹੁੰਦੇ ਸੀ ਨਾ ਕਿ ਕਹਿੰਦੇ ਕਿ ਇੱਕ ਨਮਕ ਖਰੀਦਣਾ ਪੈਂਦਾ ਸੀ, ਹਾਂ, ਕਿ ਬਾਕੀ ਸਾਰਾ ਕੁਝ ਹੀ ਮਤਲਬ ਖੇਤਾਂ ਚੋਂ ਆਉਂਦਾ ਸੀ ਘਰ ਦੇ ਵਿੱਚ। ਰੋਟੀ ਕੱਪੜਾ ਮਕਾਨ ਦੀ ਜਿੰਨੀਆਂ ਜ਼ਰੂਰਤਾਂ ਸੀ ਸਾਰੀਆਂ ਤੁਹਾਡੀ ਖੇਤੀ ਚੋਂ ਪੂਰੀਆਂ ਹੁੰਦੀਆਂ ਸੀ। ਜ਼ਮੀਨ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਸੀ। ਬਿਲਕੁਲ। ਗ੍ਰੀਨ ਰੈਵੋਲੂਸ਼ਨ ਆਇਆ, ਹਰੀ ਕ੍ਰਾਂਤੀ ਆਈ, ਕਿਹਾ ਗਿਆ ਕਿ ਖੇਤੀ ਹੁਣ ਧੰਦਾ ਹੈ, ਇਹ ਧਰਮ ਨਹੀਂ ਹੈ। ਤਾਂ ਇਹਦੇ ਵਾਸਤੇ ਕਿਵੇਂ ਕਮਾਉਨੇ ਹੋ ਤੇ ਧੰਦਾ ਕੀ ਹੁੰਦਾ ਹੈ? ਧੰਦੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਕੁਝ ਵੇਚਦੇ ਹੋ, ਕੁਝ ਖਰੀਦਦੇ ਹੋ, ਧੰਦਾ ਇਹੀ ਹੁੰਦਾ ਨਾ। ਤਾਂ ਧੰਦਾ ਜਦੋਂ ਖੇਤੀ 'ਚ ਕਿਹਾ ਗਿਆ ਤਾਂ ਕਿਸਾਨ ਨੂੰ ਕਿਹਾ ਗਿਆ ਕਿ ਤੂੰ ਧੰਦਾ ਕਰਦਾ ਹੈ। ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ, ਧੰਦਾ ਖੇਤੀ ਇਹਨੂੰ ਬਿਜ਼ਨਸ ਦੇ ਤੌਰ ਤੇ ਦੇਖੋ। ਤਾਂ ਉਹਦੇ ਨਾਲ ਕੀ ਹੋਇਆ ਕਿ ਕਿਸਾਨ ਨੇ ਹੁਣ ਆਪਣਾ ਖੁਰਾਕੀ ਤੱਤ ਵੇਚਣੇ ਸ਼ੁਰੂ ਕੀਤੇ। 70 ਤੱਕ ਡਰੇਨੇਜ ਨਹੀਂ ਹੋਈ ਸਾਡੇ ਪੰਜਾਬ 'ਚੋਂ। ਜਿੰਨੇ ਖੁਰਾਕੀ ਤੱਤ ਖੇਤਾਂ 'ਚੋਂ ਜਾਂਦੇ ਸੀ, ਝੋਨੇ ਕਣਕ ਦੇ ਰੂਪ ਦੇ ਵਿੱਚ ਜ਼ਿੰਕ, ਪੋਟਾਸ਼, ਮੈਗਨੀਸ਼ੀਅਮ ਗਿਆ। ਪਿੰਡ 'ਚ ਮੇਰੇ ਦਾਦੇ ਨੇ ਆਪ ਖਾਧਾ, ਉਹਦੇ ਪਰਿਵਾਰ ਨੂੰ ਖਵਾਇਆ, ਸਾਰੇ ਜਾਨਵਰਾਂ ਨੂੰ ਖਵਾਇਆ, ਸਾਰਾ ਮਲ ਮੂਤਰ ਜਿਹੜਾ ਹੈਗਾ ਵਾਪਸ ਖੇਤਾਂ 'ਚ ਆਇਆ। ਤਾਂ ਜਿੰਨੇ ਖੁਰਾਕੀ ਤੱਤ ਗਏ ਸੀ ਉਹਨੇ ਵਾਪਸ ਆ ਗਏ। ਤਾਂ ਇਹ ਸਸਟੇਨੇਬਲ ਮਾਡਲ ਸੀ ਖੇਤੀ ਦਾ, ਇੱਕ ਟਿਕਾਊ ਮਾਡਲ ਸੀ, ਕੁਝ ਮੁੱਕ ਹੀ ਨਹੀਂ ਸਕਦਾ ਸੀ। ਬਿਲਕੁਲ। 70 ਤੋਂ ਬਾਅਦ ਡਰੇਨੇਜ ਸ਼ੁਰੂ ਹੋਈ। ਹੁਣ ਜਿਹੜਾ ਹੈਗਾ ਝੋਨੇ ਤੇ ਕਣਕ ਦੇ ਰੂਪ ਦੇ ਵਿੱਚ ਕਿਸਾਨ ਖੇਤਾਂ ਦੇ ਵਿੱਚੋਂ ਆਪਣੇ ਖੁਰਾਕੀ ਤੱਤ ਸਾਰੇ ਡਰੇਨ ਕਰ ਰਿਹਾ, ਪੰਜਾਬ ਤੋਂ ਬਾਹਰ ਜਾ ਰਹੇ ਨੇ। ਤਾਂ ਕੀ ਅਸੀਂ ਪੰਜਾਬ ਪਿਛਲੇ 50 ਸਾਲਾਂ 'ਚ ਕੀ ਗਵਾਇਆ? ਅਸੀਂ ਆਪਣਾ ਜ਼ਿੰਕ ਗਵਾਇਆ, ਪੋਟਾਸ਼ ਗਵਾਇਆ, ਮੈਗਨੀਸ਼ੀਅਮ ਗਵਾਇਆ, ਬੋਰੋਨ ਗਵਾਇਆ। ਆਪਦੇ ਖੁਰਾਕੀ ਤੱਤ ਜਿਹੜੇ ਸੀਗੇ ਝੋਨੇ ਤੇ ਕਣਕ ਦੇ ਰੂਪ ਦੇ ਵਿੱਚ ਅਸੀਂ ਆਪਣੀ ਮਿੱਟੀ 'ਚੋਂ ਕੱਢ ਲਏ। ਹੁਣ ਸਾਡੀ ਮਿੱਟੀ ਦੇ ਵਿੱਚ ਜ਼ਿੰਕ ਨਹੀਂ ਰਿਹਾ, ਪੋਟਾਸ਼ ਨਹੀਂ ਰਿਹਾ। ਹੁਣ ਇਸ ਮਿੱਟੀ ਚੱਕ ਕੇ ਪਾਉਂਦੇ ਆ। ਹੁਣ ਇਸ ਮਿੱਟੀ ਦੇ ਵਿੱਚ ਚਾਹੇ ਤਾਂ ਤੁਸੀਂ ਬਰੋਕਲੀ ਉਗਾ ਕੇ ਖਾ ਲਓ, ਚਾਹੇ ਖਰਬੂਜਾ ਉਗਾ ਕੇ ਖਾ ਲਓ, ਤੁਹਾਨੂੰ ਕੁਝ ਨਹੀਂ ਮਿਲਣਾ, ਕਿਉਂਕਿ ਮਿੱਟੀ 'ਚ ਹੀ ਨਹੀਂ ਹੈਗਾ। ਹੁਣ ਬਰੋਕਲੀ ਨੇ ਤੇ ਜਾਂ ਖੀਰੇ ਨੇ ਜਾਂ ਕਿਸੇ ਚੀਜ਼ ਵਨਸਪਤੀ ਨੇ ਖੁਰਾਕੀ ਤੱਤ ਕਿੱਥੋਂ ਲੈਣੇ ਆ? ਉਹਨੇ ਮਿੱਟੀ 'ਚੋਂ ਲੈਣੇ ਆ। ਤੇ ਜੇ ਮਿੱਟੀ 'ਚ ਹੀ ਨਹੀਂ ਹੈਗੇ, ਮਿੱਟੀ ਤਾਂ ਮਰ ਗਈ। ਤਾਂ ਇਹ ਜਦੋਂ ਮਿੱਟੀ ਮਰ ਜਾਂਦੀ ਹੈ ਕਿਸੇ ਇਲਾਕੇ ਦੀ, ਤਾਂ ਉਸ ਇਲਾਕੇ ਦੇ ਉੱਤੇ ਜਿਹੜੀ ਉਸ ਮਿੱਟੀ ਦੇ ਉੱਤੇ ਜਿਹੜੀ ਵਨਸਪਤੀ ਹੈ, ਜਿਹੜੇ ਜੀਵ ਰਹਿੰਦੇ ਨੇ, ਸਾਰੇ ਜਿਹੜੇ ਮਨੁੱਖ ਰਹਿੰਦੇ ਨੇ, ਉਹ ਵੀ ਬਿਮਾਰ ਹੋ ਜਾਂਦੇ ਨੇ। ਤੇ ਪੰਜਾਬ ਅੱਜ ਬਿਮਾਰਾਂ ਦਾ ਸੂਬਾ ਹੈ। ਵੈਸੇ ਤਾਂ ਵਰਤਾਰਾ ਸਾਰੇ ਵਰਲਡ ਵਾਈਡ ਹੀ ਹੋ ਰਿਹਾ। ਤੁਸੀਂ ਤੁਹਾਨੂੰ ਮਿਲਾਉਂਦੇ ਆ ਲੋਕਾਂ ਨੂੰ, ਕੁਝ ਜੰਮੂ ਕਸ਼ਮੀਰ ਤੋਂ ਆਏ ਨੇ ਲੋਕ, ਉਹ ਵੀ ਦੱਸਣਗੇ ਕਿ ਉੱਥੋਂ ਦੇ ਕੀ ਕਹਿਰ ਮਚਿਆ ਹੋਇਆ। ਆਸੇ-ਪਾਸੇ ਸਾਰੀ ਇਹ ਵਰਤਾਰਾ ਹੈਗਾ ਕਿ ਖੇਤੀ ਨੂੰ ਅਸੀਂ ਧੰਦਾ ਸਮਝ ਲਿਆ। ਧੰਦਾ ਸਮਝ ਕੇ ਮਤਲਬ ਇੱਕ ਤਰੀਕੇ ਨਾਲ ਅਸੀਂ ਖਾਦਾਂ ਪਾ ਰਹੇ ਹਾਂ, ਧੱਕੇ ਨਾਲ ਅਸੀਂ ਖਿੱਚ ਰਹੇ ਹਾਂ ਬਾਹਰ ਨੂੰ। ਕੱਢਣਾ ਹੈ, ਅਸੀਂ ਕੱਢ ਕੇ ਦੇ ਵਿੱਚ ਜ਼ਿਆਦਾ ਕੱਢਣਾ ਹੈ, ਜ਼ਿਆਦਾ ਵੇਚਣਾ ਹੈ, ਜ਼ਿਆਦਾ ਕੱਢਣਾ ਹੈ, ਜ਼ਿਆਦਾ ਵੇਚਣਾ। ਬਿਲਕੁਲ। ਅੱਛਾ, ਇੱਕ ਮੈਨੂੰ ਹੋਰ ਵੀ ਗੱਲ ਪਤਾ ਲੱਗੀ ਸੀ ਵੀ ਜਦੋਂ ਤੁਸੀਂ ਇਹ ਫਾਰਮ ਇੱਥੇ ਸ਼ੁਰੂ ਕਰਿਆ ਸੀ, ਇੱਥੇ ਦਾ ਪਾਣੀ ਬੜਾ ਖਰਾਬ ਸੀਗਾ। ਤੇ ਇਹ ਕੀ ਕਾਰਨ ਹੋਏ ਕਿ ਕਿਉਂਕਿ ਪਾਣੀ ਮੈਂ ਪੀ ਕੇ ਦੇਖਿਆ ਪਹਿਲਾਂ, ਮੈਂ ਦਰਸ਼ਕਾਂ ਨੂੰ ਵੀ ਦਿਖਾਊਂਗਾ, ਮੈਂ ਹੁਣ ਵੀ ਪੀ ਲੂੰਗਾ ਆ ਨਲਕਾ ਪਿੱਛੇ ਤੁਹਾਡੇ, ਹੈਨਾ। ਤੇ ਮੈਂ ਜਗਰੂਪ ਨੂੰ ਵੀ ਕਿਹਾ ਪਹਿਲਾਂ, ਮੈਂ ਇੱਕ ਚੂੜੀ ਦੇਖੀ, ਮੈਂ ਕਿਹਾ ਪਾਣੀ ਥੋੜਾ ਜਿਹਾ ਮਤਲਬ ਪੂਰਾ ਉਹ ਆਰਓ ਵਾਲਾ ਸਾਫ਼ ਜਿਹਾ ਨਹੀਂ ਲੱਗਦਾ ਨਾ। ਤੇ ਫਿਰ ਮੈਂ ਜਦੋਂ ਥੋੜਾ ਜਿਹਾ ਨਲਕਾ ਗੇੜ ਕੇ ਪੀਤਾ ਤੇ ਵਾਕਈ ਉਹ ਇੰਨਾ ਮਿੱਠਾ ਪਾਣੀ ਮੈਂ ਨਹੀਂ ਪੀਤਾ। ਮੈਂ ਜਗਰੂਪ ਨੂੰ ਕਿਹਾ, ਮੈਂ ਕਿਹਾ ਜਗਰੂਪ ਤੈਨੂੰ ਇੱਕ ਚੀਜ਼ ਦਿਖਾਵਾਂ। ਇਹਨੇ ਵੀ ਪੀਤਾ ਤੇ ਵਾਕਈ ਇਹ ਕਰਿਸ਼ਮਾ ਕਿਵੇਂ ਹੋ ਗਿਆ? ਆਖਿਰ ਥੱਲੜਾ ਪਾਣੀ ਧਰਤੀ ਦੇ ਹੇਠਲਾ ਇੰਨਾ ਖਰਾਬ ਸੀ ਤੇ ਇੰਨਾ ਮਿੱਠਾ ਕਿਵੇਂ ਹੋ ਗਿਆ? ਮੈਂ ਨਾ ਉਹੀ ਵਾਰ-ਵਾਰ ਇੱਕ ਜਿਹੀ ਚੀਜ਼ ਤੇ ਜ਼ੋਰ ਦੇਵਾਂਗਾ, ਕੋਐਗਜ਼ਿਸਟੈਂਸ ਤੇ। ਸਭ ਚੀਜ਼ਾਂ ਦਾ ਇਕੱਠੇ ਹੋਣਾ, ਜਿਵੇਂ ਧਰਤੀ ਤੇ ਜੀਵਨ ਆਇਆ, ਸਭ ਕੁਝ ਇਕੱਠਾ ਸੀ। ਤੁਸੀਂ ਜਦੋਂ ਇਕੱਠੇ ਕਰਦੇ ਨੇ ਨਾ ਸਾਰੀਆਂ ਚੀਜ਼ਾਂ ਨੂੰ, ਤਾਂ ਬੜੇ ਸਾਰਾ ਕੁਝ ਟਰੈਕ ਤੇ ਚੜ ਜਾਂਦਾ ਹੈ। ਜਦੋਂ ਖੇਤ ਦੇ ਵਿੱਚ ਰੁੱਖ ਲੱਗ ਗਏ, ਖੇਤ ਦੇ ਵਿੱਚ ਮਿੱਟੀ 'ਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਵੱਧ ਗਈ, ਪੰਛੀਆਂ ਦੀ ਗਿਣਤੀ ਵੱਧ ਗਈ, ਪਾਲਤੂ ਜੀਵਾਂ ਦੀ ਵੱਧ ਗਈ, ਤਰ੍ਹਾਂ ਦੀਆਂ ਜੜੀ ਬੂਟੀਆਂ, ਵਨਸਪਤੀ, ਉਗਪੀ, ਸਭ ਕੁਝ ਇਕੱਠਾ ਹੋ ਗਿਆ। ਜਦੋਂ ਉਹਦੀ ਸਿਰਜਣਾ ਕਰਦੇ ਹੋ ਤਾਂ ਪਾਣੀ ਆਪਣੇ ਆਪ ਸ਼ੁੱਧ ਹੋ ਜਾਂਦਾ। ਤਾਂ ਪਾਣੀ ਦੀ ਕੁਆਲਿਟੀ ਜਿਹੜੀ ਹੈਗੀ ਆ, ਪੀਣ ਯੋਗ ਨਹੀਂ ਸੀ ਜਦੋਂ ਆਇਆ ਸੀ, ਘਰ ਤੋਂ ਲੈ ਕੇ ਆਇਆ ਸੀ, ਤੇ ਅੱਜ ਇਹ ਪਾਣੀ ਐਡਾ ਮਿੱਠਾ ਪਾਣੀ ਹੋਇਆ ਹੋਇਆ। ਸਭ ਕੁਝ ਉਹਦੇ ਕਰਕੇ ਹੈ, ਸਭ ਕੁਝ ਇਕੱਠਾ ਹੋਣ ਦੇ ਨਾਲ ਹੈ। ਇੰਟੀਗ੍ਰੇਟਡ ਕਰਨਾ, ਸਭ ਕੁਝ ਨੂੰ ਇਕੱਠਾ ਕਰਨਾ। ਤਾਂ ਉਹ ਇੰਟੀਗ੍ਰੇਸ਼ਨ ਦਾ ਤੁਹਾਨੂੰ ਇੱਕ ਨਮੂਨਾ ਜਿੱਥੇ ਵੀ ਦਿਖਾਉਂਦੇ ਆ। ਅਸੀਂ ਇੱਕ ਇੱਥੇ ਟ੍ਰੇਨਿੰਗ ਲਾਈ ਹੋਈ ਹੈ ਜਿਹਦੇ ਵਿੱਚ ਪੰਜਾਬ ਤੋਂ ਬਾਹਰ ਦੇ ਲੋਕ ਵੀ ਆਏ ਹੋਏ ਨੇ। ਤਾਂ ਉਹਦੇ ਵਿੱਚ ਤੁਸੀਂ ਰੰਗ ਦੇਖੋਗੇ, ਫ੍ਰੀ ਆਫ ਕਾਸਟ ਹੈ ਸਭ? ਨਹੀਂ, ਉਹ ਥੋੜੀ ਜਿਹੀ ਅਸੀਂ ਨੋਮੀਨਲ ਚਾਰजेस ਕਰਦੇ ਆ। ਤਾਂ ਉਹਦੇ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਰੰਗ ਦੇਖੋਗੇ। ਇੱਕ ਬੰਦਾ ਕਰਨਲ ਹੈ, ਫੌਜ ਦੇ ਵਿੱਚੋਂ ਆਇਆ, ਇੱਕ ਬੰਦਾ ਆਇਲ ਸੈਂਟਰ ਚਲਾਉਂਦਾ ਹੈ, ਇੱਕ ਬੰਦਾ ਨਿਊਜ਼ੀਲੈਂਡ ਦੇ ਵਿੱਚ ਬੜਾ ਵੈਲ ਸੈਟਲਡ ਹੈ, ਇੱਕ ਬੰਦਾ ਅਮਰੀਕਾ ਦੇ ਵਿੱਚ ਸੈਟਲਡ ਹੈ, ਇੱਕ ਬੰਦਾ ਰਾਜਸਥਾਨ ਦੇ ਵਿੱਚ ਹੈ, ਇੱਕ ਬੰਦਾ ਪੂਨੇ ਦੇ ਵਿੱਚ ਹੈ, ਇੱਕ ਜੰਮੂ ਕਸ਼ਮੀਰ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋਇਆ ਹੈ। ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈ ਉਹਨਾਂ ਦਾ। ਉਹ ਕੋਈ ਕਾਮਨ ਚੀਜ਼ ਆਦਾ ਕੀ ਹੈ ਕਿ ਉਹ ਨੇਚਰ ਨੂੰ ਪਿਆਰ ਕਰਦੇ ਆ ਤੇ ਸਾਰੇ ਕੁਦਰਤ ਨੂੰ ਪਿਆਰ ਕਰਦੇ ਆ।
ਤੇ ਉਹਨਾਂ ਦੇ ਲਈ ਪ੍ਰਵਾਸ ਬੜਾ ਸੌਖਾ ਹੈ, ਬੜੀ ਈਜ਼ੀਲੀ ਉਹ ਸਾਰੇ ਸੈਟਲ, ਕੋਈ ਤਾਂ ਸੈਟਲ ਹੈਗੇ ਨੇ, ਕੋਈ ਜਾ ਸਕਦੇ ਨੇ ਜੀ। ਤਾਂ ਹੁਣ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਉਹਨੂੰ ਮਿਲਾਉਣਾ ਉਹਨਾਂ ਨਾਲ ਉਹ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਮਿਲਾਉਂਦੇ ਆ। ਜੀ ਜੀ। ਇਹ ਬਣਾ ਰਹੇ ਹੋ ਤੁਸੀਂ? ਅੱਛਾ, ਨਾਲ ਨਾਲ ਗੱਲ ਵੀ ਆਪਾਂ ਕਰਦੇ ਚਲੇ ਜਾਂਦੇ ਆ। ਇਹਦੇ ਵਿੱਚ ਅਸੀਂ ਇਹ ਡਾਕਟਰ ਓਮ ਪ੍ਰਕਾਸ਼ ਰੁਪੇਲਾ ਮੇਰੇ ਗੁਰੂ ਜੀ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਇਸ ਪਾਸੇ ਆਇਆ ਸੀ, ਉਹਨਾਂ ਦਾ ਸੁਪਨਾ ਸੀਗਾ ਕਿ ਅਸੀਂ ਜਿੰਨਾ ਕੁ ਗਿਆਨ ਗਲਤੀਆਂ ਕਰ ਕਰਕੇ ਇਕੱਠਾ ਕੀਤਾ ਹੈ ਉਹਨੂੰ ਡਿਸਟ੍ਰੀਬਿਊਟ ਕਰੀਏ, ਲੋਕਾਂ ਤੱਕ ਪਹੁੰਚਾਈਏ। ਤਾਂ ਉਹਦੇ ਵਾਸਤੇ ਅਸੀਂ ਇੱਕ ਬਿਲਡਿੰਗ ਬਣਾਈ ਹੈ ਡਾਕਟਰ ਓਮ ਪ੍ਰਕਾਸ਼ ਰੁਪੇਲਾ ਕੁਦਰਤੀ ਖੇਤੀ ਕੇਂਦਰ, ਜਿਹਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਟੋਟਲ ਸਾਲ 'ਚ 5 ਟ੍ਰੇਨਿੰਗਾਂ ਲਾਉਂਦੇ ਹਾਂ। ਤਾਂ ਇਹ 5 ਟ੍ਰੇਨਿੰਗਾਂ 5 ਡੇ ਹੁੰਦੀਆਂ ਨੇ ਤੇ ਇਹਦੇ 'ਚ 20 ਬੰਦਿਆਂ ਦੀ ਕਲਾਸ ਹੁੰਦੀ ਹੈ। ਇਸ ਵਾਰੀ ਸਾਡੇ ਕੋਲੇ 25 ਲੋਕ ਨੇ। ਤਾਂ ਇਹ 25 ਲੋਕ ਅਲੱਗ-ਅਲੱਗ ਬੈਕਗਰਾਉਂਡ ਵਾਲੇ, ਅਲੱਗ-ਅਲੱਗ ਡਾਈਵਰਸਿਟੀ ਹੁੰਦੀ ਹੈ ਇਹਨਾਂ ਦੇ ਵਿੱਚ। ਤਾਂ ਉਹ ਟ੍ਰੇਨਿੰਗ ਹੁਣ ਜਿਹੜੀ ਉਹਦਾ ਚੌਥਾ ਦਿਨ ਹੈ ਅੱਜ। ਅੱਛਾ, ਇੱਕ ਮੈਂ ਦੇਖ ਰਿਹਾ ਆ ਆਪਾਂ ਚੱਲ ਕੇ ਆਏ ਆ ਰਸਤੇ ਤੋਂ, ਇਹ ਵੀ ਤੁਸੀਂ ਇਹ ਜਿਹੜਾ ਸਾਰਾ ਇਹ ਇਕੱਠਾ ਕਰ ਰਹੇ ਹੋ, ਇਹਨੂੰ ਵੀ ਖਾਦ 'ਚ ਵਰਤੋਗੇ? ਇਹ ਹਾਂ, ਮਲਚ ਬੋਲਦੀ ਹੈ ਸਾਡੀ ਭਾਸ਼ਾ ਦੇ ਵਿੱਚ, ਇਹਨੂੰ ਮਲਚ ਕਰਨਾ। ਕੋਈ ਵੀ ਫਸਲੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਾਉਣੀ, ਸਭ ਨੂੰ ਜ਼ਮੀਨ ਨੂੰ ਦੇਣਾ। ਧਰਤੀ ਮਾਂ ਨੂੰ ਭੁੱਖਿਆ ਨਾ ਮਾਰੋ, ਭਗਤ ਪੂਰਨ ਸਿੰਘ ਨੇ ਕਿਹਾ ਸੀ। ਧਰਤੀ ਮਾਂ ਨੂੰ ਵੀ ਕੁਝ ਚਾਹੀਦਾ ਹੈ, ਜੇ ਸਾਨੂੰ ਦਿੰਦੀ ਹੈ ਇਹ ਤਾਂ ਇਹਨੂੰ ਵਾਪਸ ਮੋੜਨਾ ਹੈ। ਇਹਨੂੰ ਫਿਰ ਕਿੰਨਾ ਟਾਈਮ ਇਦਾਂ ਛੱਡੋਗੇ ਤੁਸੀਂ? ਜਿਹੜਾ ਇੱਥੇ ਰਹਿਣਾ, ਇਹ ਨਹੀਂ ਗਲ ਜਾਣਾ ਵਿੱਚ ਹੀ। ਇਹ ਧਰਤੀ ਮਾਂ ਦੀ ਖੁਰਾਕ ਹੈ, ਇਹ ਮਿੱਟੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੀ ਖੁਰਾਕ ਹੈ, ਉਹਨਾਂ ਨੂੰ ਭੁੱਖੇ ਨਹੀਂ ਮਾਰਨਾ। ਇਹ ਫਿਰ ਖੇਤ 'ਚ ਪਾਓਗੇ ਬਾਅਦ 'ਚੋਂ ਕੱਢ ਕੇ? ਪਾਉਣਾ ਇੱਥੇ ਤੇ ਮਿਰਚ ਲੱਗਣੀ ਹੈ, ਇੱਥੇ ਮਿਰਚ ਲੱਗਣੀ, ਇੱਥੋਂ ਆਈ ਮਿਰਚ ਚੱਲ ਪੈਣੀ ਹੈ। ਹਾਂ, ਮਿਰਚ ਨੂੰ ਬਾਹਰ ਤੋਂ ਸਾਨੂੰ ਕੋਈ ਕੰਪੋਸਟ ਖਾਦ, ਰੂੜੀ ਦੀ ਖਾਦ ਕੁਝ ਵੀ ਪਾਉਣ ਦੀ ਲੋੜ ਨਹੀਂ। ਹਾਂ, ਉਹਨੂੰ ਇੱਥੋਂ ਖਾਦ ਮਿਲ ਜਾਣੀ ਹੈ। ਇਹ ਇੱਕ ਟ੍ਰੇਨਿੰਗ ਕੈਂਪ ਜਿਹੜਾ ਚਲਾ ਰਹੇ ਹੋ 5 ਦਿਨ ਦਾ, ਤੇ ਫਿਰ ਇਹ ਕੀ ਲਿਮਟਿਡ ਸੀਟਾਂ ਰੱਖਦੇ ਹੋ? ਇਹਦੇ ਵਿੱਚ ਸੀਟਾਂ ਸਾਡੀਆਂ 20 ਸੀਟਾਂ ਹੁੰਦੀਆਂ ਨੇ ਤੇ ਉਹਦੀ ਸਾਡੀ ਇੱਕ ਤਾਂ ਡੇਟ ਫਿਕਸ ਹੈਗੀ ਹੈ 25 ਦਸੰਬਰ ਦੀ, ਸਾਲ ਦੇ ਵਿੱਚ ਇੱਕ ਡੇਟ। ਬਾਕੀ ਡੇਟਾਂ ਜਿਹੜੀਆਂ ਹੈਗੀਆਂ ਉਹ ਛੁੱਟੀਆਂ ਦਾ ਹਿਸਾਬ ਕਿਤਾਬ ਵੇਖ ਕੇ ਉਹਨੂੰ ਉਸ ਤਰ੍ਹਾਂ ਅਨਾਉਂਸ ਕਰ ਦਿੰਦੇ ਆ। ਤੇ ਟੋਟਲ 5 ਹੀ ਲੱਗਦੀਆਂ ਨੇ ਸਾਲ 'ਚ। 100 ਬੰਦੇ ਨੂੰ ਮੇਰਾ ਟਾਰਗੇਟ ਹੈ ਕਿ ਮੈਂ 100 ਬੰਦੇ ਨੂੰ ਟ੍ਰੇਨ ਕਰ ਪਾਵਾਂ ਇੱਕ ਸਾਲ ਦੇ ਦੌਰਾਨ। ਤੇ ਜਿਹੜੇ ਟ੍ਰੇਨਿੰਗ ਹਾਸਲ ਕਰਕੇ ਲੈ ਕੇ ਚਲੇ ਜਾਂਦੇ ਨੇ, ਹੁਣ ਉਹ ਦੇਖੋ ਤਸਵੀਰ ਇੱਕ ਦਿਖਾਉਣੀ ਚਾਹੁੰਦੇ ਆ ਬਾਈ ਜੀ, ਉਹ ਕੀ ਹੋ ਰਿਹਾ ਹੈ? ਉਹੀ ਗੱਲ ਹੈ ਕਿ ਜੋ ਕੁਝ ਕੱਢ ਲਿਆ ਉਹ ਹੁਣ ਅਸੀਂ ਯੂਰੀਆ ਪਾ ਰਹੇ। ਬਿਲਕੁਲ ਬਿਲਕੁਲ, ਇਹੀ ਵਰਤਾਰਾ ਹੈ ਨਾ ਸਾਰਾ। ਤੁਸੀਂ 10 ਸਾਲਾਂ ਤੋਂ ਇਹ ਚੀਜ਼ ਨਹੀਂ ਕੀਤੀ? ਬਿਲਕੁਲ ਬਿਲਕੁਲ, ਇਹ ਤਾਂ ਇਹਨਾਂ ਲਈ ਧੰਦਾ ਹੈ, ਮੇਰੇ ਲਈ ਖੇਤੀ ਧਰਮ ਹੈ, ਮੇਰੀ ਜੀਵਨ ਸ਼ੈਲੀ ਹੈ। ਆਓ ਤੁਹਾਨੂੰ ਲੋਕਾਂ ਨਾਲ ਜੀ ਜੀ। मनवीर जी माफ़ी चाहेंगे तो आपसे थोड़ी सी, तो थोड़ा समय भाई साहब बड़े दूर से चल के आए हैं, तो मैं आपको राव जी आपको मिलाऊंगा सभी से। तो ये मनवीर जी हैं। ये मनवीर जी अपने बारे आप ही थोड़ा सा बोलिए। मैं बेसिकली एक किसान हूँ, लेकिन अंदर से एक जागृति है कि किसानों के पास जो समस्याएं शो की जा रही हैं, रियल में वो उनकी समस्या है नहीं। हाँ, मैं जींद हरियाणा का एक किसान हूँ। ईगरा मेरा गांव है, 6.25 एकड़ मेरी टोटल जमीन है, उसी पे मैं जैविक खेती करता हूँ। कितने साल हो गए जी आपको? मैं बहुत स्लो प्रोसेस से आया था। 2006 में मैंने पेस्टिसाइड बैन किया था और 2009 और 10 में मैंने वीडीसाइड और फंगीसाइड को अपने खेत में बैन कर दिया, और 13 तक आते आते सभी प्रकार के रसायन का मैं अपने खेत में बैन कर चुका हूँ। 2013 से लेकर अब तक मैं जैविक खेती कहें, प्राकृतिक खेती कहें या परमात्मा की खेती कहें, वो खेती में करता हूँ। मनवीर जी हमारे कीटों के मास्टर हैं, इनको हमने बुलाया है। ये जो कीट पेस्ट होते हैं उनके बारे में इनका ज़बरदस्त काम है। कौन से कीट हैं जो किस फसल पे आते हैं, कब आते हैं, क्या खाते हैं, उसके बारे में इनका बहुत बड़ा ज़बरदस्त ज्ञान है। उनको हमने इनको एज ए रिसोर्स पर्सन उसके लिए बुलाया हुआ है। इनका लेक्चर चल रहा है। हाँ, अच्छा, कीट कम भी हो गए ना जी? पहले से तो बहुत कम हो गए कीट। तो बिल्कुल नहीं, ये एक भ्रम डालने वाली है। कीटों की संख्या जितनी थी धरती पे इतनी ही है और इतनी ही रहेगी। पूरे संसार ने वर्ल्ड बैंक की स्कीम के तहत एनाफ्लीज नाम के एक मच्छर को मारने का प्रयास किया। पूरे संसार के प्रयासों के बाद भी वो एनाफ्लीज यहीं पे है। न कोई कीट घटेगा न बढ़ेगा, ਉੱਥੇ ਹੀ ਨੇ ਸਾਰੇ ਜੀ। अब ਤੁਹਾਨੂੰ ਅਸੀਂ ਮਿਲਾਉਂਦੇ ਆ ਜੀ ਜਿਹੜੇ ਸਾਡੇ ਟ੍ਰੇਨੀ ਅਲੱਗ ਪਾਸਿਆਂ ਤੋਂ ਆਏ ਹੋਏ ਨੇ। ਹਾਂਜੀ, ਤੁਸੀਂ ਆਪਣਾ परिचय दीजिए। जी नमस्कार, मेरा नाम अभिजीत अर्जुन राव उटी है। मैं पुणे महाराष्ट्र से आया हूँ और इनका मैंने यूट्यूब पे इंटरव्यू देखा था गुरुजी का।
तो इनका कॉन्सेप्ट मुझे बहुत अच्छा लगा, और मैं नेचर लवर हूँ, और मुझे स्वदेशी अपनी जो परंपरा है उसमें भी बहुत अच्छा ज्ञान भी है, और उसके लगाव भी है। तो यहाँ आकर मुझे जो इंटीग्रेटेड फार्मिंग और जो एग्रो टूरिज़म जो है वो सीखना था, तो उसी के बारे में बहुत सारा इधर सीख लिया हूँ, और अभी चल रहा है लेक्चर। ਇਸ ਨੂੰ ਅੱਗੇ ਵਧਾਓਗੇ ਫਿਰ ਤੁਸੀਂ ਜੋ ਵੀ ਸਿੱਖ ਕੇ ਜਾਓਗੇ ਅੱਗੇ ਵਧਾ ਕੇ? हाँ, यहाँ से मैं जो भी सीख के जाऊँगा ये मुझे अपनी खेती में उसको लागू करना है। ਠੀਕ ਹੈ ਜੀ। ਕੀ ਨਾਮ ਹੈ ਜੀ? ਹਰਪਿੰਦਰ ਸਿੰਘ। ਤੁਸੀਂ ਦੱਸ ਦਿਓ ਆਪਣੇ ਬਾਰੇ। ਹਾਂਜੀ, ਮੇਰਾ ਨਾਮ ਹਰਪਿੰਦਰ ਸਿੰਘ ਹੈ ਤੇ ਹੁਣ ਫਿਲਹਾਲ ਤਾਂ ਇੱਥੇ ਸਿੱਖਣ ਹੀ ਆਏ ਹਾਂ, ਸਟਾਰਟਿੰਗ ਕਰ ਰਹੇ ਹਾਂ ਆਰਗੈਨਿਕ ਫਾਰਮਿੰਗ। ਬੈਕਗ੍ਰਾਉਂਡ ਮੈਂ ਬੰਬੇ ਤੋਂ ਹੈ ਤੇ ਮਤਲਬ ਮੈਂ ਰਹਿੰਦਾ ਇੱਥੇ ਹੀ ਹਾਂ। ਬੰਬੇ ਗਿਆ ਸੀ 5 ਤੋਂ 6 ਸਾਲ ਤੇ ਉੱਥੇ ਮੈਂ ਐਡ ਫਿਲਮਸ ਦੇ ਅੰਦਰ ਐਜ਼ ਐਨ ਐਗਜ਼ੈਕਟਿਵ ਮੀਡੀਆ ਨਾਲ ਰਿਲੇਟਡ ਹੀ ਗਏ ਸੀ। ਹਾਂਜੀ, ਐਜ਼ ਐਨ ਐਗਜ਼ੈਕਟਿਵ ਪ੍ਰੋਡਿਊਸਰ ਦਾ ਮੈਂ ਉੱਥੇ ਕੰਮ ਕਰਦਾ ਸੀ। ਤੇ ਹੁਣ ਕੀ ਸੋਚਿਆ ਤੁਸੀਂ? ਹੁਣ ਬਾਈ ਜੀ ਦੇ ਨਾਲ ਗੱਲਬਾਤ ਹੋਈ ਆ, ਬਹੁਤ ਕੁਝ ਤੁਸੀਂ ਸਿੱਖਿਆ ਹੋਣਾ, ਕੀ ਸੋਚਿਆ ਵੀ ਹੁਣ ਵਾਪਸ ਖੇਤੀ ਤੇ ਆਓਗੇ? ਹਾਂ, ਕਦੇ ਕਰੀ ਨਹੀਂ ਤਾਂ ਨਾ ਹੀ ਘਰ ਵਾਲੇ ਚਾਹੁੰਦੇ ਸੀਗੇ, ਠੀਕ ਹੈ ਤਾਂ ਕਹਿ ਦਿੰਦੇ ਨੇ ਨਾ ਕਿ ਪੁੱਤ ਤੇਰੇ ਤੋਂ ਹੋਣੀ ਨਹੀਂ, ਹੈ ਨਾ, ਐ ਕਹਿ ਦਿੰਦੇ ਹੋਣੇ। ਹਾਂ, ਮਤਲਬ ਇੱਕ ਤੇਰੇ ਕੰਮ ਨਹੀਂ ਕੀਤਾ ਕਦੇ ਆਪਾਂ ਨੇ, ਤੇ ਕਹਿ ਦਿੰਦੇ ਨੇ ਕਿ ਜੇ ਆਪਾਂ ਕਹਿੰਦੇ ਆ ਵੀ ਜੇ ਤੇਰੇ ਤੋਂ ਖੇਤੀ ਹੋਣੀ ਨਹੀਂ ਹੈ। ਹਾਂ, ਉਹ ਤਾਂ ਇੱਕ ਆਮ ਗੱਲ ਹੈ। ਮਤਲਬ ਮੈਂ ਥੋੜਾ ਇੱਕ ਫਿਲਾਸਫੀ ਨੂੰ ਮੰਨਦਾ ਕਿ ਦਾ ਅਦਰ ਇਜ਼ ਹੈਲ। ਮਤਲਬ ਕਿਸੇ ਵੱਡੇ ਬੰਦੇ ਨੇ ਕਿਹਾ ਹੈਗਾ ਦਾ ਅਦਰ ਇਜ਼ ਹੈਲ, ਤਾਂ ਅਗਲਾ ਕੀ ਕਹਿੰਦਾ ਹੈ ਮਤਲਬ ਉਹਨਾਂ ਸੁਣਨ ਵਾਲੀ ਤੇ ਜਾਂ ਫਿਰ ਉਸ ਚੀਜ਼ ਨੂੰ ਮਤਲਬ ਉਹਨਾਂ ਫਰਕ ਨਹੀਂ ਪੈਣ ਵਾਲੀ ਗੱਲ ਹੈ। ਅੱਗੇ ਜੀ। ਹਾਂਜੀ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਨਾਮ ਵਰੁਣ ਛਾਬੜਾ ਜੀ ਤੇ ਮੇਰਾ ਪਿੰਡ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਹੈ ਜੀ। ਤੇ ਉੱਦਾਂ ਮੈਂ ਨਿਊਜ਼ੀਲੈਂਡ 'ਚ ਰਹਿ ਰਿਹਾ ਸੀ, 5 ਸਾਲ ਹੋ ਗਏ। ਉੱਥੇ ਅਕਾਊਂਟਿੰਗ ਦੀ ਸਟੱਡੀ ਕੀਤੀ ਹੋਈ ਮੇਰੀ, ਤੇ ਹੁਣ ਆਉਣ ਵੇਲੇ ਮੈਂ ਡੇਅਰੀ ਫਾਰਮ 'ਚ ਕੰਮ ਕਰ ਰਿਹਾ ਸੀ ਉੱਥੇ। ਅੱਛਾ, ਹੁਣ ਤੁਸੀਂ ਉੱਥੋਂ ਛੱਡ ਆਏ ਨਿਊਜ਼ੀਲੈਂਡ 'ਚ ਜਾਂ ਵਾਪਸ ਜਾਓਗੇ? ਹਾਲੇ ਟੈਂਪਰੇਰੀ ਆਇਆ ਹਾਂ 5 ਮਹੀਨੇ ਲਈ। ਇਹ ਜਿਹੜੀਆਂ ਚੀਜ਼ਾਂ ਤੁਸੀਂ ਸਿੱਖੀਆਂ ਬਾਈ ਕਮਲਜੀਤ ਸਿੰਘ ਹੋਰਾਂ ਤੋਂ, ਫਿਰ ਉੱਧਰ ਜਾ ਕੇ ਅਡਾਪਟ ਕਰੋਗੇ, ਜਾ ਕੇ ਖੇਤੀ ਕਰੋਗੇ ਉੱਧਰ ਜਾ ਕੇ? ਨਹੀਂ, ਹਾਲੇ ਪੱਕਾ ਡਿਸੀਜਨ ਨਹੀਂ ਬਣਾਇਆ ਕਿ ਉੱਧਰ ਰਹਿਣਾ ਕਿ ਇੱਧਰ ਰਹਿਣਾ, ਤੇ ਪਰ ਸਿੱਖ ਰਹੇ ਹਾਂ, ਉੱਧਰ ਵੀ ਲਾਗੂ ਹੋ ਹੀ ਜਾਣਾ ਸਾਰਾ ਕੁਝ, ਫਾਰਮਿੰਗ ਤਾਂ ਸੇਮ ਹੀ ਹੋਣੀ। ਤੁਸੀਂ ਬੈਕਗ੍ਰਾਉਂਡ ਕੋਈ ਖੇਤੀ ਨਾਲ ਨਹੀਂ ਹੈ, ਵੱਡੀ ਗੱਲ ਹੈਗੀ ਹੈ ਕਿ ਬੈਕਗ੍ਰਾਉਂਡ ਖੇਤੀ ਨਾਲ ਨਹੀਂ ਹੈ, ਤੇ ਪਰ ਖੇਤੀ ਦੇ ਨਾਲ ਕੁਦਰਤ ਦੇ ਨਾਲ ਲਗਾਵ ਹੈ। ਤੇ ਨਿਊਜ਼ੀਲੈਂਡ ਤੋਂ ਆਏ ਨੇ, ਤੇ ਨਹੀਂ ਤਾਂ ਵੈਲ ਉੱਥੇ ਸੈਟਲਡ ਸੀਗੇ ਸਾਰਾ ਕੁਝ। ਨਹੀਂ, ਕੀ ਲੋੜ ਪਈ ਸੀ, ਆਪਾਂ ਬਾਹਰ ਮਿਲੇ ਸੀ ਇਹਨਾਂ ਦੇ ਨਾਲ ਜੀ। ਮੈਂ ਜੰਮੂ ਕਸ਼ਮੀਰ ਤੋਂ ਹਾਂ। ਜੰਮੂ ਕਸ਼ਮੀਰ 'ਤੇ ਇਸ ਵਕਤ ਬਹੁਤ ਸਾਰੀਆਂ ਇਨਸੈਕਟੀਸਾਈਡ ਦੀਆਂ, ਪੈਸਟੀਸਾਈਡ ਦੀਆਂ ਫੈਕਟਰੀਆਂ ਲੱਗੀਆਂ ਹਨ। ਉਹ ਦੌੜੋ ਦੌੜ ਐਗਰੀਕਲਚਰ ਡਿਪਾਰਟਮੈਂਟ ਮਿਲੀ ਹੈ ਖੁੱਲ੍ਹਾ, ਜਿੰਨੀਆਂ ਦਵਾਈਆਂ ਬਣਦੀਆਂ ਸਾਰੀਆਂ ਹਿਮਾਚਲ ਜਾਂ ਜੰਮੂ। ਤੇ ਲੋਕਾਂ ਕੀ ਉਹ ਦੇ ਆਈ ਦੇਣ, ਲੋਕ ਅੰਧੇਵਾਹ ਯਾਨੀ ਕਿ ਉਸ ਇਸਤੇਮਾਲ ਕਰਾ ਦੇਣ, ਜਿਹੜਾ ਮੈਨੂੰ ਅੱਛਾ ਲੱਗਦਾ ਮੈਨੂੰ ਯਾਨੀ ਕਿ ਕਿਉਂ ਮੈਂ ਐਗਰੀਕਲਚਰ ਦਾ ਇੰਪਲਾਈ ਰਹਿਦਾ, ਮੈਂ ਰਿਟਾਇਰ ਹਾਂ। ਮੈਂ ਚਾਹੁੰਦਾ ਕਿ ਯਾਨੀ ਕਿ ਇੱਥੋਂ ਇਹ ਲਈਏ ਜਾਂ ਤੇ ਲੋਕਾਂ ਨੂੰ ਦੱਸਾਂ ਕਿ ਇਹ ਜ਼ਹਿਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਕੀ ਇਹ ਲੋਕ ਸਮਝਣਗੇ? ਕਿਉਂਕਿ ਲੋਕ ਤਾਂ ਨਹੀਂ ਸਮਝਦੇ ਨਾ। ਜਿਹਨੇ ਜਿਹੜੇ ਕਿਸਾਨ ਤੇ ਮੈਂ ਤੁਹਾਨੂੰ ਵੀ ਕੁਐਸਚਨ ਕਰੂੰਗਾ ਬਾਈ ਜੀ, ਕਿ ਜਿਹੜੇ ਕਿਸਾਨ ਤੇ ਬਹੁਤ ਸਾਰਾ ਕਰਜ਼ਾ, ਤੇ ਫਿਰ ਉਹ ਕਹੂਗਾ ਕਿ ਯਾਰ ਮੈਂ ਹੋ ਸਕਦਾ ਕਿ ਮੈਂ ਪਹਿਲਾਂ ਇੱਕ ਕਰਜ਼ ਲਾਉਣ ਦੀ ਕੋਸ਼ਿਸ਼ ਕਰਾਂ ਤੇ ਫਿਰ ਮੈਂ ਇੱਧਰ ਆ ਜਾਊਂਗਾ, ਤੇ ਉਸੇ ਚੱਕਰ ਦੇ ਵਿੱਚ ਨਾ ਤਾਂ ਕਰਜ਼ ਲੈਂਦਾ ਤੇ ਨਾ ਉਹ ਧਰਤੀ ਠੀਕ ਕਰਨ ਦੇ ਅਸੀਂ ਬੈਕ ਉੱਥੇ ਜਾ ਰਹੇ ਹਾਂ, ਬੈਕ ਗਿਰ ਤਾਂ ਅਸੀਂ ਪਾ ਹੀ ਨਹੀਂ ਰਹੇ। ਇਹਦਾ ਫਿਰ ਲੱਭਾਂਗੇ ਕੀ ਹੱਲ, ਕੀ ਲੱਭਾਂ? ਬਿਲਕੁਲ ਉਹੀ ਹੈ ਨਾ, ਅਸੀਂ ਖੇਤੀ ਨੂੰ ਜਿਹੜਾ ਹੈਗਾ ਧੰਦਾ ਬਣਾ ਲਿਆ। ਖੇਤੀ ਧੰਦਾ ਨਹੀਂ ਹੈ, ਤਾਂ ਖੇਤੀ ਦਾ ਧਰਮ ਹੈ ਸਾਡਾ। ਸਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ। ਸਾਨੂੰ ਕੁਦਰਤੀ ਖੇਤੀ ਨਹੀਂ ਬਚਾ ਸਕਦੀ। ਜੇ ਮੈਂ ਕਹਾਂ ਕਿ ਮੈਨੂੰ ਕੁਦਰਤੀ ਖੇਤੀ ਬਚਾ ਲੂਗੀ, ਕੁਦਰਤੀ ਖੇਤੀ ਨਹੀਂ ਬਚਾ ਸਕਦੀ। ਤੁਹਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ, ਤੁਹਾਨੂੰ ਮਿਨੀਮਲਿਸਟ ਬਣਨਾ ਪੈਣਾ ਹੈ। ਸਾਨੂੰ ਹੁਣ ਜਿਹੜਾ ਹੈਗਾ ਬੜਾ ਥੋੜ੍ਹਾ ਜਿਹਾ ਕਰੜਾ ਸ਼ਬਦ ਹੈਗੇ ਆ ਕਿ ਅਸੀਂ ਜ਼ੀਰਾ ਸ਼ਰਾਬ ਫੈਕਟਰੀ ਦਾ ਤਾਂ ਵਿਰੋਧ ਕਰਦੇ ਹਾਂ, ਪਰ ਪੀਣ ਲਈ ਸ਼ਰਾਬ ਚਾਹੀਦੀ ਹੈ। ਤਾਂ ਹੁਣ ਉਹ ਸ਼ਰਾਬ ਕਿੱਥੋਂ ਆਊਗੀ? ਉਹ ਫੈਕਟਰੀ 'ਚ ਬਣਨੀ ਹੈ। ਸਾਨੂੰ ਰੰਗ ਬਰੰਗੇ ਕੱਪੜੇ ਵੀ ਚਾਹੀਦੇ ਆ, ਤਾਂ ਡਾਈਇੰਗ ਇੰਡਸਟਰੀ ਦਾ ਅਸੀਂ ਵਿਰੋਧ ਕਰਦੇ ਹਾਂ। ਤਾਂ ਇਹ ਕਿਵੇਂ ਚੱਲੂਗਾ? ਸਾਨੂੰ ਆਪਣੀਆਂ ਜ਼ਰੂਰਤਾਂ ਤਾਂ ਘਟਾਉਣੀਆਂ ਪੈਣੀਆਂ ਨਾ। ਸਾਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਸੋਚਣਾ ਪੈਣਾ ਹੈ ਕਿ ਮੈਂ ਕੁਦਰਤ ਦਾ ਕਿੰਨਾ ਨੁਕਸਾਨ ਕਰ ਰਿਹਾ। ਤਾਂ ਸਾਨੂੰ ਆਪਣੀਆਂ ਜ਼ਰੂਰਤਾਂ ਘਟਾਉਣੀਆਂ ਪੈਣੀਆਂ, ਸਾਨੂੰ ਮਿਨੀਮਲਿਸਟ ਬਣਨਾ ਪੈਣਾ ਹੈ। ਇਹ ਵੀ ਜਾਣਾਂਗੇ ਅਸੀਂ ਤੁਹਾਡੇ ਤੋਂ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਘਟਾਈਆਂ ਕਿਵੇਂ, ਕਿਉਂਕਿ ਇਹ ਇੱਕ ਵੱਡੀ ਚੀਜ਼ ਹੈਗੀ ਆ ਕਿ ਕਿਵੇਂ ਅਸੀਂ ਆਪਣੀਆਂ ਚੀਜ਼ਾਂ ਲੋੜਾਂ ਨੂੰ ਘਟਾ ਸਕਦੇ ਹਾਂ। ਵਾਪਸ ਅਸੀਂ ਜੇ ਕੁਦਰਤ ਵੱਲ ਆਵਾਂਗੇ ਤਾਂ ਹੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਦੱਸ ਦਿਓ ਬਾਈ। ਹਾਂਜੀ ਭਾਈ ਜੀ, ਮੇਰਾ ਨਾਮ ਗਜਿੰਦਰ ਸਿੰਘ ਹੈ। ਮੈਂ ਗੰਗਾਨਗਰ ਰਾਜਸਥਾਨ ਤੋਂ ਬਿਲੋਂਗ ਕਰਦਾ, ਅਤੇ ਮੈਂ ਐਗਰੀਕਲਚਰ ਫੈਮਿਲੀ ਨਾਲ ਹੀ ਸੰਬੰਧ ਰੱਖਦਾ। ਪਰ ਪਿਛਲੇ 7 ਸਾਲ ਤੋਂ ਮੈਂ ਆਸਟ੍ਰੇਲੀਆ ਸੀ, ਤਾਂ 3 ਕੁ ਮਹੀਨੇ ਹੋਏ ਮੈਨੂੰ ਵਾਪਸ ਆਏ ਨੂੰ। ਤਾਂ ਜਿਹੜਾ ਮੇਨ ਮੇਰਾ ਇੱਥੇ ਆਉਣ ਦਾ ਮਕਸਦ ਇਹੀ ਹੋਇਆ ਕਿ ਜਿੱਦਾਂ ਸੋਸ਼ਲ ਮੀਡੀਆ ਤੋਂ ਜਾਂ ਹੋਰ ਜਗ੍ਹਾ ਤੋਂ ਵੀ ਅਵੇਅਰਨੈਸ ਇਹ ਆਈ ਕਿ ਕਾਰਪੋਰੇਟਸ ਹੈ ਉਹ ਫੂਡ ਕੰਟਰੋਲ ਕਰ ਰਿਹਾ ਇਸ ਟਾਈਮ, ਅਤੇ ਉਹ ਕਿਉਂ ਕਰ ਰਿਹਾ।
ਉੱਥੇ ਵੀ ਆਪਾਂ ਜੇ ਫੂਡ ਖਾਂਦੇ ਆ ਤਾਂ ਉਹਦਾ ਟੇਸਟ ਨਹੀਂ ਹੈ ਤਾਂ ਉਹਨੂੰ ਮੋਡੀਫਾਈ ਕਰੀ ਜਾਂਦੇ ਆ ਫੂਡ ਨੂੰ, ਤਾਂ ਵੀ ਕੀ ਇਹ ਮਤਲਬ ਸਾਰਾ ਕੁਝ ਉਹਨਾਂ ਦੇ ਆਪਾਂ ਫੂਡ ਖਾਵਾਂਗੇ ਤੇ ਬਿਮਾਰ ਹੋਵਾਂਗੇ ਤੇ ਉਹਨਾਂ ਨੂੰ ਪੈਸੇ ਦੇਈ ਜਾਵਾਂਗੇ, ਇਹੀ ਕੁਝ ਚੱਲੀ ਜਾਊਗਾ। ਤਾਂ ਉਹਦੇ ਲਈ ਔਰ ਦੂਜੀ ਗੱਲ ਮੈਨੂੰ ਮਤਲਬ ਮੇਰੀ ਲਾਈਫ ਸਾਦਗੀ ਨਾਲ ਜਿਉਣ ਦੀ ਥੋੜ੍ਹਾ ਜਿਹਾ ਸੀਗਾ ਵੀ ਸਾਦਗੀ 'ਚ ਜਿਈਏ, ਤਾਂ ਉਹਦੇ ਲਈ ਕੁਦਰਤ ਦੇ ਨੇੜੇ ਹੋਣਾ ਪਊਗਾ ਜੀ, ਕਿਉਂਕਿ ਜੇ ਤੁਸੀਂ ਸਾਦਗੀ ਨਾਲ ਜਿਉਣਾ ਤੁਸੀਂ ਤਾਂ ਸੋਚ ਬਦਲ ਲਈ, ਪਰਿਵਾਰ ਦੀ ਸੋਚ ਕਿਵੇਂ ਬਦਲੋਗੇ ਫਿਰ? ਨਹੀਂ, ਪਰਿਵਾਰ ਦੇਖੋ ਜੀ, ਜੇ ਮੇਰੀ ਵਾਈਫ ਹੈ ਉਹ ਬਿਲਕੁਲ ਮੇਰੇ ਨਾਲ ਹੈ ਤੇ ਮੇਰੀ ਫੈਮਿਲੀ 'ਚ ਹੁਣ ਮਦਰ ਹੈ, ਪਾਪਾ ਦੀ ਡੈਥ ਹੋ ਗਈ ਹੈ ਤਾਂ ਉਹ ਵੀ ਮੇਰੇ ਨਾਲ ਹੈ। ਚਲੋ ਭੈਣਾਂ ਚਾਰੇ ਬਾਹਰ ਨੇ, ਉਹਨਾਂ ਨੂੰ ਮਨਾ ਲਾਂਗੇ ਜੀ ਹੌਲੀ ਹੌਲੀ, ਕੋਈ ਗੱਲ ਨਹੀਂ। ਹਾਂਜੀ ਜੀ ਬਾਈ। ਸਤਿ ਸ਼੍ਰੀ ਅਕਾਲ ਜੀ, ਮੈਂ ਰਿਟਾਇਰਡ ਆਰਮੀ ਅਫਸਰ ਕਰਨਲ ਚਰਨਜੀਤ ਸਿੰਘ ਗਿੱਲ ਹੈ, ਪਟਿਆਲੇ ਨੂੰ ਬਿਲੋਂਗ ਕਰਦਾ ਅਤੇ 2012 ਦੇ ਵਿੱਚ ਮੈਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਸੀਗੀ। ਉਸ ਤੋਂ ਬਾਅਦ 2014 ਮੈਂ ਕੈਨੇਡਾ ਚਲਾ ਗਿਆ ਐਸ PR ਅਤੇ ਉੱਥੋਂ ਦੀ 5-6 ਸਾਲ ਲਾਈਫ ਦੇਖੀ, ਪੂਰਾ US ਕੋਲ ਘੁੰਮਿਆ, ਕੈਲੀਫੋਰਨੀਆ ਦੇਖਿਆ ਵੀ ਸੀ ਕਿਸ ਤਰ੍ਹਾਂ ਫਾਰਮਿੰਗ ਕਰਦੇ ਨੇ, ਬਟ ਉੱਥੇ ਵੀ ਰਿਅਲਾਈਜ਼ ਕੀਤਾ ਕਿ ਅਗੇਨ ਕਾਰਪੋਰੇਟਸ ਹੈ ਸਾਰਾ, ਉੱਥੇ ਵੀ ਇਹੀ ਚੀਜ਼ ਉੱਥੇ ਵੀ ਹੈ, ਇਹ ਵੀ ਚੀਜ਼ ਉੱਥੇ ਵੀ ਹੈਗੀ। ਅਲਟੀਮੇਟਲੀ ਰਿਅਲਾਈਜ਼ ਕੀਤਾ ਕਿ ਸਾਡੇ ਪੰਜਾਬ ਦਾ ਇਹ ਹਾਲ ਹੈ। ਐਟਲੀਸਟ ਮੈਨੂੰ ਸੋਸਾਇਟੀ ਨੇ ਬਹੁਤ ਕੁਝ ਦਿੱਤਾ ਹੈ, ਉਸ ਲੈਵਲ 'ਤੇ ਮੈਨੂੰ ਭੇਜਿਆ ਹੈ, ਹੁਣ ਮੇਰਾ ਟਾਈਮ ਹੈ ਸੋਸਾਇਟੀ ਨੂੰ ਵਾਪਸ ਦੇਵਾਂ ਇਹ ਚੀਜ਼ਾਂ। ਇਸ ਕਰਕੇ ਮੈਂ 2 ਏਕੜ ਦਾ ਆਰਗੈਨਿਕ ਡਰੈਗਨ ਫਰੂਟ ਫਾਰਮ ਸ਼ੁਰੂ ਕੀਤਾ ਪਟਿਆਲੇ, ਐਂਡ ਸਲੋਲੀ ਉਹਨੂੰ ਇੰਟੀਗ੍ਰੇਟਡ ਫਾਰਮ 'ਚ ਕਨਵਰਟ ਕਰਕੇ ਆਲਰੇਡੀ ਰਜਿਸਟਰ ਕਰਵਾ ਲਿਆ ਆਪਣਾ ਫਾਰਮ ਬਲੂ ਵਾਟਰਸ ਇੰਟੀਗ੍ਰੇਟਡ ਫਾਰਮ, ਅਤੇ ਸ਼ੁਰੂ ਕਰਕੇ ਐਟਲੀਸਟ ਮੈਂ ਕਿਸਾਨਾਂ ਨੂੰ ਐਗਜ਼ਾਮਪਲ ਸੈੱਟ ਕਰਾਂ। ਇਟ ਇਜ਼ ਸੈਟ ਚੈਰਿਟੀ ਬਿਗਨਸ ਐਟ ਹੋਮ, ਤਾਂ ਮੈਂ ਸ਼ੁਰੂ ਕਰਾਂਗਾ ਅਤੇ ਦੂਜੇ ਆਪਣੇ ਫੋਲੋ ਕਰਨਗੇ। ਇਨੀਸ਼ੀਅਲੀ ਕੋਈ ਨਹੀਂ ਮੰਨੇਗਾ। ਹੁਣ ਇੱਥੇ ਹੀ ਰਹੋਗੇ, ਬਾਹਰ ਤਾਂ ਨਹੀਂ ਜਾਂਦੇ? ਨਹੀਂ, ਹੁਣ ਮੈਂ ਇੱਥੇ ਹੀ ਪਰਮਿਟ ਹੈ ਸੈਟਲ ਹੈ। ਥੈਂਕ ਯੂ। ਕਰਨਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤੇਜ ਪ੍ਰਤਾਪ ਸਿੰਘ ਹੈ ਅਤੇ ਮੋਹਾਲੀ ਜ਼ਿਲ੍ਹਾ ਜੀ ਮੇਰਾ, ਅਤੇ ਮੇਰਾ ਬੈਕਗਰਾਊਂਡ ਡੈਰੀ ਤੋਂ ਹੈ ਜੀ। ਅਤੇ ਇੱਥੇ ਆ ਕੇ ਸਰ ਨੂੰ ਜੀਵਨ ਪੱਖੀ ਕੁਦਰਤ ਪੱਖੀ ਜੀਵਨ ਜੀਣਾ ਜਾ ਸਿੱਖਣ ਆਏ ਹਾਂ ਜੀ, ਅਤੇ ਜਾ ਕੇ ਇੰਪਲੀਮੈਂਟ ਕਰਾਂਗੇ। ਕੀ ਬਾਈ ਜੀ ਉਹਨਾਂ ਸਰ ਬਾਰੇ ਕੀ ਸੁਣਿਆ ਸੀਗਾ ਤੁਸੀਂ ਵੀ ਜਿਹੜੀ ਤੁਹਾਨੂੰ ਉਹ ਖਿੱਚ ਲੈ ਕੇ ਆਈ ਹੈ ਇੱਥੇ ਤੱਕ ਆਏ ਤੁਸੀਂ? ਸਰ ਦੀ ਇੰਟਰਵਿਊ ਦੇਖੀ ਸੀਗੀ, ਅਤੇ ਇੰਟਰਵਿਊ ਦੇਖ ਕੇ ਰਿਅਲਾਈਜ਼ ਹੋਇਆ ਤਾਂ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਹੈ। ਕਹਿਣੇ 'ਚੋਂ ਆਉਂਦਾ ਜੀ ਵੀ ਆਪਣਾ ਵੀ ਪਰਮਾਤਮਾ ਕੁਦਰਤ 'ਚ ਰਹਿੰਦਾ ਹੈ, ਪਰ ਕੁਦਰਤ ਹੀ ਪਰਮਾਤਮਾ ਹੈ। ਇਹ ਸਮਝਣਾ ਪਊਗਾ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਖਵਿੰਦਰ ਸਿੰਘ ਹੈ, ਪਿੰਡ ਦੁੱਧੜ, ਜ਼ਿਲ੍ਹਾ ਪਟਿਆਲਾ ਜੀ। ਮੈਂ ਕੈਮੀਕਲ ਖੇਤੀ ਕਰਦਾ ਸੀ 20 ਕੁ ਸਾਲ ਤੋਂ। ਹੁਣ ਆਪਣੇ ਪਰਿਵਾਰ ਵਾਸਤੇ 2 ਏਕੜ ਆਰਗੈਨਿਕ ਖੇਤੀ ਸ਼ੁਰੂ ਕਰਨੀ। ਸਿਰਫ ਪਰਿਵਾਰ ਬਾਰੇ ਕਿਉਂ, ਬਾਕੀ ਤੁਹਾਡਾ ਪਰਿਵਾਰ ਆ ਉਹ ਵੀ ਸ਼ੁਰੂ ਕਰੋ ਤੁਸੀਂ, ਜਾਂ ਕਰੋਗੇ ਹੁਣ ਅੱਗੇ ਜਾ ਕੇ? ਨਹੀਂ, ਪਹਿਲਾਂ ਆਪਣੇ ਬਾਰੇ ਸੋਚਾਂਗੇ ਨਾ ਜੀ, ਵੀ ਆਪਾਂ ਸ਼ੁਰੂ ਕਰਕੇ ਫਿਰ ਅੱਗੇ ਵਧਾਵਾਂਗੇ। ਸ਼ੁਰੂ 'ਚ ਅੱਗੇ ਵਧਾ ਲਿਆ ਫਿਰ ਔਖਾ ਹੋ ਜਾਏਗਾ। ਕਿੰਨੇ ਸਾਲ ਹੋ ਗਏ ਜੀ ਇਹ 2 ਏਕੜ 'ਚ ਆਰਗੈਨਿਕ ਕਰਦੇ? ਸ਼ੁਰੂ ਕਰਨੀ ਹੈ ਜੀ, ਸ਼ੁਰੂ ਕਰਨੀ ਹੈ ਇਸ ਵਾਰ। ਸ਼ੁਰੂ ਪਹਿਲਾਂ ਕਰ ਲਈਏ, ਪਹਿਲਾਂ ਦੇਖ ਤਾਂ ਲਈਏ। ਇਹ ਟ੍ਰੇਨਿੰਗ ਜਿਹੜੀ 5 ਦਿਨ ਦੀ ਲੱਗੀ ਹੈ, ਅੱਜ ਚੌਥਾ ਦਿਨ ਹੈ, ਤੇ ਕਿੰਨਾ ਕੁ ਲੱਗਿਆ ਕਿ ਹਾਂ ਬਹੁਤ ਕੁਝ ਚੀਜ਼ਾਂ ਪਤਾ ਲੱਗੀਆਂ ਨੇ? ਕਾਫੀ ਕੁਝ ਚੀਜ਼ਾਂ ਪਤਾ ਲੱਗੀ ਵੀ ਖੇਤੀ ਬਾਰੇ, ਵੀ ਖੇਤੀ 'ਚ ਇਕੱਲੀ ਕਣਕ ਜੀਰੀ ਤੇ ਨਹੀਂ, ਵਿਭਿੰਨਤਾ ਹੋਣੀ ਚਾਹੀਦੀ ਖੇਤੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਵਿੰਦਰ ਆ, ਮੇਰਾ ਪਿੰਡ ਪਲਾਸੌਰ ਆਪਣਾ ਜ਼ਿਲ੍ਹਾ ਸੰਗਰੂਰ, ਅਤੇ ਬੈਕਗਰਾਊਂਡ ਮੇਰੀ ਕੈਲਗਰੀ ਤੋਂ ਆ। ਮੈਂ ਕੈਨੇਡਾ ਰਹਿੰਦੇ ਨੂੰ 13 ਸਾਲ ਹੋ ਚੁੱਕੇ ਆ, 7 ਸਾਲ ਬਾਅਦ ਆਏ ਹਾਂ ਹੁਣ ਇੱਥੇ। ਸੋ ਇੱਕ ਜਿਹੜਾ ਮੇਰੇ ਮਨ ਦੇ ਵਿੱਚ ਸੀ ਇੱਥੇ ਆਉਣ ਦਾ, ਇੱਕ 2 ਪਹਿਲੂ ਆ ਉਹਦੇ। ਇੱਕ ਖੇਤੀ ਤਾਂ ਮੈਂ ਕਰਦਾ ਨਹੀਂ, ਨਾ ਮੈਨੂੰ ਟਰੈਕਟਰ ਚਲਾਉਣਾ ਆਉਂਦਾ, ਨਾ ਕਦੇ ਘਰਦਿਆਂ ਨੇ ਲਾਇਆ ਅਤੇ ਨਾ ਕਦੇ। ਹੋ ਸਕਦਾ ਕਰ ਲਈਏ, ਹੋ ਸਕਦਾ ਮੁੜ ਆਈਏ, ਪਰ ਮੁੜਨ ਦੀ ਹੈ ਜ਼ਰੂਰ ਇੱਛਾ, 1-2 ਸਾਲ ਬਾਅਦ ਮੁੜ ਆਈਏ। ਮੇਰੇ ਮਨ ਦੇ ਵਿੱਚ ਇੱਕ ਹੀ ਇਹ ਹੁੰਦੀ ਆ ਚੀਜ਼ ਕਿ ਆਪਾਂ ਕਹਿੰਦੇ ਵੀ ਸੋਹਣੇ ਪੰਜਾਬ 'ਚ ਰਹਿਣਾ ਹਰੇਕ ਚਾਹੁੰਦਾ, ਬਣਾਉਣਾ ਕੋਈ ਨਹੀਂ ਚਾਹੁੰਦਾ। ਉਹਦੇ ਲਈ ਤੀਲੀ ਜਿੰਨੀ ਵੀ ਜੇ ਅਸੀਂ ਉਹਦੇ ਵਿੱਚ ਇਨਪੁੱਟ ਪਾ ਸਕੀਏ, ਉਹ ਸਾਡੀ ਕੋਸ਼ਿਸ਼ ਹੈਗੀ ਆ। ਸੋ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਜੋ ਕਰ ਸਕਦੇ ਹੋ। ਕੋਸ਼ਿਸ਼ ਕਰਿਓ, ਜੇ ਵਾਪਸ ਆ ਕੇ ਸ਼ੁਰੂ ਕਰੋ ਤੇ ਚੰਗੀ ਗੱਲ ਹੈ। ਬਿਲਕੁਲ ਬਿਲਕੁਲ, ਉਹੀ ਉਸੇ ਚੀਜ਼ ਲਈ ਬਾਈ ਜੀ ਕੋਲੇ ਪਹੁੰਚੇ ਆ। ਦੇਖੋ, ਇਕੱਲੀ ਖੇਤੀ ਨਹੀਂ, ਇੱਕ ਖੇਤੀ ਇੱਕ ਡਿਫਰੈਂਟ ਚੀਜ਼ ਆ। ਇੱਕ ਅਧਿਆਤਮਕ ਤੌਰ 'ਤੇ ਜੋ ਪੀਸ ਆਫ ਮਾਈਂਡ, ਜੋ ਲਾਈਫ ਸਟਾਈਲ ਤੁਸੀਂ ਲੱਭਣਾ ਚਾਹੁੰਦੇ ਹੋ, ਉਹ ਤੁਹਾਨੂੰ ਆਪਣੇ ਘਰ ਤੋਂ ਬਿਨਾਂ ਕਿਤੇ ਨਹੀਂ ਲੱਭ ਸਕਦਾ। ਚੀਜ਼ਾਂ ਨਾਲ ਸ਼ਾਂਤੀ ਨਹੀਂ ਲੱਭਦੀ, ਸ਼ਾਂਤੀ ਤੁਹਾਨੂੰ ਆਪਣੇ ਪਰਿਵਾਰ 'ਚ, ਆਪਣੇ ਦੇਸ਼ ਦੇ ਵਿੱਚ, ਆਪਣੇ ਖੇਤ 'ਚ ਰਹਿ ਕੇ ਮਿਲ ਸਕਦੀ ਹੈ। ਉਹ ਲੱਭਣ ਲਈ ਕੋਸ਼ਿਸ਼ ਜਾਰੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਪ੍ਰੀਤ ਸਿੰਘ ਆ, ਜ਼ਿਲ੍ਹਾ ਗੁਰਦਾਸਪੁਰ, ਪਿੰਡ ਪੱਬਰ ਵਾਲੀ ਤੋਂ ਆ। ਅਤੇ ਇੱਥੇ ਅਸੀਂ ਕੁਦਰਤੀ ਖੇਤੀ ਕਰਨ ਬਾਰੇ ਆਏ ਸੀ, ਅਤੇ ਸਾਡੇ ਘਰ 'ਚ ਕੁਝ ਇੱਦਾਂ ਦੇ ਹੈਲਥ ਇਸ਼ੂ ਹੋ ਗਏ ਸੀ, ਜਿਸ ਕਰਕੇ ਮੈਂ ਸੋਚਿਆ ਵੀ ਕੁਦਰਤੀ ਖੇਤੀ ਕਰੀਏ। ਅਤੇ ਇੱਥੇ ਆ ਕੇ ਸਾਨੂੰ ਬਹੁਤ ਕੁਝ ਪਤਾ ਲੱਗਾ ਕੁਦਰਤ ਬਾਰੇ, ਅਤੇ ਮਿੱਟੀ ਬਾਰੇ ਕਹਿ ਲਈਏ, ਸਾਰਾ ਕੁਛ ਹੀ ਕੁਦਰਤ ਦੇ ਵਿੱਚ ਜੋ ਇਨਵੋਲਵ ਆ ਚੀਜ਼ਾਂ, ਉਹ ਵੀ ਪਤਾ ਲੱਗਾ। ਉਹ ਤੋਂ ਇਲਾਵਾ ਸਾਨੂੰ ਦੁਨਿਆਵੀ, ਧਾਰਮਿਕ ਕਹਿ ਲਈਏ, ਵੀ ਹਰ ਪੱਖੋਂ ਸਾਨੂੰ ਜਾਣਕਾਰੀ ਮਿਲੀ ਹੈ। ਅਤੇ ਮੈਂ ਤਾਂ ਇਹ ਸੋਚਦਾ ਵੀ ਕੋਈ ਵੀ ਦੁਨਿਆ ਇੱਥੇ ਧਰਤੀ ਵਿੱਚ ਕਹਿ ਲਈਏ ਜਾਂ ਦੁਨਿਆਵੀ,
ਸਾਡੀ ਉਹ ਕੁਰਬਾਨੀ ਮੰਗਦੀ ਹੈ ਤੇ ਉਸ ਲਈ ਸਾਨੂੰ ਕਿਤੇ ਨਾ ਪੱਖੋਂ ਕੁਰਬਾਨੀ ਦੇਣੀ ਪੈਂਦੀ ਆ, ਜਾਂ ਤਾਂ ਕਹਿ ਲਈਏ ਵੀ ਅਸੀਂ ਸਰੀਰਕ ਕਹਿ ਲਈਏ ਜਾਂ ਮਾਨਸਿਕ। ਇਸ ਲਈ ਸਾਨੂੰ ਕੁਦਰਤ ਦੇ, ਮੈਂ ਹੀ ਕਹਿੰਦਾ ਵੀ ਸਾਰੇ ਖੇਤੀ ਕਰਨ ਤੇ ਇਹੀ। ਪਰ ਬਾਈ ਜੀ ਗੱਲ ਇਹ ਵੀ ਆ ਜਾਂਦੀ ਹੈ, ਆਪਾਂ ਅੱਗੇ ਚੱਲਦੇ ਹਾਂ, ਫਿਰ ਮੁਨਾਫਾ ਕੀ ਕਮਾਊਗਾ ਬੰਦਾ? ਮਤਲਬ ਥੋੜਾ ਬਹੁਤ ਮੁਨਾਫਾ ਕਿਸ ਤਰੀਕੇ ਦੇ ਨਾਲ ਇਸ ਕੁਦਰਤੀ ਢੰਗ ਨਾਲ ਵੀ ਕਮਾਇਆ ਜਾ ਸਕਦਾ? ਮੁਨਾਫਾ ਕਾਹਦੇ ਲਈ ਕਮਾਊਗਾ? ਮੁਨਾਫਾ ਕਾਹਦੇ ਲਈ ਚਾਹੀਦਾ? ਜੇ ਘਰ ਹੈ, ਪਰਿਵਾਰ ਹੈ, ਕੁਝ ਬੱਚੇ ਆਉਂਦੀਆਂ ਨੇ, ਉਹਨਾਂ ਦੀਆਂ ਲੋੜਾਂ, ਹਾਂ, ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਜੇ ਉਹੀ ਸਾਰੀਆਂ ਲੋੜਾਂ ਤੁਹਾਡੀ ਮਿੱਟੀ ਪੂਰੀਆਂ ਕਰ ਦੇਵੇ, ਫਿਰ ਤਾਂ ਤੁਹਾਨੂੰ ਵਸਤੂਆਂ ਦੀ ਜ਼ਰੂਰਤ ਨਹੀਂ ਹੈ। ਨਹੀਂ, ਹੁਣ ਬੱਚੇ ਨੇ ਨਾ ਕਹਿੰਦੇ ਨੇ ਕਿ 1.5 ਲੱਖ ਦਾ ਜਾਂ 2 ਲੱਖ ਦਾ ਤਾਂ ਮੈਨੂੰ ਆਈਫੋਨ ਚਾਹੀਦਾ, ਫਿਰ ਉਹ ਕਿੱਥੋਂ ਲੈ ਕੇ ਦੇਵੇ ਵਿਚਾਰਾ? ਸਾਨੂੰ ਤੁਹਾਨੂੰ ਆਪਣੀਆਂ ਜ਼ਰੂਰਤਾਂ ਤਾਂ ਘਟਾਉਣੀਆਂ ਪੈਣੀਆਂ, ਠੀਕ ਹੈ, ਸਾਨੂੰ ਆਪਣੀਆਂ ਜ਼ਰੂਰਤਾਂ ਘਟਾਉਣੀਆਂ ਪੈਣੀਆਂ। ਤੇ ਇਹਨਾਂ ਵਸਤੂਆਂ ਦੇ ਨਾਲ ਜਿਹੜੀਆਂ ਹੈਗੀਆਂ ਵਸਤੂਆਂ ਦੇ ਨਾਲ ਇਹਨਾਂ ਨਾਲ ਖੁਸ਼ੀ ਨਹੀਂ ਮਿਲਦੀ। ਜੇ ਵਸਤੂਆਂ ਦੇ ਨਾਲ ਖੁਸ਼ੀ ਮਿਲਦੀ ਹੋਵੇ, ਤੁਹਾਨੂੰ ਇੱਕ ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਇੱਕ ਬੰਦਾ ਰਾਜਸਥਾਨ ਜੈਪੁਰ ਦੇ ਵਿੱਚ ਟਿੱਬਿਆਂ ਤੇ ਬੈਠਾ ਹੈ, ਜਿਹਦੇ ਕੋਲੇ ਇੱਕ ਝੌਂਪੜੀ ਹੈ, ਉਹਦੇ ਕੋਲੇ ਲਾਈਟ ਨਹੀਂ ਗਈ, ਰੋਡ ਨਹੀਂ ਗਈ। ਇੱਕ ਬੰਦਾ ਇੱਥੇ ਸੋਹਣਗੜ੍ਹ ਦੇ ਵਿੱਚ ਬੈਠਾ ਹੈ, ਉਹਦੇ ਕੋਲੇ ਲਾਈਟ ਵੀ ਹੈਗੀ ਹੈ, ਪੱਕੀ ਰੋਡ ਵੀ ਹੈਗੀ ਹੈ, ਘਰ ਵਧੀਆ ਪੱਕਾ ਪਿਆ ਹੋਇਆ। ਇੱਕ ਬੰਦਾ ਅਮਰੀਕਾ ਦੇ ਵਿੱਚ ਬੈਠਾ ਹੈਗਾ, ਉਹਦੇ ਕੋਲੇ ਸਾਰੀਆਂ ਸੁੱਖ ਸਹੂਲਤਾਂ ਨੇ, ਫੋਨ ਤੇ ਉੱਤੇ ਆਨਲਾਈਨ ਸ਼ਾਪਿੰਗ ਵੀ ਕਰ ਲੂਗਾ, ਜੋ ਕੁਛ ਹੈਗਾ। ਹੁਣ ਜੇਕਰ ਵਸਤੂਆਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਿਹਦੇ ਕੋਲੇ ਹੈ? ਉਹ ਜਿਹੜਾ ਅਮਰੀਕਾ 'ਚ ਬੈਠਾ ਹੈ। ਤੇ ਸਭ ਤੋਂ ਘੱਟ ਵਸਤੂਆਂ ਕਿਹਦੇ ਕੋਲੇ ਹੈ? ਜਿਹੜਾ ਉਹ ਟਿੱਬਿਆਂ ਦੇ ਉੱਤੇ ਬੈਠਾ ਹੈਗਾ, ਪਾਣੀ ਵੀ ਦੂਰ ਤੋਂ ਚੱਕ ਕੇ ਲੈ ਕੇ ਆਉਂਦਾ ਹੈਗਾ ਸਿਰ ਤੇ, ਠੀਕ ਹੈ। ਜੇ ਹੁਣ ਸਮੇਂ ਦੀ ਗੱਲ ਕਰੀਏ ਤਾਂ ਸਮਾਂ ਕਿਹਦੇ ਕੋਲੇ ਜ਼ਿਆਦਾ ਹੈ? ਉਹਦੇ ਕੋਲੇ ਹੈ। ਜੇ ਹੈਪੀਨੈਸ ਦੀ, ਖੁਸ਼ੀ ਦੀ ਗੱਲ ਕਰੀਏ ਤਾਂ ਨੀਂਦ ਕਿਹਦੇ ਕੋਲੇ ਹੈ? ਉਹਦੇ ਕੋਲੇ ਹੈ। ਰਾਤ ਨੂੰ ਬਿਨਾਂ ਉਹਨੂੰ ਕਿਸੇ ਗੋਲੀ ਲਏ ਤੋਂ ਨੀਂਦ ਆਉਂਦੀ ਹੈ, ਠੀਕ ਹੈ, ਬਿਨਾਂ ਉਹਨੂੰ ਤੇਜ਼ਾਬ ਦੀ ਗੋਲੀ ਵੀ ਨਹੀਂ ਲੈਣੀ ਪੈਂਦੀ ਉਹਨੂੰ। ਤਾਂ ਖੁਸ਼ੀ ਕੀ ਹੈ? ਕਿ ਵਸਤੂਆਂ ਦੇ ਆਉਣ ਦੇ ਨਾਲ ਖੁਸ਼ੀ ਮਿਲਦੀ ਹੈ? ਵਸਤੂਆਂ ਦੇ ਨਾਲ ਖੁਸ਼ੀ ਨਹੀਂ ਮਿਲਦੀ। ਇਹ ਜਿਹੜੇ ਸਾਰੇ ਲੋਕ ਬੈਠੇ ਨੇ, ਜੇ ਮਿਲਦੀ ਵੀ ਹੈ ਟੈਂਪਰੇਰੀ ਆ, ਕੁਝ ਸਮੇਂ ਲਈ। ਤਾਂ ਜਿਹੜੇ ਲੋਕ ਬੈਠੇ ਨੇ, ਇਹ ਸਭ ਕੋਲੇ ਵਸਤੂਆਂ ਨੇ ਬਹੁਤ, ਠੀਕ ਹੈ, ਇਹ ਵਸਤੂਆਂ ਦੇ ਨਾਲ ਖੁਸ਼ੀ ਨਹੀਂ ਮਿਲਦੀ। ਇਹ ਹੁਣ ਕੋਈ ਅਮਰੀਕਾ 'ਚ ਬੈਠਾ, ਕੋਈ ਕੈਨੇਡਾ ਦੇ ਵਿੱਚ ਬੈਠਾ ਹੈਗਾ, ਕੀ ਚੀਜ਼ ਦੀ ਘਾਟ ਹੈ? ਸਭ ਕੁਝ ਉੱਥੇ ਜਿਹੜਾ ਹੈਗਾ। ਉਹ ਬਾਈ ਜੀ ਜਿਹੜੇ ਹੁਣ ਪਹਿਲਾ ਨੰਬਰ ਤੁਹਾਨੂੰ ਮਿਲਾਇਆ ਸੀਗਾ, ਉਹ ਕਹਿੰਦੇ ਮੇਰੇ ਕੋਲੇ 4 ਗੱਡੀਆਂ ਖੜੀਆਂ ਨੇ ਘਰੇ, ਕਰੋੜ ਵਾਲੀਆਂ, ਤੇ ਪਰ ਖੁਸ਼ੀ ਨਹੀਂ ਹੈ। ਖੁਸ਼ੀ ਤਾਂ ਤੁਹਾਨੂੰ ਕੁਦਰਤ ਦੀ ਗੋਦ ਦੇ ਵਿੱਚ ਜਾ ਕੇ ਹੈ, ਕੋਐਗਜ਼ਿਸਟੈਂਸ ਦੇ ਵਿੱਚ ਹੈ, ਜਿੱਥੇ ਸਭ ਕੁਝ। ਤੁਹਾਨੂੰ ਹੈ ਭਰੋਸਾ ਵੀ ਮੋੜ ਲਿਆਓਗੇ ਸਾਰਿਆਂ ਨੂੰ ਇੱਕ ਕਰਕੇ? ਹਾਂ, ਬਿਲਕੁਲ। ਅਸੀਂ ਆਪਣਾ ਯੋਗਦਾਨ ਜਿੰਨਾ ਕੁ ਪੈ ਸਕਦਾ ਹੈਗਾ ਤੇ ਕੋਸ਼ਿਸ਼ ਕਰ ਰਹੇ ਹੈਗੇ ਆ, ਜਿੰਨੀ ਆਪਣੀ ਵਾਹ ਹੈਗੀ ਉਹ ਲਾ ਰਹੇ ਹੈਗੇ ਆ ਕਿ ਇਸ ਕੁਦਰਤ ਨੂੰ ਬਚਾਉਣ ਵਾਸਤੇ, ਇਸ ਪੰਜਾਬ ਨੂੰ ਬਚਾਉਣ ਵਾਸਤੇ ਜਿੰਨੀ ਵਾਹ ਲੱਗ ਸਕਦੇ, ਜਿੰਨੀ એનર્ਜੀ, ਜਿੰਨੀ ਊਰਜਾ ਦਿੱਤੀ ਹੈ ਕੁਦਰਤ ਨੇ, ਉਹਨੂੰ ਲਾਈਏ। ਅੱਛਾ, ਆਪਾਂ ਫਟਾਫਟ ਆਪਾਂ ਪੁੱਛ ਲਈਏ ਕਿੱਥੋਂ ਆਏ ਨੇ ਸਾਰੇ, ਚਾਹੇ ਤੁਸੀਂ ਬੈਠ ਕੇ ਹੀ ਆਪਾਂ ਬੈਠ ਹੀ ਜਾਓ, ਆਪਾਂ ਗੱਲ ਕਰ ਲੈਂਦੇ ਹਾਂ। ਦੱਸ ਦਿਓ ਆਪਣੇ ਬਾਰੇ। ਹਾਂਜੀ, ਗੁਰਪਾਲ ਸਿੰਘ ਪੰਧੇਰ, ਆਪਣੇ ਗੁਰਦਾਸਪੁਰ ਤੋਂ ਮੈਂ ਆਪਣੇ, ਤੇ ਪੰਧੇਰ ਨੈਚੁਰਲ ਫਾਰਮ ਆਪਣਾ ਹੈਗਾ, ਤੇ ਸਰਕਾਰੀ ਟੀਚਰ ਆ ਮੈਂ, ਤੇ ਵਾਈਫ ਵੀ ਟੀਚਰ ਆ। ਤੇ ਬਟ ਇੱਥੇ ਉਹ ਜਿਸ ਤਰ੍ਹਾਂ ਸਾਨੂੰ ਪ੍ਰੋਬਲਮਸ ਹੈਗੀਆਂ ਨਾ ਕੁਦਰਤੀ ਖੇਤੀ 'ਚ ਆਉਂਦੀਆਂ ਸੀ, ਮੈਂ 2014 ਤੋਂ ਕਰ ਰਿਹਾ, ਬਟ ਉਹ ਆਪਣੇ ਲਈ ਕਰ ਰਹੇ ਇਸ ਤਰ੍ਹਾਂ ਥੋੜ੍ਹੀ 4 ਚੱਕਰ ਵਾਲਾ ਤੋਂ। ਤੇ ਬਟ ਜਿੰਨੀਆਂ ਮੁਸ਼ਕਲਾਂ ਸੀ ਇੰਟੀਗ੍ਰੇਟ ਫਾਰਮ ਜਿਸ ਤਰ੍ਹਾਂ ਹੋਇਆ, ਇੰਟਰਕ੍ਰੋਪਿੰਗ ਦੀਆਂ ਸਾਰੀਆਂ ਇੱਕੋ ਥਾਂ ਕੰਪਲੀਟ ਹੋ ਗਈਆਂ ਮੇਰੀਆਂ। ਜਿੰਨੀਆਂ ਸ਼ੰਕਾਵਾਂ ਸੀ ਨਾ, ਜਿਹੜੀਆਂ ਜਿੰਨੇ ਵੀ ਆਪਣੇ ਹੈਗੇ ਵਧੀਆ ਜੋ ਵੀ ਜਾਣਕਾਰੀਆਂ ਸੀ, ਸਾਰੀ ਇੱਕੋ ਥਾਂ ਹੀ ਹੋ ਗਈਆਂ। ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਆ, ਜਿਸ ਤਰ੍ਹਾਂ ਮੈਂ ਅੱਗੇ ਆਪਣੇ ਕਿਸਾਨਾਂ ਨੂੰ ਦੱਸ ਸਕਦਾ ਵਾਂ। ਤੇ ਇਨ ਫਿਊਚਰ ਆਪਣੇ ਭਾਈ ਨੂੰ ਕਹਿ ਕੇ ਆਪਣਾ ਜਿਹੜਾ ਗੁਰਦਾਸਪੁਰ 'ਚ ਮਾਡਲ ਤਿਆਰ ਕਰਨਾ ਇੱਕ ਵਧੀਆ ਤਰ੍ਹਾਂ, ਤੇ ਉਹ ਕਰਾਂਗੇ, ਆਪਣੀ ਹੈਲਪ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਹਿਕਦੀਪ ਸਿੰਘ ਆ। ਮੈਂ ਪਿੰਡ ਪੋਰਸ਼ੀ ਰਾਜਪੂਤਾਂ ਤੋਂ, ਤਹਿਸੀਲ ਬਾਬਾ ਬਕਾਲਾ, ਡਿਸਟ੍ਰਿਕਟ ਅੰਮ੍ਰਿਤਸਰ ਤੋਂ। ਮੇਰੀ ਬੈਕਗਰਾਊਂਡ, ਮੈਂ BSc ਨਰਸਿੰਗ ਕੀਤੀ ਸੀਗੀ, ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ 2017 ਤੋਂ 20 ਤੱਕ ਮੈਂ ਕੀਤੀ ਕੁਦਰਤੀ ਖੇਤੀ। ਫਿਰ ਮੈਂ ਚਲ ਗਿਆ ਜੀ ਫੋਰਨ ਕੈਨੇਡਾ, ਤੇ ਉੱਥੇ 2 ਸਾਲ ਰਹਿ ਗਏ ਹਾਂ। ਤੇ ਇਨ ਬਿਟਵੀਨ ਇੱਥੇ ਮੈਂ ਕੁਦਰਤੀ ਖੇਤੀ ਵੀ ਕੀਤੀ ਸੀਗੀ, ਤੇ ਉਹਦੇ ਵਿੱਚ ਜਿਸ ਤਰ੍ਹਾਂ ਇੱਥੇ ਬਹੁਤ ਵਧੀਆ ਜੀਵਨ ਜੀਤਾ। ਤੇ ਉੱਥੇ ਗਏ, ਮੁਸ਼ਕਲਾਂ ਆਈਆਂ ਕਾਫੀ, ਤੇ 6 ਮਹੀਨੇ ਜੀ ਪਤਾ ਲੱਗ ਗਿਆ ਸੀਗਾ ਕਿ ਉੱਥੇ ਦਾ ਤੇ ਇੱਥੋਂ ਦਾ ਕੰਪੈਰੀਜ਼ਨ ਕੀ ਸੀਗਾ। ਤੇ ਫਿਰ ਵਾਪਸ ਆ ਗਏ ਹੁਣ ਪੱਕੇ? 1.5 ਸਾਲ ਪਹਿਲਾਂ ਸੋਚਿਆ ਸੀਗਾ ਕਿ ਜਾ ਕੇ ਉੱਥੇ ਕੁਦਰਤੀ ਖੇਤੀ ਹੀ ਕਰਨੀ ਹੈ, ਜੋ ਮਰਜ਼ੀ ਹੋ ਜੇ। ਬਟ ਇੱਕ ਹੁੰਦਾ ਨਾ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਜਾਣਾ, ਕਦੋਂ ਨਹੀਂ ਜਾਣਾ। 2 ਸਾਲ ਲੱਗਣੇ, 5 ਸਾਲ ਲੱਗਣੇ, 10 ਸਾਲ ਲੱਗਣੇ। ਬਟ ਜਿਸ ਤਰ੍ਹਾਂ ਟਾਈਮ ਪੀਰੀਅਡ ਲਾਗੇ ਆਉਂਦਾ ਗਿਆ, ਉਸੇ ਤਰ੍ਹਾਂ ਹੀ ਮਤਲਬ ਮੇਰੀ ਹੋਰ ਇਹੀ ਹੋ ਗਿਆ ਕਿ ਹਾਂ ਆਪਾਂ ਜਾਵਾਂਗੇ ਉੱਥੇ, ਤੇ ਜਾ ਕੇ ਕੁਦਰਤੀ ਖੇਤੀ ਹੀ ਕਰਾਂਗੇ। ਬਟ ਐਟ ਦਾ ਟਾਈਮ ਮੇਰੀ ਫੈਮਿਲੀ ਮੇਰੇ ਨਾਲ ਆ, ਤੇ ਰਸਤੇ ਸਾਰੇ ਖੁੱਲ੍ਹੇ ਪਏ ਆ, ਤੇ ਆਪਾਂ ਹੁਣ ਇੱਥੇ ਪੰਜਾਬ ਵਾਸਤੇ ਜਿਹੜਾ ਹੈਗਾ ਵਾ ਇੱਥੇ ਆਏ ਆ। ਆਪਣੀ ਫੈਮਿਲੀ ਤੁਹਾਡੇ ਹੱਥ 'ਚ ਹੈਗੀ ਆ? ਮੇਰੇ ਹੱਥ 'ਚ ਸਭ ਕੁਛ ਆ ਜੀ, ਬੰਦੇ ਦੇ ਹੱਥ ਵਿੱਚ ਸਭ ਕੁਛ ਹੁੰਦਾ, ਚੋਇਸ ਹੁੰਦੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ, ਮੈਂ BSc MSc ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਆ। ਮੈਂ ਇੱਥੇ ਇਹੀ ਦੇਖਣਾ ਚਾਹੁੰਦਾ ਸੀ ਵੀ ਲੋਕ ਹਰ ਕੋਈ ਕੁਦਰਤੀ ਕਰ ਰਿਹਾ, ਵੀ ਸਾਨੂੰ ਕੁਦਰਤੀ ਖਾਣਾ ਮਿਲੇ, ਪਰ ਕੁਦਰਤ ਨਾਲ ਜੁੜ ਕੇ ਕੋਈ ਨਹੀਂ ਰਹਿਣਾ ਚਾਹੁੰਦਾ। ਸਾਰੇ ਕੁਦਰਤ ਤੋਂ ਦੂਰ ਹੋ ਕੇ
ਤੇ ਖੁਸ਼ੀਆਂ ਕੁਦਰਤ ਵਾਲੀਆਂ ਭਾਲ ਰਹੇ ਆ। ਇੱਥੇ ਆ ਕਿ ਕੀ ਲੱਗਿਆ ਕਿ ਆਪਣੇ ਬਜ਼ੁਰਗਾਂ ਵਾਲਾ ਜਾਂ ਦਾਦੇ ਪੜਦਾਦੇ ਵਾਲਾ ਲੱਗਿਆ ਤੁਹਾਨੂੰ, ਥੋੜਾ ਜਿਹਾ ਅਹਿਸਾਸ ਹੋਇਆ ਵੀ ਹਾਂ ਯਾਰ ਉਸ ਵੇਲੇ ਇਸ ਤਰੀਕੇ ਨਾਲ ਹੁੰਦਾ ਸੀ ਸ਼ਾਇਦ? ਮੈਂ ਇਹੀ ਤਾਂ ਸਮਝਣਾ ਚਾਹੁੰਦਾ ਸੀ ਵੀ ਉਹ ਸਮੇਂ ਬਿਨਾਂ ਜ਼ਹਿਰਾਂ ਤੋਂ, ਬਿਨਾਂ ਸਾਰੇ ਕਾਸੇ ਤੋਂ ਕਿਵੇਂ ਸਿਸਟਮ ਚੱਲ ਰਿਹਾ ਸੀ, ਜਿਹੜਾ ਤੋੜ ਕੇ ਇਹਨਾਂ ਨੇ ਸਭ ਕੁਝ ਸਾਨੂੰ ਜ਼ਹਿਰਾਂ ਵਾਲਾ ਬਿਮਾਰ ਪੰਜਾਬ, ਇੱਕ ਤਰ੍ਹਾਂ ਨਾਲ ਮਰਦੀ ਹੋਈ ਸੱਭਿਅਤਾ ਦੇਤੀ ਸਾਨੂੰ। ਮੈਂ ਉਸੇ ਲਈ ਇੱਥੇ ਆਇਆ ਵੀ ਮੈਂ ਦੇਖਾਂ ਵੀ ਕੀ ਫਰਕ ਹੈ ਜ਼ਹਿਰਾਂ ਵਾਲੀ ਖੇਤੀ ਦੇ ਵਿੱਚ ਤੇ ਬਿਨਾਂ ਜ਼ਹਿਰਾਂ ਵਾਲੀ ਖੇਤੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਰਮਲ ਸਿੰਘ ਹੈ, ਪਿੰਡ ਕਰੀਰ ਵਾਲੀ ਤੋਂ। ਤੇ ਇਸ ਸਾਲ ਮੈਂ ਆਪ ਵੀ ਆਪਦੇ ਪਰਿਵਾਰ ਲਈ ਆਰਗੈਨਿਕ ਸ਼ੁਰੂ ਕੀਤੀ ਹੈ ਤੇ ਆਪਦੇ ਫਰੈਂਡ ਸਰਕਲ 'ਚ ਵੀ ਸ਼ੁਰੂ ਕਰਾਈ ਹੋਈ ਹੈ। ਤੇ ਉਹਦੇ ਲਈ ਮੈਂ ਵੱਧ ਤੋਂ ਵੱਧ ਜਿੰਨੀ ਇਨਫੋਰਮੇਸ਼ਨ ਹੋ ਸਕਦੀ ਹੈ ਉਹਦੇ ਲਈ ਮੈਂ ਇਸ ਕੈਂਪ 'ਤੇ ਆਇਆ। ਤੇ ਰਿਸ਼ਤੇਦਾਰ ਵੀ ਮੰਗ ਕੇ ਲੈ ਜਾ ਕਰਨਗੇ, ਫਿਰ ਉਹ ਕਹਿਣਗੇ ਯਾਰ ਤੂੰ ਕਰਦਾ ਹੀ ਆ, ਹੁਣ ਸਾਨੂੰ ਵੀ ਦੇ ਦੇ। ਬਿਲਕੁਲ ਸਰ, ਬਾਕੀ ਜਿੰਨੀ ਇਨਫੋਰਮੇਸ਼ਨ ਹੋਗੀ ਸਰ ਅੱਗੇ ਆਪਾਂ ਦੇਵਾਂਗੇ, ਤਾਂ ਉਹ ਆਪਾਂ ਵੱਧ ਤੋਂ ਵੱਧ ਇਹਦੇ ਨਾਲ ਕਨੈਕਟ ਕਰਾਂਗੇ। ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਕਰਨ ਸਿੰਘ, ਪਿੰਡ ਸਰਾਵਾਂ ਜੀ। ਅਸੀਂ KVM ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਹਾਂ ਅਤੇ ਅਸੀਂ ਨੈਚੁਰਲ ਫਾਰਮਿੰਗ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਉਹਨਾਂ ਨੂੰ ਕਰਵਾਉਂਦੇ ਹਾਂ ਜੀ। ਕੁਛ ਆਪਣੇ ਲਈ ਵੀ ਕਰ ਰਹੇ ਹਾਂ। ਇਸ ਤਰ੍ਹਾਂ ਕਾਫੀ ਲੋਕ ਆ ਜੀ ਜੋ ਸਾਡੇ ਨਾਲ ਜੁੜ ਚੁੱਕੇ ਆ ਜੀ। ਪਿੰਡ ਦੇ ਵਿੱਚੋਂ 20-20, 25-25 ਕਿਸਾਨ ਸਾਡੇ ਨਾਲ ਜੁੜੇ ਹੋਏ ਆ, ਉਹ ਕਰ ਰਹੇ ਆਪਣੇ ਘਰ ਵਾਸਤੇ, ਔਰ ਕਹਿੰਦੇ ਅਸੀਂ ਪਰਮਾਨੈਂਟ ਅੱਗੇ ਲੈ ਕੇ ਜਾ ਰਹੇ ਹੋ ਇਸ ਚੀਜ਼ ਨੂੰ। ਜੀ ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਰਤਾ ਸਿੰਘ, ਡਿਸਟ੍ਰਿਕਟ ਫਰੀਦਕੋਟ, ਪਿੰਡ ਮੇਰਾ ਮਚਾਕੀ ਮਲ ਸਿੰਘ। ਦੇਖੋ ਜੀ, ਜਿਹੜਾ ਇਹ ਕੁਦਰਤੀ ਖੇਤੀ ਹੈ, ਅੱਜ ਕੱਲ੍ਹ ਪੈਸਟੀਸਾਈਡ ਬਹੁਤ ਜ਼ਿਆਦਾ, ਉਹਦੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ। ਫਿਰੋਜ਼ਪੁਰ ਇੱਕ ਪਿੰਡ ਆ, ਉੱਥੇ ਮਿੱਟੀ ਨੂੰ ਵੀ ਕੈਂਸਰ ਹੋਇਆ ਹੋਇਆ, ਤਾਰਾਂ ਲਾਈਆਂ ਹੋਈਆਂ। ਠੀਕ ਹੈ ਜੀ, ਉੱਥੇ ਜਾਣਾ ਨਹੀਂ ਕਿਸੇ ਨੇ, ਜਾਣਾ ਨਹੀਂ ਗਾ। ਤੁਸੀਂ ਉਹ ਪਿੰਡ ਦਾ ਨਾਮ ਮੇਰੇ ਹਜੇ ਸ਼ਾਇਦ ਮਾਈਂਡ 'ਚ ਨਹੀਂ ਗਾ, ਪਰ ਤੁਸੀਂ ਦੇਖੋ ਜੀ ਪੈਸਟੀਸਾਈਡ ਨਾਲ ਬਹੁਤ ਜ਼ਿਆਦਾ ਅੱਜ ਕੱਲ੍ਹ ਬਿਮਾਰੀਆਂ, ਕੈਂਸਰ ਵਗੈਰਾ ਨਿੱਕੇ ਨਿੱਕੇ ਛੋਟੇ ਛੋਟੇ ਬੱਚਿਆਂ ਨੂੰ ਵੀ ਹੋ ਰਿਹਾ ਜੀ। ਜੇ ਆਪਾਂ ਆਰਗੈਨਿਕ ਕਰਾਂਗੇ, ਆਰਗੈਨਿਕ ਖਾਵਾਂਗੇ ਤਾਂ ਆਪਣੀ ਲਾਈਫ ਟਾਈਮ ਵੀ ਦੁੱਗਣੀ ਹੋਗੀ। ਪਿਛਲੇ ਆਪਣੇ ਦਾਦੇ ਪੜਦਾਦੇ 110 ਸਾਲ ਕਿੰਨੀ ਉਮਰ ਭੋਗਦੇ ਸੀ, ਐਂ ਵੱਡੇ ਵੱਡੇ ਕੱਦਾਂ ਵਾਲੇ ਸੀਗੇ। ਅੱਜ ਕੱਲ੍ਹ ਤਾਂ ਕੱਦ, ਯੂਨੀਵਰਸਿਟੀ ਇੱਕ ਦਵਾਈ ਨੂੰ ਪ੍ਰਮੋਟ ਕਰਦੀ ਹੈ ਪੈਸਟੀਸਾਈਡ ਨੂੰ, ਉਹ ਕਹਿੰਦੀ ਕਣਕ ਦਾ ਕੱਦ ਨਹੀਂ ਵਧਣ ਦੇਣਾ। ਜੇ ਕਣਕ ਦਾ ਕੱਦ ਨਾ ਵਧੂਗਾ ਤਾਂ ਆਪਣੀ ਜਨਰੇਸ਼ਨ ਉਹ ਵੀ ਨਹੀਂ ਗਰੋਥ ਹੋਣੀ, ਉਹਦੇ ਨਾਲ ਤਾਂ ਆਪਣਾ ਕੱਦ ਵੀ ਛੋਟਾ। ਅਤੇ ਇਸ ਕਰਕੇ ਜੀ ਜਿਹੜਾ ਪੈਸਟੀਸਾਈਡ ਆ ਉਹ ਆਪਣੇ ਸਰੀਰ ਨੂੰ ਬਹੁਤ ਸਾਈਡ ਇਫੈਕਟ ਪਾਉਂਦਾ ਜੀ। ਹੁਣ ਖੇਰ ਸਾਹਿਬ ਆ, ਇਹਨਾਂ ਤੋਂ ਬੜੇ ਪ੍ਰਭਾਵਿਤ ਹੋਏ ਆ। ਇਹਨਾਂ ਨੇ ਜਿਹੜੀਆਂ ਕੁਦਰਤ ਵਾਲੀਆਂ ਗੱਲਾਂ ਸਾਨੂੰ ਦੱਸੀਆਂ, ਬਹੁਤ ਵਧੀਆ ਦੱਸੀਆਂ ਜੀ। ਬੜੇ ਰੰਗੀਨ ਬੰਦੇ ਆ, ਨੇਚਰ ਦੇ ਬੜੇ ਕੂਲ ਹੈ। ਠੀਕ ਹੈ ਜੀ, ਅਤੇ ਇਸ ਕਰਕੇ ਸਾਨੂੰ ਕੁਦਰਤ ਨਾਲ ਜੁੜਨਾ ਚਾਹੀਦਾ। ਜਿੰਨਾ ਅਸੀਂ ਕੁਦਰਤ ਨਾਲ ਜੁੜਾਂਗੇ ਓਨਾ ਅਸੀਂ ਆਪਦੀ ਲਾਈਫ ਅੱਗੇ ਲੈ ਕੇ ਜਾਵਾਂਗੇ। ਬਿਲਕੁਲ। ਅੱਛਾ ਬਾਈ ਜੀ, ਆਰਗੈਨਿਕ ਅਨਾਜ ਦੀ ਗੱਲ ਹੋਈ ਹੈ ਨਾ, ਕਿ ਅਸੀਂ ਵੀ ਆਰਗੈਨਿਕ ਖਾਈਏ, ਕੁਦਰਤੀ ਤੌਰ 'ਤੇ ਜਿਹੜੀ ਫਸਲ ਤਿਆਰ ਹੋਈ ਹੈ, ਅਤੇ ਇਹ ਚਾਹ ਰਹੇ ਨੇ। ਤਾਂ ਹੋਰ ਮੇਰੇ ਵਰਗੇ ਜਾਂ ਹੋਰ ਬਹੁਤ ਜਿਹੜੇ ਲੋਕ ਦੇਖ ਵੀ ਰਹੇ ਨੇ, ਉਹ ਵੀ ਚਾਹੁੰਦੇ ਹੋਣਗੇ ਕਿ ਯਾਰ ਹਾਂ, ਜੇ ਅਸੀਂ ਕਰ ਨਹੀਂ ਸਕਦੇ ਖੇਤੀ ਤਾਂ ਆਰਗੈਨਿਕ ਘੱਟੋ ਘੱਟ ਖਾ ਤਾਂ ਲਈਏ। ਅਤੇ ਫਿਰ ਇਹ ਵੀ ਤਾਂ ਹੋ ਸਕਦਾ ਕਿ ਇਹ ਜਿਹੜੇ ਨੌਜਵਾਨ ਆਏ ਨੇ, ਇਹ ਆਰਗੈਨਿਕ ਦੀ ਖੇਤੀ ਉਗਾਉਣ ਅੱਗੇ ਜਾ ਕੇ, ਅਤੇ ਉਹਦੀ ਮਾਰਕੀਟਿੰਗ ਕਿਸ ਤਰੀਕੇ ਦੇ ਨਾਲ, ਜਾਂ ਫਰਕ ਕਿੰਨਾ ਕੁ ਹੈ ਜਿਹੜੇ ਜੇ ਮੁਨਾਫੇ ਦੀ ਆਪਾਂ ਗੱਲ ਕਰ ਲਈਏ, ਕਿ ਜੇ ਡਿਮਾਂਡ ਵੱਧਦੀ ਹੈ ਕਿਸੇ ਚੀਜ਼ ਦੀ ਤਾਂ ਨੈਚੁਰਲੀ ਆ ਕਿ ਉਹਦੀ ਕੀਮਤ ਵੀ ਚੰਗੀ ਮਿਲਦੀ ਹੈ। ਹਾਂ ਬਿਲਕੁਲ, ਜਿਹੜਾ ਸਾਨੂੰ ਤੰਦਰੁਸਤ ਰਹਿਣ ਵਾਸਤੇ ਭੋਜਨ ਚਾਹੀਦਾ ਹੈ, ਤਾਂ ਉਹ ਹਰ ਕਿਸੇ ਨੂੰ ਚਾਹੀਦਾ, ਚਾਹੇ ਉਹ ਜੱਜ ਹੈ, ਚਾਹੇ ਉਹ DC ਹੈ, ਚਾਹੇ ਕੋਈ ਵੀ ਹੈ। ਤਾਂ ਆਰਗੈਨਿਕ ਫੂਡ ਤਾਂ ਹਰ ਕੋਈ ਚਾਹੁੰਦਾ ਹੈ, ਪਰ ਖੇਤੀ ਕਰਨਾ ਕੋਈ ਨਹੀਂ ਚਾਹੁੰਦਾ। ਕੌਣ ਕਰੂਗਾ? ਤਾਂ ਕਿਸੇ ਨੂੰ ਤਾਂ ਕਰਨੀ ਪੈਣੀ ਹੈ ਨਾ। ਤਾਂ ਉਹ ਕਰਨ ਵਾਸਤੇ ਜਿਹੜੇ ਹੈਗੇ ਇਹ ਲੋਕ ਸਾਹਮਣੇ ਆਏ ਨੇ। ਇਹਨਾਂ ਲੋਕਾਂ ਲਈ ਤਾਂ ਬੜਾ ਈਜ਼ੀ ਰਸਤਾ ਸੀਗਾ ਪ੍ਰਵਾਸ, ਇਹ ਕਰ ਸਕਦੇ ਸੀ। ਇਹ ਤਾਂ ਕੁਛ ਤਾਂ ਸੈਟਲਡ ਨੇ ਵਧੀਆ ਇਹ, ਅਤੇ ਕੁਛ ਜਾ ਸਕਦੇ ਨੇ। ਆਹ ਗੁਰਪੇਜ ਹੈ, ਗੁਰਪੇਜ ਖੜਾ ਹੋਏ, ਇਹ ਗੁਰਪੇਜ ਲੋਕਾਂ ਨੂੰ ਬਾਹਰ ਭੇਜਦਾ ਹੈ, ਸੈਂਟਰ ਚਲਾਉਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪੇਜ ਸਿੰਘ, ਪਿੰਡ ਸਰਾਵਾਂ, ਜ਼ਿਲ੍ਹਾ ਫਰੀਦਕੋਟ। ਅਤੇ ਮੇਰਾ ਇੰਸਟੀਟਿਊਸ਼ਨ ਹੈ ਜੀ ਆਇਲਸ ਦਾ। ਅਤੇ ਬੇਸਿਕਲੀ ਮੈਨੂੰ ਥੋੜ੍ਹਾ ਜਿਹਾ ਡੇਟਾ ਪਤਾ, ਜਿਵੇਂ ਹੁਣ ਹਰ ਸਾਲ 17 ਤੋਂ 18 ਹਜ਼ਾਰ ਕਰੋੜ ਰੁਪਈਆ ਜਿਹੜਾ ਇੱਕ ਵੈਲਥ ਡਰੇਨ ਹੋ ਰਹੀ ਆ ਆਪਣੀ। ਮੇਰੇ 2-3 ਆਸਪੈਕਟ ਹੈ, ਨਹੀਂ ਤਾਂ ਮੈਂ ਲੱਖ ਸਵਾ ਲੱਖ ਰੁਪਈਆ ਮਹੀਨੇ ਦਾ ਕਮਾ ਰਿਹਾ। ਮੈਨੂੰ ਕੀ ਜ਼ਰੂਰਤ ਸੀ ਮਤਲਬ ਇੱਧਰ ਖੇਤੀ ਵਾਲੇ ਪਾਸੇ ਆਉਣ ਦੀ, ਹੈ ਨਾ। ਤਾਂ 4 ਕਿੱਲੇ ਪਹਿਲੀ ਹੈ ਮੇਰੇ ਫਾਦਰ ਸਾਹਿਬ ਨਾਲ ਕਰ ਰਹੇ, ਚਾਚਾ ਜੀ ਨਾਲ ਕਰ ਰਹੇ ਹੈ। ਉਹਦੇ ਵਿੱਚੋਂ ਮੈਂ 2 ਕਿੱਲੇ ਤਾਂ ਮੈਂ ਬਿਲਕੁਲ ਆਰਗੈਨਿਕ ਕਰ ਲਿਆ, ਬਾਗ ਲਗਾਇਆ ਹੋਇਆ, ਕੁਛ ਹੋਰ ਫਸਲਾਂ ਲਗਾਉਣੇ ਆ। ਅਤੇ 2-3 ਆਸਪੈਕਟ ਤੋਂ ਇੱਕ ਤਾਂ ਇਹ ਹੈ ਕਿ ਯੂਥ ਹੈ ਜਿਹੜਾ, ਇੱਕ ਐਨਰਜੀ ਹੈ ਜਿਹੜੀ ਉਹ ਯੂਥ 'ਚ ਹੈ। ਕਿਤੇ ਵੀ ਇੱਕ ਰੈਵੋਲਿਊਸ਼ਨ ਜਦੋਂ ਆਉਂਦੀ ਹੈ ਕਿਤੇ, ਤਾਂ ਯੂਥ ਦੀ ਐਨਰਜੀ ਨੂੰ ਕਿ ਚੈਨਲਾਈਜ਼ ਕਰਕੇ ਆਉਂਦੀ ਹੈ, ਰਾਈਟ। ਮਹਾਤਮਾ ਗਾਂਧੀ ਜੀ ਨੇ ਜਦੋਂ ਆਜ਼ਾਦੀ ਦੀ ਲਹਿਰ ਤੋਰੀ ਤਾਂ ਯੂਥ ਨੂੰ ਨਾਲ ਤੋਰਿਆ, ਰਾਈਟ। ਅਤੇ ਇਹ ਵੀ ਇੱਕ ਰੈਵੋਲਿਊਸ਼ਨ ਹੈ।
ਇੱਕ ਪਿਛਲੇ 70 ਸਾਲ ਤੋਂ ਆਪਾਂ ਲਗਾਤਾਰ ਪੈਸਟੀਸਾਈਡਸ ਦਾ ਯੂਜ਼ ਕਰਕੇ ਆਪਾਂ ਜਿਹੜਾ ਖੇਤੀ ਕਰ ਰਹੇ ਹਾਂ, ਤੇ ਉਹ ਹਰ ਇੱਕ ਚੀਜ਼ ਇਮਿਊਨ ਹੋ ਰਹੀ ਹੈ ਤਾਂ ਉਹਦੀ ਡੋਜ਼ ਵੱਧਦੀ ਜਾ ਰਹੀ ਹੈ, ਜਿਹਦੇ ਸਾਈਡ ਇਫੈਕਟ ਆਪਾਂ ਨੂੰ ਨਾਰਮਲੀ ਉਹ ਕੋਈ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਕਿ ਕੈਂਸਰ ਹਸਪੀਟਲ ਖੁੱਲ੍ਹ ਰਹੇ ਆ, ਕਿੰਨੀਆਂ ਬਿਮਾਰੀਆਂ ਫੈਲ ਰਹੀਆਂ, ਰਾਈਟ। ਤੇ ਪਤਾ ਹੀ ਨਹੀਂ, ਆਪਾਂ ਨੂੰ ਐਕਸਪੈਕਟ ਵੀ ਨਹੀਂ ਕਰ ਸਕਦੇ, ਆਪਾਂ ਸੋਚ ਵੀ ਨਹੀਂ ਸਕਦੇ ਕਿ ਵੀ ਕੋਈ ਬਿਮਾਰੀ ਹੋ ਸਕਦੀ ਹੈ, ਰਾਈਟ। ਸਕਿਨ ਦੀਆਂ ਕਿੰਨੀਆਂ ਡਿਸੀਜ਼ਸ ਹੈ। ਪਹਿਲਾ ਐਸਪੈਕਟ ਮੇਰਾ ਇਹ ਹੈ ਕਿ ਯੂਥ ਨੂੰ ਕਿਵੇਂ ਰਿਟੇਨ ਕੀਤਾ ਜਾਵੇ। ਹਾਲਾਂਕਿ ਮੇਰੇ ਪ੍ਰੋਫੈਸ਼ਨ ਦੇ ਕੰਟਰਾਸਟਿੰਗ ਆ ਉਹ ਕਿ ਜੇ ਮੈਂ ਤਾਂ ਭੇਜ ਰਿਹਾ ਬੱਚੇ ਹੈ ਨਾ, ਪਰ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਜਦੋਂ ਵੀ ਕੋਈ ਬਾਹਰ ਜਾਂਦਾ ਹੈ ਮਜਬੂਰੀ ਵਾਸੀ ਜਾਂਦਾ ਹੈ, ਕੋਈ ਕਿਸੇ ਦਾ ਦਿਲ ਨਹੀਂ ਕਰਦਾ ਹੈ ਕਿ ਕੋਈ ਜਾਣਾ ਹੈ, ਰਾਈਟ। ਉਹਦੇ ਮਾਈਂਡ 'ਚ ਬੱਚੇ ਦੇ ਪਹਿਲਾਂ ਤੋਂ ਜਦੋਂ 9th 10th 'ਚ ਹੀ ਹੁੰਦਾ ਉਹਦੀ ਬਿਠਾ ਦਿੱਤਾ ਜਾਂਦਾ ਕਿ ਬਾਹਰ ਹੀ ਹੈ ਸਭ ਕੁਛ, ਇੱਧਰ ਕੁਛ ਹੈ ਨਹੀਂ ਹੈ, ਰਾਈਟ। ਤਾਂ ਗਾਈਡੈਂਸ ਦੀ ਕਮੀ ਕਰਕੇ। ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਦੋਂ ਵੀ ਬੱਚੇ ਦਾ ਸਾਡੇ ਕੋਲ, ਕਿਉਂਕਿ ਮੈਂ ਵਿਚਰਦਾ ਇਹਨਾਂ ਚੀਜ਼ਾਂ 'ਚ, ਤਾਂ ਵੀਜ਼ਾ ਆਉਂਦਾ ਬੱਚੇ ਦਾ ਤੇ ਉਸ ਟਾਈਮ ਇੰਨੀ ਖੁਸ਼ੀ ਹੁੰਦੀ ਹੈ ਕਿ ਉਹਦੇ ਬਹੁਤ ਚਾਅ ਹੁੰਦਾ ਨਾ, ਤੇ ਮੈਨੂੰ ਲੱਗਦਾ ਉਹਦੀ ਲਾਈਫ 'ਚ ਲਾਸਟ ਵਾਰੀ ਹੁੰਦੀ ਹੈ ਇਹਦੀ ਇੰਨੀ ਖੁਸ਼ੀ ਜਦੋਂ ਇੱਥੇ ਹੀ ਹੁੰਦਾ ਅਜੇ ਇੰਡੀਆ ਦੇ ਵਿੱਚ ਹੀ। ਅੱਗੇ ਜਾ ਕੇ ਫਿਰ ਪਤਾ ਲੱਗਦਾ, ਜਾ ਕੇ ਫਿਰ ਉਹਨੂੰ ਪਤਾ ਲੱਗ ਜਾਂਦਾ। ਮੇਰੇ ਇੱਕ ਸਟੂਡੈਂਟ ਸੀ, ਹੁਣੇ ਉਹਨਾਂ ਦਾ ਹਫਤਾ ਪਹਿਲਾਂ ਵੀਜ਼ਾ ਆਇਆ ਤੇ ਹੁਣ ਉਹ ਚਲੇ ਗਏ ਆ। ਕੱਲ੍ਹ ਉਹਨਾਂ ਦਾ ਫੋਨ ਆਇਆ ਮੈਨੂੰ, ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਕੰਪੈਰੀਜ਼ਨ ਆ ਇੰਡੀਆ ਤੇ ਕੈਨੇਡਾ ਦਾ, ਮਤਲਬ ਕੀ ਸਟੇਟ ਆਫ ਮਾਈਂਡ ਕੀ ਹੈ ਹੁਣ ਇਸ ਟਾਈਮ ਨਾ। ਕਹਿੰਦੇ ਵੀ ਜਿਹੜੇ ਉਸ ਟਾਈਮ ਨਾ, ਕਹਿੰਦੇ ਅਸੀਂ ਪਹਿਲੇ 2-3 ਮਹੀਨੇ ਜਦੋਂ ਫਾਈਲ ਲਗਾਈ ਹੋਈ ਸੀ ਤਾਂ ਸੁਪਨੇ ਬੁਣੇ ਬਹੁਤ ਸਾਰੇ, ਉੱਥੇ ਜਾ ਕੇ ਇਹ ਕਰਾਂਗੇ ਉਹ ਕਰਾਂਗੇ ਹੈ ਨਾ, ਪਰ ਕਹਿੰਦੇ ਰਿਐਲਿਟੀ 'ਤੇ ਜਦੋਂ ਉਤਰੇ ਹੁਣ ਅਸੀਂ, ਕਹਿੰਦੇ ਕੁਛ ਵੀ ਨਹੀਂ ਹੈਗਾ, ਕੋਈ ਗੱਲ ਕਰਨ ਵਾਲਾ ਨਹੀਂ ਮਿਲ ਰਿਹਾ, ਕਹਿੰਦੇ ਨਾ ਰੋਟੀ ਮਿਲਦੀ ਆ ਘਰ ਦੀ, ਇੱਕ ਹੈਲੋ ਹਾਏ ਆ, ਕਹਿੰਦੇ ਦੂਰੋਂ ਹੈਲੋ ਹਾਏ ਬਸ, ਕਹਿੰਦੇ ਕਿਸੇ ਦਾ ਕੋਈ ਇਮੋਸ਼ਨਲੀ ਅਟੈਚ ਨਹੀਂ ਕਿਸੇ ਨਾਲ, ਸਿਰਫ ਇੱਕ ਮਸ਼ੀਨ ਦੀ ਤਰ੍ਹਾਂ ਕਿ ਸੁਬਾਹ ਆਏ, ਉਹ ਰਣਜੀਤ ਬਾਵੇ ਦਾ ਗਾਣਾ ਕਿ ਕੰਮ ਤੋਂ ਆਇਆ ਕੰਮ ਤੇ ਜਾਣਾ, ਬਸ ਆਹੀ ਦੋ ਹੀ ਗੱਲਾਂ, ਵਿਹਲਾ ਟਾਈਮ ਨਹੀਂ ਹੈ ਜੀ। ਤੇ ਉਹ ਉੱਥੋਂ ਹਟਾਉਣ ਵਾਸਤੇ ਉਹ ਚੀਜ਼ ਤੋਂ, ਚਲੋ ਇੱਕ ਮੈਂ ਕਹਿੰਦਾ ਕਿ ਜੇ ਮੈਂ ਇੱਕ ਤਰ੍ਹਾਂ ਦਾ ਭੇਜ ਵੀ ਰਿਹਾ ਤਾਂ ਮੈਂ ਆਪਣਾ ਐਫਰਟ ਪਾਵਾਂ ਕਿ ਉਹਨਾਂ ਨੂੰ ਮਤਲਬ ਵਾਪਸ ਬੁਲਾਉਣ ਵਾਸਤੇ ਵੀ ਕੁਛ ਨਾ ਕੁਛ ਤਾਂ ਮੈਨੂੰ, ਜਾਂ ਰਿਟੇਨ ਕਰਨ ਵਾਸਤੇ ਐਟਲੀਸਟ, ਜਿਹੜੇ ਚਲੇ ਗਏ ਤਾਂ ਠੀਕ ਹੈ, ਜਿਹੜੇ ਉੱਧਰੋਂ ਇੱਧਰ ਹਜੇ ਸਟਿਲ ਉਹਨਾਂ ਦੇ ਜਾ ਰਹੇ ਹੈ ਤਾਂ ਉਹਨਾਂ ਨੂੰ ਰਿਟੇਨ ਕਰਨ ਵਾਸਤੇ ਕੁਛ ਨਾ ਕੁਛ ਤਾਂ ਕੀਤਾ ਜਾਵੇ। ਬਹੁਤ ਵਧੀਆ ਗੱਲ ਹੈ। ਅੱਗੇ ਗੱਲ ਕਰਦੇ ਹਾਂ ਜੀ। ਮੇਰਾ ਪਿੰਡ ਮੁੱਦਕੀ ਹੈ ਜੀ, ਜ਼ਿਲ੍ਹਾ ਫਿਰੋਜ਼ਪੁਰ। ਨਿੱਕੇ ਹੁੰਦੇ ਤੋਂ ਦੇਖਦੇ ਆ ਰਹੇ ਹਾਂ ਵੀ ਜਦੋਂ ਤੋਂ ਸੁਰਤ ਸੰਭਲੀ ਹੈ ਜੀ, ਬਈ ਜਦੋਂ ਵੱਡੇ ਹੋਏ ਆ ਬਈ ਆਪਾਂ ਦੇਖਦੇ ਹਾਂ ਹੁਣ ਵੀ ਕਿਤਾਬਾਂ 'ਚ ਪੜ੍ਹਿਆ ਵੀ ਪਹਿਲਾਂ ਲੋਕ ਤਕੜੇ ਸੀ, ਵੀ ਭੋਜਨ 'ਚ ਫਰਕ ਸੀ, ਵੀ ਉਮਰਾਂ ਵੱਧ ਸੀਗੀਆਂ ਆਪਣੀਆਂ, ਵੀ ਇਹ ਐਂ ਖੇਤੀ ਕਰਦੇ ਸੀ। ਤਾਂ ਜਿਵੇਂ ਜਿਵੇਂ ਉਹੀ ਕਹਿ ਦਿੰਦੇ ਆ ਨਾ ਹੁਣ ਕਿ ਯਾਰ ਹੁਣ ਤਾਂ ਉਹ ਖੁਰਾਕਾਂ ਹੀ ਨਹੀਂ ਰਹੀਆਂ, ਮੇਨ ਚੀਜ਼ ਆਹ ਗੱਲ ਕਹਿੰਦੇ ਆ ਅਸੀਂ, ਕਾਹ ਤੋਂ ਹੈ ਨਹੀਂ ਗੀਆਂ ਉਹ ਚੀਜ਼ਾਂ ਬਾਰੇ ਸੋਚਦੇ ਸੀ, ਤਾਂ ਕਰਕੇ ਵੀ ਇਹ ਕਾਹ ਤੋਂ ਨਹੀਂ ਗਈਆਂ, ਇਹ ਵੀ ਕਿੱਧਰ ਗਈਆਂ। ਤਾਂ ਇਹ ਸਵਾਲ ਸੀ ਕੁਛ ਬਈ ਖੇਤੀ ਵੀ ਕਰੀਏ, ਜ਼ਮੀਨ ਹੈਗੀ ਹੈ ਵੀ ਕਿਵੇਂ ਕਰੀਏ, ਬਈ ਮੇਨ ਹੈ ਹਰੇਕ, ਕਿਉਂਕਿ ਮੇਰੀ ਉਮਰ ਹੁਣ 22-23 ਸਾਲ ਹੈ ਜੀ, ਹਰੇਕ ਦਾ ਸਵਾਲ ਹੁੰਦਾ ਮੁੰਡੇ ਦਾ ਵੀ ਕਿਵੇਂ ਕਰੀਏ, ਬਈ ਕਿਵੇਂ ਕਰੀਏ, ਕਿਵੇਂ ਹੋਊਗਾ। ਇਹ ਚੀਜ਼ ਸਵਾਲ ਹੀ ਲੈ ਕੇ ਆਏ ਆ ਹੇਅਰ ਸਾਹਿਬ ਕੋਲੇ, ਇਹਨਾਂ ਦੇ ਜਵਾਬ ਮਿਲ ਰਹੇ ਆ, ਹਾਂਜੀ ਮਿਲ ਰਹੇ ਆ ਹੌਲੀ ਹੌਲੀ। ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਤੇ ਮੋਗੇ ਤੋਂ ਬਿਲੋਂਗ ਕਰਦਾ ਜੀ। ਮੈਂ ਨੈਸਲੇ ਦੇ ਵਿੱਚ ਜੌਬ ਕਰਦਾ ਜੀ, ਤੇ ਬਾਈ ਜੀ ਤੋਂ ਹੀ ਪ੍ਰਭਾਵਿਤ ਹੋ ਕੇ ਵੀਡੀਓ ਦੇਖ ਕੇ, ਜਿੱਦਾਂ ਫੈਮਿਲੀ ਦੇ ਵਿੱਚ ਮਤਲਬ ਬਿਮਾਰੀਆਂ ਆਈਆਂ, ਫਾਦਰ ਸਾਹਿਬ ਨੂੰ ਮਤਲਬ 50 ਸਾਲ ਦੀ ਉਮਰ 'ਚ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆਈ, ਤੇ ਮੇਰੇ ਮਤਲਬ ਮਾਮਾ ਜੀ ਦਾ ਲੜਕਾ ਉਹਨਾਂ ਨੂੰ ਮਤਲਬ ਬ੍ਰੇਨ ਟਿਊਮਰ ਦੀ ਆਈ ਪ੍ਰੋਬਲਮ। ਤਾਂ ਉਹ ਸਮਝ ਹੈ ਨਹੀਂ ਸੀ ਕਿ ਸਾਨੂੰ ਵੀ ਇਹ ਕਿੱਦਾਂ ਮਤਲਬ ਆ ਰਹੀਆਂ ਬਿਮਾਰੀਆਂ, ਕਿੱਦਾਂ ਨਹੀਂ, ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਗੱਲ ਹੈ। ਤਾਂ ਬਾਈ ਜੀ ਤੋਂ ਪਤਾ ਲੱਗਾ ਵੀ ਆਪਣਾ ਵੀ ਸਹੀ ਅਸਲ ਵਿੱਚ ਤਾਂ ਆਪਾਂ ਖੁਰਾਕ ਹੀ ਜਿਹੜੀ ਆਪਾਂ ਮਾੜੀ ਖਾ ਰਹੇ ਹਾਂ, ਉਹ ਸਮਝ ਬਣੀ। ਤਾਂ ਫਿਰ ਸੋਚਿਆ ਯਾਰ ਕੁਦਰਤੀ ਖੇਤੀ ਕਰੀਏ, ਤੇ ਪਤਾ ਨਹੀਂ ਸੀ ਕੁਛ, ਬਾਈ ਜੀ ਤੋਂ ਆਪਾਂ ਸਿੱਖਣ ਹੀ ਆਏ ਹਾਂ ਜੀ ਕੁਦਰਤੀ ਖੇਤੀ ਬਾਰੇ। ਹਾਂਜੀ, ਅੱਗੇ ਲੈ ਕੇ ਜਾਓਗੇ ਇਸ ਚੀਜ਼ ਨੂੰ, ਅੱਗੇ ਫੈਲਾਓਗੇ? ਕਰਾਂਗੇ, ਸ਼ੁਰੂ ਕਰਾਂਗੇ। ਬਾਈ ਜੀ ਨੇ ਮਾਡਲ ਦਿੱਤਾ ਇੱਕ ਕਿੱਲੇ ਦੇ ਵਿੱਚ, ਉਹ ਆਪਾਂ ਕਰਾਂਗੇ ਤਿਆਰੀ। जी नमस्कार जी, मेरा नाम सौरभ सैनी है। मैं फ़िलहाल खेती विरासत मिशन च सेवा दे रहा अपनी एज एन असिस्टेंट डायरैक्टर। वैसे रहने वाला मैं पिछोकड़ मेरा हरियाणा का, महेंद्रगढ़ हरियाणा के रहने वाला है। कागजी पढ़ाई तो आज़ाद होके मैं एक ओपन लर्निंग च आया है जिथे मैं किसानों के नाल सीख सकता है। वैसे पढ़ाई कागजी पढ़ाई के तौर पर BSc एग्रीकल्चर की, मास्टर्स की ऑर्गेनिक फार्मिंग च, पोस्ट ग्रेजुएशन डिप्लोमा। बट जदों मैं किसानों के आया, जदों मैं हेयर साहब नूं मिलिया, बाकी होरां नूं मिलिया, उदों एक नवा डायमेंशन देखने को मिला, ਜਿਹੜੀ ਮੈਂ ਉਹਨੂੰ ਜ਼ਹਿਰੀਲਾ ਸਿੱਖਿਆ ਤੰਤਰ ਕਹੂੰਗਾ, ਜਿਹੜਾ ਅੱਜ ਸਿੱਖਿਆ ਤੰਤਰ ਚੱਲ ਰਿਹਾ ਹੈ, ਜਿਹੜਾ ਡਿਗਰੀ ਦੇ ਨਾਮ ਤੇ, BSc ਐਗਰੀਕਲਚਰ ਦੇ ਨਾਮ ਤੇ ਉਹ ਇਕੱਲੇ ਕਾਗਜ਼ ਵੇਚ ਰਹੇ ਹੈ। ਇਨਫੋਰਮੇਸ਼ਨ ਜਾਂ ਨੌਲੇਜ ਜਾਂ ਵਿਜ਼ਡਮ, ਇਹਨਾਂ ਤਿੰਨਾਂ 'ਚੋਂ ਕੋਈ ਵੀ ਚੀਜ਼ ਉਹ ਜਵਾਕਾਂ ਦੇ ਵਿੱਚ ਨਹੀਂ ਪਾ ਰਹੇ। ਪਰ ਮੈਂ
ਬੜੇ ਮਾਣ ਨਾਲ ਇਹ ਗੱਲ ਕਹਿਣਾ ਹੈ ਕਿ ਮੈਂ ਬੜਾ ਸੁਭਾਗਿਆਸ਼ਾਲੀ ਹਾਂ ਕਿ ਮੈਨੂੰ ਕਿਸਾਨਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ। ਜਦੋਂ ਮੈਂ ਕਿਸਾਨਾਂ ਦੇ ਵਿੱਚ ਵਿਚਰਿਆ, ਕਿਸਾਨਾਂ ਤੋਂ ਮੈਂ ਸਿੱਖਿਆ, ਤੇ ਜਦੋਂ ਕਿਸਾਨਾਂ ਨਾਲ ਮੈਂ ਗੱਲ ਕਰਦਾ ਜਾਂ ਕੋਈ ਮੈਨੂੰ ਪੁੱਛੇ ਮੈਨੂੰ ਸਭ ਤੋਂ ਜ਼ਿਆਦਾ ਦਿਲ ਦੇ ਕਰੀਬ ਕਿਹੜੀ ਚੀਜ਼ ਹੈ, ਤਾਂ ਉਹ ਹੈ ਬਜ਼ੁਰਗ ਕਿਸਾਨਾਂ ਕੋਲ ਜਿਹੜੇ ਐਕਸਪੀਰੀਅੰਸ ਕਿਸਾਨ ਹੈ ਜਾਂ ਨੌਜਵਾਨ ਵੀ ਹੈ, ਜਿਹੜੇ ਆਪਣੇ ਲੈਵਲ ਤੇ ਕੁਛ ਨਾ ਕੁਛ ਨਵਾਂ ਉੱਦਮ ਕਰ ਰਹੇ ਹੈ ਸਮਾਜ ਤੋਂ ਅਲੱਗ ਹੋ ਕੇ। ਕਿਉਂਕਿ ਸਮਾਜ ਅੱਜ ਇੱਕ ਜਾ ਰਿਹਾ, ਇੱਕ ਨੈਗੇਟਿਵ ਦਿਸ਼ਾ 'ਚ ਜਾ ਰਿਹਾ ਹੈ। ਹੇਰ ਸਾਹਿਬ ਅਕਸਰ ਕਰਦੇ ਹੈ ਕਿ ਕਰੈਕਟਰ ਬਿਲਡਿੰਗ ਦੀ, ਕਿਉਂਕਿ ਜਦੋਂ ਆਪਾਂ ਜੜ੍ਹਾਂ ਤੋਂ ਉਖੜ ਜਾਂਦੇ ਹਾਂ ਨਾ, ਉਦੋਂ ਆਪਣਾ ਚਰਿੱਤਰ ਹੈ ਉਹ ਡਿਗਰੇਡ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਬੰਦਾ ਜੜ੍ਹਾਂ ਆਪਣੀ ਧਰਤੀ ਦੇ ਬਣਾ ਕੇ ਰੱਖਦਾ ਹੈ, ਉਹ ਚਰਿੱਤਰਵਾਨ ਰਹਿੰਦਾ ਹੈ, ਉਹ ਆਪਣੀ ਜ਼ੁਬਾਨ 'ਤੇ ਰਹਿੰਦਾ ਹੈ, ਉਹ ਹਰ ਚੀਜ਼ ਬਾਰੇ ਸੋਚਦਾ ਹੈ, ਉਹ ਕੁਦਰਤ ਬਾਰੇ ਵੀ ਸੋਚੇਗਾ, ਉਹ ਆਲੇ ਦੁਆਲੇ ਦੇ ਜੀਵ ਜੰਤੂ ਜਗਤ ਬਾਰੇ ਵੀ ਸੋਚੇਗਾ, ਉਹ ਆਪਣੇ ਸਮਾਜ ਬਾਰੇ ਵੀ ਸੋਚੇਗਾ ਅਤੇ ਪਰਮਾਤਮਾ ਦਾ ਵੀ ਧਿਆਨ ਕਰੇਗਾ। ਅਤੇ ਮੈਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਬਹੁਤ ਗਹਿਰਾਈ ਨਾਲ ਉਹਨੂੰ ਮਨਨ ਕਰਨ ਦੀ ਅਤੇ ਆਪਣੇ ਅਪਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਿਹੜੀ ਸਰਬੱਤ ਦੇ ਭਲੇ ਦੀ ਇੰਨੀ ਡੂੰਘੀ ਗੱਲ ਕਹੀ ਇੱਕ ਛੋਟੇ ਜਿਹੇ ਸ਼ਬਦਾਂ 'ਚ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਉਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਹਾਲ ਫਿਲਹਾਲ ਥਾਂ ਥਾਂ 'ਤੇ ਜਾ ਕੇ ਪੂਰੇ ਦੇਸ਼ ਭਰ 'ਚ ਘੁੰਮ ਕੇ ਜਿੱਥੇ ਜਿੱਥੇ ਕੁਦਰਤੀ ਖੇਤੀ ਦੀ ਟ੍ਰੇਨਿੰਗ ਮਿਲ ਸਕਦੀ ਹੈ ਉਹ ਲੈਣ ਦੀ ਕੋਸ਼ਿਸ਼ ਕਰਦਾ ਹਾਂ। ਅੱਜ ਜਿਹੜਾ ਮੈਂ ਹੁਣੀ ਤਾਜ਼ਾ ਹੈਦਰਾਬਾਦ ਇੱਕ ਅਰਨਿਆ ਪਰਮਾਕਲਚਰ ਫਾਰਮਸ ਹੈ ਜਿੱਥੇ ਪਰਮਾਕਲਚਰ ਡਿਜ਼ਾਈਨਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਮੈਂ 12 ਦਿਨ ਦਾ ਕੋਰਸ ਕਰਕੇ ਆਇਆ ਸੀ। ਅਤੇ ਫਿਰ ਉਹ ਆ ਕੇ ਇੱਥੇ ਕਿਸਾਨਾਂ ਦੇ ਵਿੱਚ ਇੱਕ ਗੱਲ ਸ਼ੁਰੂ ਕੀਤੀ ਕਿ ਇਹ ਵੀ ਇੱਕ ਨਵਾਂ ਡਾਇਮੈਂਸ਼ਨ ਹੈ। ਇਹ ਜਿਹੜਾ ਫਾਰਮ ਬਣਿਆ ਹੋਇਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨੇ ਬਣਾਇਆ ਹੈ, ਇਹ ਇੱਕ ਸਸਟੇਨੇਬਲ ਟੀ ਦੀ ਆਪਾਂ ਗੱਲ ਕਰਦੇ ਹਾਂ, ਉਹ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਵੀ ਆਉਣੀ ਚਾਹੀਦੀ ਹੈ, ਉਹ ਖੇਤੀ ਕਰਦੇ ਹਾਂ ਉਹਦੇ ਵਿੱਚ ਵੀ ਆਉਣੀ ਚਾਹੀਦੀ ਹੈ। ਜਿਵੇਂ ਤੁਸੀਂ ਵੀ ਸਵਾਲ ਕੀਤਾ ਕਿ ਮੁਨਾਫੇ ਦੀ ਗੱਲ ਕੀਤੀ, ਉਹ ਮਤਲਬ ਬੇਸਿਕ ਜੀ ਚੀਜ਼ ਹੈ ਕਿ ਜਾਂ ਤਾਂ ਮੁਨਾਫਾ ਹੀ ਕਮਾ ਲਓ ਜਾਂ ਫਿਰ ਸਿਹਤ ਕਮਾ ਲਓ। ਗੱਲ ਤਾਂ ਬਿਲਕੁਲ ਮੁਨਾਫਾ ਕਮਾ ਕੇ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ, ਸਭ ਤੋਂ ਵੱਡਾ ਸਵਾਲ ਇਹ ਉੱਥੇ ਜਾ ਰਿਹਾ, ਦਵਾਈਆਂ ਜਾ ਰਿਹਾ, ਉਹ ਡਾਕਟਰਾਂ ਕੋਲ ਦਵਾਈਆਂ ਦੇ ਕਹਿ ਰਹੇ ਹੋ, ਕੀ ਫਾਇਦਾ ਫਿਰ ਉਸ ਨੂੰ ਕਮਾਉਣ ਦਾ। ਇਹ ਤੋਂ ਚੰਗਾ ਤੁਸੀਂ ਆਪਣਾ ਜੀਵਨ ਯਾਪਨ ਇਸ ਤਰੀਕੇ ਦਾ ਕਰ ਲਓ, ਤੁਸੀਂ ਕੁਦਰਤ ਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਲਓ, ਅਤੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਕੋਈ ਮੁਨਾਫੇ ਦੇ ਚੱਕਰ 'ਚੋਂ ਤੁਸੀਂ ਪਾਓਗੇ। ਕੁਚੱਕਰ ਕਹਿੰਦੇ ਉਹਨੂੰ, ਮੁਨਾਫੇ ਦੇ ਕੁਚੱਕਰ 'ਚੋਂ ਬਚੋਗੇ, ਤੁਸੀਂ ਆਪਣੇ ਆਪ 'ਤੇ ਧਿਆਨ ਦਿਓਗੇ। ਹੁਣ ਹੇਅਰ ਸਾਹਿਬ ਹੈ, ਤੁਸੀਂ ਚੱਕਰ 'ਚੋਂ ਜਾਣੀ ਕਿ ਕੱਢ ਕੇ ਉਸੇ ਪੁਰਾਣੇ ਚੱਕਰ 'ਚ ਲੈ ਕੇ ਆਉਣਾ ਆਪਾਂ ਨੇ। ਤੁਸੀਂ ਹੇਅਰ ਸਾਹਿਬ ਨੂੰ ਦੇਖੋਗੇ ਹਮੇਸ਼ਾ ਇਹਨਾਂ ਨੂੰ ਖੁਸ਼ ਦੇਖੋਗੇ, ਤੁਸੀਂ ਹਮੇਸ਼ਾ ਮਸਤ ਦੇਖੋਗੇ, ਜਿੰਨਾ ਮਰਜ਼ੀ ਇਹਨਾਂ ਦਾ ਨੁਕਸਾਨ ਹੋ ਜੇ। ਕਾਰਨ ਕੀ ਹੈ? ਕੁਦਰਤ ਨਾਲ ਜੁੜਾਵ ਹੈ, ਸਹਿਨਸ਼ੀਲਤਾ ਸਿਖਾਉਂਦੀ ਹੈ। ਜੀ ਜੀ, ਸਤਿ ਸ਼੍ਰੀ ਅਕਾਲ ਸਰ। ਨਾਮ ਨਵਦੀਪ ਸਿੰਘ ਹੈ ਜੀ, ਪਿੰਡ ਨਈਆਂ ਵਾਲਾ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ। ਬਾਇਓ ਕੁਆਲੀਫਿਕੇਸ਼ਨ ਮੈਂ BCom MBA ਹੈ। ਕਰੰਟਲੀ ਤਕਰੀਬਨ 10.5 ਸਾਲ ਤੋਂ ਮੈਂ ਗਵਰਨਮੈਂਟ EMPLOYE ਹਾਂ। ਅਤੇ ਸਰ ਜਿਵੇਂ ਪਹਿਲਾਂ ਹੇਅਰ ਸਾਹਿਬ ਦੀ ਗੱਲ ਕਰਦੇ ਹੈਗੇ ਆ, ਇਹਨਾਂ ਦੇ ਵੀਡੀਓਜ਼ ਦੇਖ ਕੇ ਮੈਂ ਇਹ ਚੀਜ਼ ਸਿੱਖਿਆ ਕਿ ਪਹਿਲਾਂ ਸਾਡੇ ਜਿਹੜੇ ਦਾਦੇ ਪੜਦਾਦੇ ਸੀ ਉਹ ਵਧੀਆ ਖੇਤੀ ਕਰਦੇ ਸੀਗੇ, ਨੈਚੁਰਲ ਖੇਤੀ ਕਰਦੇ ਸੀਗੇ। ਉਸ ਤੋਂ ਬਾਅਦ ਜਦੋਂ ਫਾਦਰ ਸਾਹਿਬ ਆਏ, ਫਾਦਰ ਸਾਹਿਬ ਕੁਝ ਕੈਮੀਕਲ ਜਿਵੇਂ ਪਾਉਣ ਲੱਗ ਗਏ। ਫਾਦਰ ਸਾਹਿਬ ਐਕਸਪਾਇਰ ਹੋਏ ਤਕਰੀਬਨ 58 ਸਾਲ ਦੀ ਏਜ ਦੇ ਵਿੱਚ, ਅਤੇ ਦਾਦਾ ਜੀ ਐਕਸਪਾਇਰ ਮੇਰੇ ਤਕਰੀਬਨ 85 ਸਾਲ ਦੀ ਏਜ ਦੇ ਵਿੱਚ। ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਮੈਂ ਖੇਤੀ ਛੱਡੀ, ਕੈਮੀਕਲ ਖੇਤੀ ਛੱਡ ਕੇ। ਉਸ ਤੋਂ ਬਾਅਦ ਮੈਂ ਤਕਰੀਬਨ 8-9 ਸਾਲ ਹੋ ਗਏ ਆਪਣੀ ਜ਼ਮੀਨ ਠੇਕੇ ਦੇ ਰਿਹਾ ਸੀਗਾ। ਹੁਣ ਕੀ ਆ, ਮੈਂ 2 ਸਾਲ ਤੋਂ ਆਰਗੈਨਿਕ ਖੇਤੀ ਕਰ ਰਿਹਾ ਹੈਗਾ, ਸਿਰਫ ਸਰ ਦੀਆਂ ਵੀਡੀਓਜ਼ ਦੇਖ ਕੇ। ਅਤੇ ਮੈਂ ਇਹ ਚਾਹੁੰਦਾ ਵੀ ਅਗਰ ਆਪਾਂ ਵਪਾਰ ਨਹੀਂ ਤਾਂ ਬਹੁਤ ਘਟਿਆ ਹੋਣਾ ਫਿਰ ਪਿਛਲੇ ਸਾਲਾਂ ਨਾਲ, ਬਹੁਤ ਝਾੜ ਤਾਂ ਘਟੇ ਹੀ ਹੋਣਾ। ਬਿਲਕੁਲ ਸਰ, ਬਿਲਕੁਲ ਘਟਦਾ ਹੈ, ਨੋ ਡਾਊਟ ਘਟੂਗਾ, ਠੀਕ ਹੈ। ਉਸ ਤੋਂ ਬਾਅਦ ਕੀ ਆ, ਮੈਂ ਇਹ ਚਾਹੁੰਦਾ ਹੈਗਾ ਵੀ ਕੈਮੀਕਲ ਖੇਤੀ ਕਰਕੇ ਇਹ ਨਹੀਂ ਆਪਾਂ ਸਿਰਫ ਇਕੱਲਾ ਜ਼ਹਿਰ ਹੀ ਵੇਚਣਾ ਹੈਗਾ। ਵੇਚੋ ਨਾ, ਆਪਦੀ ਜਿਹੜੀ ਕਿਚਨ ਹੈ ਕਮ ਸੇ ਕਮ ਉਸ ਨੂੰ ਤਾਂ ਆਪਾਂ ਬਾਜ਼ਾਰ ਮੁਕਤ ਜਾਂ ਜ਼ਹਿਰ ਮੁਕਤ ਕਰ ਲਓ। ਮੇਰਾ ਤਾਂ ਇਹੀ ਹੈ, ਮੈਂ ਅੱਗੇ ਵੀ ਇਹੀ ਚਾਹੁੰਦਾ ਹੈਗਾ, ਮੈਂ ਇਸੇ ਖੇਤੀ ਨੂੰ ਅੱਗੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਚਾਹੁੰਦਾ ਹੈਗਾ ਜੀ। ਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜੀ ਗੁਰੂ ਨਾਨਕ ਦੇਵ ਜੀ ਦੇ ਧੰਨ ਸਾਹਿਬ ਗੁਰੂ ਨਾਨਕ ਦੇਵ ਨੇ ਕੀਤਾ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜੀ। ਆਪਾਂ ਨੂੰ ਨਾਅਰਾ ਦੇ ਗਏ ਜੀ। ਉਹਨਾਂ ਨੇ ਆਪਾਂ ਨੂੰ ਕੁਦਰਤੀ ਖੇਤੀ ਕਰਨ ਲਈ ਆਖਿਆ ਸੀਗਾ, ਅਤੇ ਆਪਾਂ ਬਾਈ ਕਰਮਜੀਤ ਹੇਅਰ ਜੀ ਅਤੇ ਗੁਰਪ੍ਰੀਤ ਦੌੜੀ ਖਾਨਾ ਦੀ ਟ੍ਰੇਨਿੰਗ ਸੀਗੀ ਲਵਾਰਾ ਫਾਰਮ 'ਤੇ ਜੀ। ਆਪਾਂ ਉੱਥੋਂ ਇਹਨਾਂ ਦੀ ਟ੍ਰੇਨਿੰਗ ਲਾਈ ਸੀਗੀ, ਸਿੱਖਿਆ ਆ ਕੇ ਵੀ ਆਪਾਂ ਅੱਗ ਬੰਦ ਕਰਤੀ ਜ਼ਮੀਨ ਦੀ, ਅਤੇ ਆਪਾਂ 1.5 ਕਿੱਲੇ ਦੀ ਔਰਗੈਨਿਕ ਖੇਤੀ ਕਰ ਰਹੇ ਹਾਂ। ਬਹੁਤ ਵਧੀਆ ਹੈਗਾ। ਬਾਕੀ ਹੁਣ ਪੰਜਾਬ ਨੂੰ ਤਾਂ ਕੈਂਸਰ ਨਾਂ ਦੀ ਟ੍ਰੇਨ ਚੱਲਦੀ ਹੈ ਜੀ। ਹਰੇਕ ਸਾਲ ਦੇ ਵਿੱਚ 6 ਅਰਬ ਦੀ ਸਪਰੇਅ ਹੁੰਦੀ ਹੈ ਜੀ। ਇੱਥੇ ਮਿੱਲੀ ਬਾਗ ਆਈ, ਉਹ 'ਤੇ ਵੀ ਸਪਰੇਅ ਦੇ ਨਾਂ 'ਤੇ ਲੁੱਟਿਆ ਗਿਆ ਜੀ। ਅਤੇ ਹੁਣ ਅਮਰੀਕਾ ਦੇ ਵਿੱਚ ਵੀ ਕੱਲ੍ਹ ਮੈਂ ਐਡ ਪੜ੍ਹੀ ਸੀਗੀ ਜੀ, ਉਹਨਾਂ ਨੇ ਕਣਕ ਨੂੰ ਮਾਰਤਾ ਬੀਮਾ ਲੈਣ ਦੇ ਲਈ ਜੀ। ਉਹਦੇ 'ਚ ਗ੍ਰਾਮੋ 100 ਦਵਾਈ ਦੀ ਸਪਰੇਅ ਕੀਤੀ ਗਈ ਆ, ਜਿਹੜੀ ਕਿ ਉਹ ਆਪਣਾ ਸਪਰੇਅ ਕਰ ਰਿਹਾ, ਬਹੁਤ ਭਿਆਨਕ ਛਿੱਟੇ ਉਹ ਦਵਾਈ ਦੇ। ਇੱਥੇ ਜਿਹੜੀਆਂ ਬਾਹਰਲੀਆਂ ਕੰਪਨੀਆਂ ਆਉਂਦੀਆਂ ਜੀ, ਉਹ ਲੁੱਟਣ 'ਤੇ ਹੈ ਜੀ। ਆਪਣੇ ਪਹਿਲਾਂ ਬਜ਼ੁਰਗ ਕੁਦਰਤੀ ਖੇਤੀ ਕਰਦੇ ਸੀਗੇ, ਤੰਦਰੁਸਤ ਸੀਗੇ ਜੀ, ਤੰਦਰੁਸਤ ਖੁਰਾਕਾਂ ਸੀਗੀਆਂ ਉਹਨਾਂ ਦੀਆਂ। ਹੁਣ 50 ਸਾਲਾਂ ਦੇ ਵਿੱਚ ਜਿਹੜੀ ਰੇਹ ਵਾਲੀ ਖੇਤੀ ਹੋਈ ਹੈ ਜੀ, 1 ਕਿੱਲੇ ਦੇ ਸਾਲ ਦੇ 10 ਗੱਟੇ ਪੈਂਦੇ ਜੀ। 50 ਸਾਲਾਂ ਦੇ ਵਿੱਚ 500 ਗੱਟਾ ਰੇਹ ਦਾ ਪੈ ਗਿਆ। ਆਪਣੀ ਜ਼ਮੀਨ ਜਮਾਂ ਬੇਕਾਰ ਹੋ ਚੁੱਕੀ ਹੈ। ਅਤੇ ਜਿਹੜਾ ਕਿ ਉਹਦੇ ਨਾਲ ਝੋਨਾ ਲੱਗਿਆ, ਝੋਨੇ ਨੇ ਬਹੁਤ ਨੁਕਸਾਨ ਕੀਤਾ ਜ਼ਮੀਨ ਨੂੰ, ਝੋਨਾ ਕਰੜੀ ਕਰਦਾ ਜੀ। ਪਹਿਲਾਂ ਹੁਣ ਬਜ਼ੁਰਗਾਂ ਝੋਨਾ ਅਸਲ 'ਚ ਸਾਡੀ ਧਰਤੀ ਨੂੰ ਸੂਟ ਕਰਦਾ ਹੀ ਨਹੀਂ ਹੈ ਨਾ। ਆਪਾਂ ਮਤਲਬ ਹਰੀ ਕ੍ਰਾਂਤੀ ਆਈ ਤਾਂ ਸਹੀ, ਪਰ ਉਹ ਸਾਨੂੰ ਲੈ ਡੁੱਬੀ ਇੱਕ ਤਰੀਕੇ ਨਾਲ। ਉਹਦੇ 'ਚ ਆਪਾਂ ਨੂੰ ਦਿਖਾਇਆ ਹੋਰ ਗਿਆ ਨਾ ਜੀ। ਉਹਦੇ 'ਚ ਸਿਰਫ ਆਪਣੇ ਪੰਜਾਬ ਦੇ ਵਿੱਚ 6 ਰੁੱਤਾਂ ਜੀ। ਫੋਰਨ ਦੇ ਵਿੱਚ ਹੁਣ ਬਰਫ਼ ਪਈ ਜਾਂਦੀ, ਆਪਾਂ ਵੇਹਣੇ ਵੀਡੀਓ 'ਤੇ। ਸਿਰਫ ਹਰੇਕ ਚੀਜ਼ ਮਨੁੱਖ ਬਣਾ ਸਕਦਾ, ਜਹਾਜ਼ ਬਣਾ ਸਕਦਾ।
ਸਿਰਫ ਇੱਕ ਮਨੁੱਖ ਪਾਣੀ ਨਹੀਂ ਬਣਾ ਸਕਦਾ, ਜਿਹੜਾ ਕਿ ਝੋਨਾ ਆਪਣਾ ਪਾਣੀ ਦੀ ਬਰਬਾਦੀ ਕਰ ਰਿਹਾ ਹੈ। ਸਿਰਫ ਕਰਜ਼ਾ ਦਿੱਤਾ ਗਿਆ ਝੋਨੇ ਦੇ ਰੂਪ ਦੇ ਵਿੱਚ। ਜਿੰਨੇ ਵੀ ਕਿਸਾਨ ਅਸੀਂ ਮੁੱਢ ਤੋਂ ਖੇਤੀ ਕਰਦੇ ਆ, ਸਭ ਤੋਂ ਪਹਿਲਾਂ ਅਸੀਂ 1970 'ਚ ਮੇਰੇ ਦਾਦਾ ਜੀ ਨੇ ਬੋਰ ਲਾਇਆ ਸੀਗਾ, ਸਾਡੇ 15 ਫੁੱਟ ਤੇ ਪਾਣੀ ਸੀਗਾ। ਹਾਂ, ਬਹੁਤ ਚੰਗਾ ਪਾਣੀ। ਖੂਹੀਆਂ ਰੱਖੀਆਂ ਹੁੰਦੀਆਂ, ਖੂਹੀ ਜੀ ਪੱਟ ਕੇ 10 ਫੁੱਟ ਦੀ ਉਹ ਵਿੱਚ ਪੱਖਾ ਰੱਖ ਦੇਈਦਾ ਸੀ, ਹੈ ਨਾ, ਚਲੋ ਉੱਤੇ ਆ ਗਿਆ। ਹੁਣ ਮੇਰੇ ਕੋਲੇ ਬੋਰ 750 ਫੁੱਟ ਵਾਲਾ ਜੀ, ਤੇ ਮੈਂ ਛੋਟਾ ਕਿਸਾਨ ਆ। ਆਏ ਸਾਲ ਵਿੱਚ ਮੈਂ 2 ਪਾਈਪਾਂ ਪਾ ਰਿਹਾ ਗਾ, 16 ਪਾਈਪਾਂ ਪੈ ਚੁੱਕੀਆਂ, ਪਾਣੀ ਕਿੱਥੋਂ ਆਊਗਾ। ਮੈਂ ਇੱਕ ਲੇਖ ਪੜ੍ਹਿਆ ਸੀ ਅਮਰੀਕਾ ਦਾ, ਉੱਥੇ ਇੱਕ ਸ਼ਹਿਰ ਅਮਰੀਕਾ ਦੇ ਵਿੱਚ, ਮੈਂ ਉਹਦਾ ਨਾਮ ਭੁੱਲ ਗਿਆ, ਉਹ ਉੱਥੇ ਇੰਨੇ ਧਰਤੀ ਦੀ ਪਰਤ ਖਤਮ ਹੋ ਚੁੱਕੀ ਪਾਣੀ ਨਿਕਲ ਕੇ, ਉਹ ਦੇਸ਼ ਆਏ ਸਾਲ 20 ਫੁੱਟ ਨੀਵਾਂ ਜਾ ਰਿਹਾ ਹੈਗਾ, ਵੀ ਉਹ ਆਪਾਂ ਕੁਦਰਤ ਨਾਲ ਖਿਲਵਾੜ ਕਰਤਾ, ਆਪਾਂ ਉਹਦੀ ਜੀ ਪਰਤ ਸੀ ਉਹ ਖਤਮ ਕਰਤੀ ਹੈ ਪਾਣੀ ਕੱਢ ਕੇ। ਇਹੀ ਹਾਲਾਤ ਪੰਜਾਬ ਦੇ ਵਿੱਚ ਹੋਣੇ, ਪੰਜਾਬ ਨੇ ਵੀ ਇੱਕ ਦਿਨ ਬਹਿਣਾ ਹੈਗਾ। ਸਿਰਫ ਇੱਥੇ ਜੋ ਦਿਖਾਇਆ ਹੋਰ ਜਾਂਦਾ ਹੈਗਾ, ਕੀਤਾ ਹੋਰ ਜਾਂਦਾ ਹੈਗਾ, ਲੇਕਿਨ ਪੜ੍ਹਾਈ ਦੇ ਵਿੱਚ ਹੋਰ ਪੜ੍ਹਾਇਆ ਜਾਂਦਾ। ਸਿਰਫ ਇੰਨੇ ਵੀ ਕਾਰਪੋਰੇਟ ਘਰਾਣੇ ਆ, ਉਹ ਲੁੱਟਣ 'ਤੇ ਲੱਗੇ ਹੋਏ ਆ। ਕਿਸਾਨ ਨੂੰ ਆਪ ਨੂੰ ਸਮਝਣ ਦੀ ਲੋੜ ਆ ਵੀ ਮੈਂ ਆਪਦੀ ਜ਼ਮੀਨ ਬਚਾਉਣੀ ਹੈ। ਜ਼ਮੀਨ ਕਿਸਾਨ ਦੀ ਮਾਂ, ਇੱਕ ਮਾਂ ਹੁੰਦੀ ਹੈ ਬੱਚੇ ਨੂੰ ਜਨਮ ਦੇਣ ਵਾਲੀ, ਇੱਕ ਹੁੰਦੀ ਖੁਰਾਕ ਦੇਣ ਵਾਲੀ। ਇਹ ਸਮਝ ਗਏ, ਹੁਣ ਅੱਗੇ ਜਾ ਕੇ ਕੋਸ਼ਿਸ਼ ਕਰੋਗੇ ਕਿ ਹੋਰ ਆਪ ਆਸੇ-ਪਾਸੇ ਦੇ ਲੋਕਾਂ ਨੂੰ, ਪਿੰਡ ਦਿਆਂ ਨੂੰ ਸਮਝਾਇਆ ਜਾਵੇ? ਬਹੁਤ ਸਮਝਾਉਣੇ ਇਸ ਤਾਂ, ਪਰ ਲੋਕਾਂ ਦੇ ਵਿੱਚ ਜਿਹੜਾ ਕੀੜਾ ਹੈਗਾ ਬਹੁਤ ਔਖਾ ਕੱਢਣਾ ਜੀ। ਜਿਹੜਾ ਹਰੇਕ ਅਗਲਾ ਪੈਸੇ ਮਰਾ ਕੰਮ ਕਰਦਾ ਜੀ, ਕੋਈ ਪੈਸਾ ਇੱਥੇ ਕੋਈ ਚੀਜ਼ ਨਹੀਂ ਜੀ। ਹੁਣ ਕਰੋਨਾ ਆਇਆ ਸੀਗਾ, ਵੱਡੇ ਕਾਰੋਬਾਰ ਫੇਲ ਹੋ ਗਏ ਜੀ। ਹਾਂ, ਉੱਥੇ ਗੁਰੂ ਨਾਨਕ ਦੇਵ ਜੀ ਦਾ ਲੰਗਰ ਚੱਲਿਆ, ਫਿਰ ਹੀ ਕੋਸਤ ਚੱਲਦਾ ਗਾ। ਉਹਦੇ ਚਲੇ ਲਈ ਹਰੇਕ ਨੂੰ ਇਨਸਾਨ ਨੂੰ ਆਪ ਨੂੰ ਸਮਝਣ ਦੀ ਜ਼ਰੂਰਤ ਹੈ ਜੀ। ਬਹੁਤ ਬਹੁਤ ਧੰਨਵਾਦ। ਗੱਲ ਕਰੀਏ ਨਾ ਬਾਈ ਜੀ ਕਰੋਨਾ ਦੀ, ਉਹ ਵੀ ਇੱਕ ਦੌਰ ਆਇਆ ਸੀ, ਹੈ ਨਾ। ਆਪਾਂ ਇੱਧਰ ਨੂੰ ਚੱਲਦੇ ਹਾਂ ਥੋੜ੍ਹਾ ਜਿਹਾ, ਤੁਹਾਡੇ ਖੇਤ ਵੀ ਆਪਾਂ ਉੱਪਰ ਕੀ ਹੈਗੇ ਆ ਕਿਉਂਕਿ ਦਿਖਾ ਦਈਏ। ਉਹ ਦੌਰ ਆਇਆ ਸੀ, ਉਦੋਂ ਲੋਕਾਂ ਨੂੰ ਇਹ ਲੱਗਿਆ ਸੀ ਕਿ ਯਾਰ ਮੈਂ ਇੰਨਾ ਕੁਛ ਕਮਾਇਆ ਹੋਇਆ, ਸ਼ਾਇਦ ਕਿਤੇ ਮੈਂ ਮਰ ਗਿਆ ਇਹ ਤਾਂ ਵਿਅਰਥ ਹੀ ਚਲਾ ਜਾਊਗਾ, ਹੈ ਨਾ। ਉਸ ਤੋਂ ਬਾਅਦ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਫਰਕ ਜਿਹਾ ਥੋੜ੍ਹਾ ਜਿਹਾ ਪਿਆ, ਹੈ ਨਾ, ਕਿ ਯਾਰ ਠੀਕ ਹੈ ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਹਰ ਇੱਕ ਚੀਜ਼ ਜ਼ਰੂਰੀ ਨਹੀਂ ਵੀ ਜੋੜ ਕੇ ਰੱਖੀ ਜਾਓ, ਹੈ ਨਾ। ਤੇ ਆਹ ਦੱਸ ਦਿਓ ਮਾੜਾ ਜਿਹਾ, ਕਿੰਨੇ ਕੁ ਏਕੜ ਦੇ ਵਿੱਚ ਤੁਸੀਂ ਇਹ ਸਾਰਾ ਆਰਗੈਨਿਕ ਕਰ ਰਹੇ ਹੋ? ਇਹ 20 ਏਕੜ ਦਾ ਖੇਤ ਹੈਗਾ। 20 ਏਕੜ ਦੇ ਖੇਤ ਦੇ ਵਿੱਚ ਅਸੀਂ ਜ਼ਿਆਦਾ ਫੋਕਸ ਸਹਿ ਹੋਂਦ ਤੇ ਕੀਤਾ ਹੈ, ਕੋਐਗਜ਼ਿਸਟੈਂਸ ਤੇ ਕੀਤਾ ਹੈ। ਸਹਿ ਹੋਂਦ ਤੋਂ ਮਤਲਬ ਹਰ ਇਸ ਧਰਤੀ ਦੇ ਉੱਪਰ ਦੋ ਹੀ ਚੀਜ਼ਾਂ ਨੇ ਮੋਟੇ ਤੌਰ ਤੇ, ਇੱਕ ਵਨਸਪਤੀ ਅਤੇ ਜੀਵ ਨੇ। ਤੇ ਵਨਸਪਤੀ ਕਈ ਕਿਸਮਾਂ ਦੀ ਹੈ, ਜੀਵ ਕਈ ਕਿਸਮਾਂ ਦੇ ਨੇ। ਉਹ ਸਾਰੀ ਵਨਸਪਤੀ ਤੇ ਸਾਰੇ ਜੀਵਾਂ ਨੂੰ ਇਕੱਠੇ ਕੀਤਾ ਹੈ, ਤਾਂ ਉਹ ਸਹਿ ਹੋਂਦ ਦੀ ਗੱਲ ਹੈ, ਕੋਐਗਜ਼ਿਸਟੈਂਸ ਦੀ ਗੱਲ ਹੈ। ਤਾਂ ਇਹ ਕੋਐਗਜ਼ਿਸਟੈਂਸ ਹੀ ਸਾਰੀ ਖੇਡ ਹੈ। ਤੇ ਇੱਥੇ ਤੁਸੀਂ ਦੇਖਿਆ ਕਿੰਨੇ ਰੰਗ ਦੇਖੇ ਨੇ, ਹੈ ਨਾ। ਜਿੰਨੇ ਲੋਕਾਂ ਨੂੰ ਤੁਸੀਂ ਮਿਲੇ ਹੋ, ਕਿ ਕੋਈ ਹਰਿਆਣੇ ਦਾ ਹੈ, ਕੋਈ ਜੰਮੂ ਦਾ ਹੈ, ਕੋਈ ਪੂਨੇ ਦਾ ਹੈ, ਕਿੱਥੋਂ ਦਾ ਹੈ, ਕਿਸੇ ਦੀ ਬੈਕਗਰਾਉਂਡ ਕੀ ਹੈ, ਕਿਸੇ ਦੀ ਕੀ ਹੈ, ਕਾਮਨ ਕੀ ਹੈ ਸਾਰਿਆਂ 'ਚ, ਕਿ ਸਾਰੇ ਕੁਦਰਤ ਨੂੰ ਪਿਆਰ ਕਰਦੇ ਆ। ਅੱਛਾ, ਤੁਸੀਂ ਬਿਮਾਰ ਵੀ ਰਹੇ, ਹੈ ਨਾ, ਤੁਸੀਂ ਵੀ, ਤੁਹਾਡੀ ਵੀ ਇੱਕ ਹਿਸਟਰੀ ਇਦਾਂ ਦਾ ਹੈ ਕਿ ਕਾਫੀ ਬਿਮਾਰ ਹੋ ਗਏ ਸੀ। ਫਿਰ ਜਦੋਂ ਇੱਥੇ ਖੇਤਾਂ 'ਚ ਆਏ, ਆਰਗੈਨਿਕ ਖੇਤੀ ਸ਼ੁਰੂ ਕੀਤੀ, ਇੱਥੇ ਉਗਾ ਕੇ ਖਾਣਾ ਸ਼ੁਰੂ ਕੀਤਾ, ਤੇ ਇਹ ਵਾਕਈ ਸੱਚੀ ਗੱਲ ਹੈ ਕਿ ਉਹ ਬਿਮਾਰੀਆਂ ਦੂਰ ਹੋ ਗਈਆਂ? ਬਿਲਕੁਲ, ਡੈਫੀਨੇਟਲੀ, ਨੈਚੁਰਲੀ ਉਹ ਤਾਂ ਜੋ ਮਾੜੇ ਮੋਟੇ ਕੋਈ ਨਿੱਕੀਆਂ ਮੋਟੀਆਂ ਬਿਮਾਰੀਆਂ ਸੀ ਸਾਰੀਆਂ ਠੀਕ ਹੋ ਜਾਂਦੀਆਂ। ਤੇ ਖੇਤੀ ਦਾ ਤਾਂ ਸਿੱਧਾ ਹੀ, ਖੁਰਾਕ ਦਾ ਤਾਂ ਸਿੱਧਾ ਹੀ ਸੰਬੰਧ ਤੁਹਾਡੀ ਸਿਹਤ ਨਾਲ ਹੈ ਨਾ। ਜਦੋਂ ਤੁਹਾਡੀ ਖੁਰਾਕ ਠੀਕ ਹੋ ਗਈ ਤਾਂ ਸਿਹਤ ਨੇ ਆਪੇ ਠੀਕ ਹੋ ਜਾਣਾ ਹੈਗਾ। ਤਾਂ ਉਹ ਉਹਦੀ ਸਹਿ ਹੋਂਦ ਦੀ ਗੱਲ ਹੈ। ਅਸੀਂ ਇੱਥੇ ਟ੍ਰੇਨਿੰਗ ਦੇ ਦੌਰਾਨ ਵੀ ਗੱਲ ਕਰਦੇ ਸੀ ਕਿ ਅਸੀਂ ਜਿਹੜਾ ਹੈ ਨਾ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ ਹੈਗੇ ਆ, ਸੋਸ਼ਲ ਇੰਟਰੈਕਸ਼ਨ 'ਤੇ ਸਾਨੂੰ ਜਾਣਾ ਪੈਣਾ। ਤਾਂ ਬੜੇ ਲੋਕਾਂ ਦੇ ਮੈਨੂੰ ਪਹਿਲਾਂ ਮੈਸੇਜ ਆਏ ਸੀ ਕਿ ਆਨਲਾਈਨ ਨਹੀਂ ਇਹ ਹੋ ਸਕਦੀ। ਮੈਂ ਕਿਹਾ ਭਾਈ, ਜੇ ਤੈਰਾਕੀ ਸਿੱਖਣੀ ਹੋਵੇ ਨਾ, ਤਾਂ ਆਨਲਾਈਨ ਤੈਰਾਕੀ ਨਹੀਂ ਸਿੱਖੀ ਜਾ ਸਕਦੀ, ਪਾਣੀ 'ਚ ਖੁਦ ਵੜਨਾ ਪੈਣਾ, ਕਰਨਾ ਹੀ ਪੈਣਾ ਹੈ। ਤਾਂ ਇਹ ਜੇਕਰ ਖੇਤੀ ਦੇ ਵਿੱਚ ਮਿੱਟੀ ਦੀ ਖੁਸ਼ਬੂ ਹੁਣ ਆਨਲਾਈਨ ਕਿਵੇਂ ਭੇਜ ਸਕਦੇ ਆ। ਤਾਂ ਨਾਲੇ ਸੋਸ਼ਲ ਇੰਟਰੈਕਸ਼ਨ ਜਿਹੜੀ ਕੁਛ ਮੈਂ ਹੁਣ ਇਹਨਾਂ ਤੋਂ ਸਿੱਖਿਆ, ਤਾਂ ਉਹ ਮੈਂ ਥੋੜ੍ਹਾ ਸਿੱਖ ਸਕਦਾ ਸੀਗਾ। ਤਾਂ ਇਹ ਤਾਂ ਮੈਨੂੰ ਚਲੋ ਕੁਛ ਨਾ ਕੁਛ ਮੈਂ ਬੋਲ ਕੇ ਦੱਸ ਦਿੰਦਾ, ਤੇ ਮੈਂ ਇਹਨਾਂ ਤੋਂ ਜਿਹੜਾ ਸਿੱਖਿਆ, ਜਿਹੜਾ ਅਸੀਂ ਸ਼ਾਮ ਨੂੰ ਧੂਈ 'ਤੇ ਬੈਠ ਕੇ ਜਿਹੜਾ ਅਸੀਂ ਕਰੈਕਟਰ ਬਿਲਡਿੰਗ 'ਤੇ ਸਿੱਖਿਆ ਇੱਕ ਦੂਸਰੇ ਨੂੰ। ਇਹ ਜਿਹੜੇ ਹੈਗੇ ਆ ਕਰਨਲ ਸਾਹਿਬ ਵੀ ਇੱਥੇ ਬੋਕਰ ਲਾਉਂਦੇ ਨੇ, ਤੇ ਤਾਂ ਇੱਥੇ ਸਾਰੇ ਇੱਕ ਦੂਸਰੇ ਨੂੰ ਕੰਮ ਕਰਦੇ ਨੇ, ਆਪਣੇ ਆਪ ਸਾਰਾ ਕੰਮ ਕਰਦੇ ਨੇ। ਇੱਕ ਰਲ ਮਿਲ ਕੇ ਅਸੀਂ 5 ਦਿਨਾਂ ਦੇ ਵਿੱਚ ਐਸੀ ਸੋਸ਼ਲ ਬੌਂਡਿੰਗ ਹੋਈ ਹੈ ਸਾਡੇ ਵਿਚਾਲੇ। ਤਾਂ ਹਰ ਟ੍ਰੇਨਿੰਗ ਵੇਲੇ ਅਖੀਰਲੇ ਦਿਨ ਲੋਕਾਂ ਦੀ ਹੁੰਦੀ ਹੈ ਟੈਂਡੈਂਸੀ ਕਿ ਇੱਕ ਦਿਨ ਹੋਰ ਵੱਧ ਲਾ ਲਈਏ, ਹੈ, ਤੇ ਜਾਣ ਨੂੰ ਦਿਲ ਨਹੀਂ ਵਧਾਓਗੇ ਫਿਰ ਕਿ ਨਹੀਂ? ਹਾਂ, ਅੱਜ ਵੀ ਉਹਨੇ ਕਹਿ ਰਹੇ ਸੀ, ਕਹਿੰਦਾ ਦਿਲ ਨਹੀਂ ਕਰਦਾ ਵੀ ਇੱਕ ਦਿਨ ਹੀ ਰਹਿ ਗਿਆ ਜਾਣ ਦਾ। ਤਾਂ ਉਹ ਤੁਹਾਡੇ ਸੋਸ਼ਲ ਬੌਂਡਿੰਗ ਇੰਟਰੈਕਸ਼ਨ ਨਾਲ ਹੈ, ਸੋਸ਼ਲ ਇੰਟਰੈਕਸ਼ਨ ਨਾਲ। ਤਾਂ ਇਹ ਵੀ ਹੋ ਜਾਂਦਾ ਨਾ ਕਿ ਮਤਲਬ ਇਹ ਤੁਹਾਡਾ ਫਾਰਮ ਹੈ, ਹੁਣ ਸਾਰੀ ਦੁਨੀਆ ਤੋਂ ਇੱਕ ਪਾਸੇ ਟੁੱਟ ਕੇ
ਇੱਕ ਤਰੀਕੇ ਨਾਲ ਹੁਣ ਜਦੋਂ ਦੇ ਅਸੀਂ ਵੀ 2 ਘੰਟੇ ਆਏ ਹੋਏ ਆ, ਸਾਨੂੰ ਵੀ ਐਂ ਲੱਗਦਾ ਕਿ ਅਸੀਂ ਕੁਦਰਤ ਦੇ ਨਾਲ ਅਟੈਚ ਹੋਏ ਆ ਇਹਨਾਂ 2 ਘੰਟਿਆਂ ਦੇ ਵਿੱਚ, ਕਿਉਂਕਿ ਫਿਰ ਉਹ ਜਦੋਂ ਇਸ ਤਰ੍ਹਾਂ ਦਾ ਵਾਤਾਵਰਨ ਮਿਲਦਾ ਫਿਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਬਿਲਕੁਲ 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 ਡੈਫੀਨੇਟਲੀ ਉਹੀ ਹੈ ਨਾ, ਮਨੁੱਖ ਜਿਹੜਾ ਕੁਦਰਤ ਦੇ ਨੇੜੇ ਰਹਿਣ ਵਾਲਾ ਜੀਵ ਆ ਨਾ, ਜਦੋਂ ਅਸਲ ਦੇ ਵਿੱਚ ਇਹ ਬਾਏ ਬਰਥ ਦਾ ਜੰਗਲਾਂ 'ਚ ਰਹਿਣ ਵਾਲਾ ਸੀ, ਤੇ ਜਦੋਂ ਇਹ ਜੰਗਲਾਂ ਤੋਂ ਦੂਰ ਹੋ ਗਿਆ ਤਾਂ ਹੁਣ ਜਦੋਂ ਤੁਸੀਂ ਫਲੈਟਾਂ ਦੇ ਵਿੱਚ ਜਾ ਕੇ ਰਹਿਣ ਲੱਗ ਪਏ, ਫਿਰ ਤੁਸੀਂ ਕੁਦਰਤ ਨੂੰ ਸਿਰਜਦੇ ਹੋ। ਤੁਸੀਂ ਸਮਝਿਓ ਜੀ, ਅਸਲ 'ਚ ਇੱਕ ਫਲੈਟ ਕਲਚਰ ਆ ਗਿਆ ਹੈ ਨਾ। ਮੰਨ ਲਓ ਤੁਸੀਂ ਫਲੈਟ 'ਚ ਜਾਓ, ਇੱਕ ਬੰਦਾ ਫਲੈਟ 'ਚ ਰਹਿੰਦਾ ਹੈ, ਉਹ ਫਲੈਟ 'ਚ ਕੀ ਕਰੂਗਾ, ਕੁਦਰਤ ਨੂੰ ਸਿਰਜਦਾ ਹੈ। ਕਿਵੇਂ? ਉਹ ਗਮਲੇ ਦੇ ਵਿੱਚ ਬੂਟੇ ਲਾਉਂਦਾ ਹੈ, ਉਹ ਘਰ ਦੇ ਵਿੱਚ ਕੁੱਤਾ ਪਾਲਦਾ ਹੈ, ਠੀਕ ਹੈ, ਉਹ ਪੰਛੀਆਂ ਨੂੰ ਚੋਗਾ ਪਾਉਂਦਾ ਹੈ, ਉਹਨੂੰ ਲੇਕ ਤੇ ਬੈਠਣਾ ਚੰਗਾ ਲੱਗਦਾ ਹੈ। ਇਹ ਕੀ ਨਿਸ਼ਾਨੀਆਂ ਨੇ? ਕਿਉਂਕਿ ਸਿਰਜਦਾ ਹੈ, ਕੁਦਰਤ ਨੂੰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਜਦੋਂ ਇਹ ਤੋਂ ਦੂਰ ਚਲਾ ਜਾਂਦਾ, ਸਟ੍ਰੈਸ ਚਲਾ ਜਾਂਦਾ ਹੈ। ਇੱਕ ਜਿਹੜਾ ਹੋਰ, ਕਿਉਂਕਿ ਫਾਰਮ ਤੁਹਾਡਾ ਵੱਡਾ ਵੀ ਹੈ ਤੇ ਤੁਸੀਂ ਇਹ 'ਚ ਵਿਭਿੰਨਤਾ ਵੀ ਬਹੁਤ ਰੱਖੀ ਹੋਈ ਆ, ਹੈ ਨਾ। ਕਿਤੇ ਗੰਨਾ ਹੈ, ਕਣਕ ਵੀ ਹੈ, ਛੋਲੇ ਵੀ ਤੁਸੀਂ ਉਗਾਏ ਨੇ, ਸਰੋਂ ਵੀ ਉਗਾ ਰਹੇ ਹੋ। ਤੇ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਮਤਲਬ ਸਰਕਲ ਬਣਿਆ ਹੋਇਆ ਵਨਸਪਤੀ ਦਾ, ਹੈ ਨਾ। ਮਿੱਟੀ 'ਚੋਂ ਵਨਸਪਤੀ ਉੱਗਦੀ ਆ, ਅੱਗੇ ਜੀਵ ਲੈਂਦੇ ਨੇ ਤੇ ਫਿਰ ਜੀਵਾਂ ਦਾ ਮਲ ਮੂਤਰ ਫਿਰ ਮਿੱਟੀ 'ਚ ਆਉਣਾ ਚਾਹੀਦਾ। ਹਾਂ, ਤੇ ਪੁਰਾਣੇ ਉਹੀ 100 ਸਾਲ ਪਹਿਲਾਂ ਜਾਂ 60 ਸਾਲ ਪਹਿਲਾਂ ਕਹਿ ਲਈਏ ਕਿ ਹਰ ਇੱਕ ਜਿਹੜਾ ਇਨਸਾਨ ਸੀ ਉਹ ਵੀ ਮਤਲਬ ਖੇਤਾਂ ਦੇ ਵਿੱਚ ਹੀ ਜਿਹੜਾ ਮਲ ਮੂਤਰ ਕਰਨ ਦੇ ਲਈ ਜਾਂਦਾ ਸੀ। ਤੇ ਹੁਣ ਤਾਂ ਸਰਕਾਰਾਂ ਨੇ ਹਰ ਘਰ ਦੇ ਵਿੱਚ ਟਾਇਲਟ ਕਰ ਦਿੱਤਾ, ਤੇ ਉਹ ਵੀ ਫਿਰ ਇੱਕ ਨੁਕਸਾਨ ਹੀ ਹੋ ਰਿਹਾ। ਬਿਲਕੁਲ ਬਿਲਕੁਲ। ਮੈਂ ਇੱਕ ਪਿੱਛੇ ਕਿ ਜੇ ਲਿਖਿਆ ਸੀ ਕਿ ਜਿਹੜਾ ਸਵੱਛ ਭਾਰਤ ਅਭਿਆਨ ਹੈ, ਉਹਦੇ ਵਿੱਚ ਜਿਹੜਾ ਅਮਿਤਾਭ ਬੱਚਨ ਮਸ਼ਹੂਰੀ ਕਰਦਾ ਹੈਗਾ, ਤੇ ਉਹਦੇ ਨਾਲੋਂ ਮੈਨੂੰ ਜਿਹੜਾ ਉਹ ਖੁੱਲ੍ਹੇ ਦੇ ਵਿੱਚ ਜੰਗਲ ਪਾਣੀ ਜਾਂਦਾ ਬੰਦਾ ਉਹ ਜ਼ਿਆਦਾ ਸਿਆਣਾ ਲੱਗਦਾ ਹੈ। ਉਹ ਤਾਂ ਭਗਤ ਪੂਰਨ ਸਿੰਘ ਜੀ ਨੇ ਕੀ ਕਿਹਾ ਕਿ ਗੰਦਗੀ ਗਲਤ ਜਗ੍ਹਾ ਤੇ ਪਿਆ ਹੋਇਆ ਸੋਨਾ ਹੈ। ਹੁਣ ਮਿੱਟੀ ਨੂੰ, ਧਰਤੀ ਮਾਂ ਨੂੰ ਜਿਹੜਾ ਹੈਗਾ ਖੁਰਾਕ ਚਾਹੀਦੀ ਹੈ, ਤਾਂ ਮਨੁੱਖੀ ਮਲ ਮੂਤਰ, ਕਿਸੇ ਵੀ ਜੀਵਾਂ ਦਾ ਮਲ ਮੂਤਰ ਇਹਦੀ ਖੁਰਾਕ ਹੈ, ਧਰਤੀ ਦੀ ਖੁਰਾਕ ਹੈ। ਕਿਉਂਕਿ ਜੇ ਜਾਨਵਰਾਂ ਦਾ ਮਲ ਮੂਤਰ ਹੈ, ਪਸ਼ੂਆਂ ਦਾ, ਹੈ ਨਾ, ਗੋਹਾ ਅਸੀਂ ਕਹਿ ਦਿੰਦੇ ਹਾਂ ਖਾਦ ਹੈ, ਤਾਂ ਇਨਸਾਨ ਦਾ ਵੀ ਇੱਕ ਖਾਦ ਦੇ ਰੂਪ ਦੇ ਵਿੱਚ ਜਿਹੜਾ ਮਲ ਮੂਤਰ ਮਿੱਟੀ ਦੇ ਉੱਪਰ ਜਾਣਾ ਚਾਹੀਦਾ ਸੀ, ਉਹ ਅਸੀਂ ਟੋਆ ਪੱਟ ਕੇ ਪਿੰਡਾਂ ਦੇ ਵਿੱਚ ਮਿੱਟੀ ਦੇ ਵਿੱਚ ਨਾ ਪਤਾ, ਸ਼ਹਿਰਾਂ ਦੇ ਵਿੱਚ ਉਹ ਸੀਵਰੇਜਾਂ ਦੇ ਰਾਹੀਂ ਆਪਦੇ ਪੀਣ ਵਾਲੇ ਵਾਟਰ ਬੋਡੀਜ਼ ਨੂੰ ਪੋਲਿਊਟ ਕਰਤਾ। ਇਹ ਕੈਸਾ ਵਿਕਾਸ ਹੈ? ਠੀਕ ਹੈ, ਸਾਨੂੰ ਇਹੋ ਹੀ ਨਹੀਂ ਸਮਝ ਜਿਹੜੀ ਹੈਗੀ ਹੈ ਕਿ ਜਿਹੜਾ ਮਨੁੱਖੀ ਮਲ ਮੂਤਰ ਹੈ ਮਿੱਟੀ ਦੇ ਉੱਪਰ ਜਾਣਾ ਚਾਹੀਦਾ ਸੀ। ਤਾਂ ਪਿੰਡਾਂ ਦੇ ਵਿੱਚ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਨਿਆਈਆਂ ਦੀਆਂ ਜ਼ਮੀਨਾਂ ਕਿਉਂ ਤਕੜੀਆਂ ਹੁੰਦੀਆਂ ਸੀ? ਕਿਉਂਕਿ ਜੀਵਾਂ ਨਿਆਈਆਂ 'ਚ, ਹੈ ਨਾ, ਸ਼ਾਮ ਸਵੇਰੇ ਜੰਗਲ ਪਾਣੀ ਜਾਂਦੇ ਸੀ। ਵਨਸਪਤੀ ਜੀਵਾਂ ਨੂੰ ਪਾਲਦੀ ਸੀ ਜੀ, ਵਨਸਪਤੀ ਨੂੰ ਪਾਲਦੇ ਸੀ। ਬੜੀ ਸੌਖੀ ਜੀ ਖੇਡ ਹੈ, ਤਾਂ ਸਾਰਾ ਕੁਝ ਬੜਾ ਸਮੂਥਲੀ ਚੱਲ ਰਿਹਾ ਸੀ। ਐਸਾ ਜਿਹੜਾ ਹੈਗਾ ਇਹਨੂੰ ਧੰਦਾ ਬਣਾਇਆ ਤੇ ਸਭ ਕੁਝ ਉਜੜ ਗਿਆ। ਇਸ ਧੰਦੇ ਦੇ ਵਿੱਚ ਅਸੀਂ, ਇਹ ਖੁਦ ਹੀ ਮਿੱਟੀ ਖੂਚ ਹੀ ਹੈ, ਜਿਹੜੀਆਂ ਅਸੀਂ ਕਈ, ਮੈਨੂੰ ਲੋਕ ਪੁੱਛ ਲੈਂਦੇ ਨੇ ਕਿੰਨੇ ਲੱਖ ਕਮਾਉਣਾ ਹੈ, ਜਿਹੜਾ ਲੱਖਾਂ ਵਾਲਿਆਂ ਦਾ ਪੈਸੇ ਵੀ, ਉਹ ਤਾਂ ਮੈਂ ਦੇਖਿਆ ਤੁਸੀਂ ਤਾਂ ਪੈਸੇ ਵੱਲ ਤਾਂ ਜਾਂਦੇ ਹੀ ਨਹੀਂ ਹੈ, ਪੈਸੇ ਦੀ ਗੱਲ ਤਾਂ ਤੁਸੀਂ ਕਰਦੇ ਹੀ ਨਹੀਂ। ਮੈਂ 2-3 ਵਾਰ ਪੁੱਛਿਆ ਵੀ ਮੁਨਾਫਾ, ਤੁਸੀਂ ਫੇਰ ਉੱਥੇ ਹੀ ਗੱਲ ਲਿਆਉਂਦੇ ਹੋ ਕਿ ਟੁੱਟ ਚੁੱਕੇ ਹੋ ਤੁਸੀਂ ਹੁਣ ਉਸ ਤੋਂ। ਜਿਹੜਾ ਇਹ ਤੁਸੀਂ ਇਹ ਕਮਾ ਲਓਗੇ ਇਹ ਲੱਖਾਂ ਦੇ ਵਿੱਚ, ਉਹ ਬਾਕੀ ਪੀਜੀਆਈ ਦੇ ਆਓਗੇ, ਉਹ ਡੀਐਮਸੀ ਸੀਐਮਸੀ, ਇਹ ਬਿਲਕੁਲ ਸਾਰੇ ਉੱਥੇ ਦੇ ਆਓਗੇ, ਤਾਂ ਤੁਹਾਨੂੰ ਖੁਸ਼ੀ ਤਾਂ ਨਹੀਂ ਮਿਲਦੀ ਨਾ। ਖੁਸ਼ੀ ਤਾਂ ਤੁਹਾਨੂੰ ਆਪਣੀਆਂ ਲੋੜਾਂ ਸੀਮਤ ਕਰਕੇ, ਤੁਹਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ, ਆਪਣੀਆਂ ਲੋੜਾਂ ਸੀਮਤ ਕਰਨੀਆਂ ਪੈਣੀਆਂ, ਆਪਣੇ ਆਪ ਨੂੰ ਕੁਦਰਤ ਦੇ ਨਾਲ ਜੋੜਨਾ ਪੈਣਾ ਹੈ। ਵਾਰ-ਵਾਰ ਮੈਂ ਉਹੀ ਕਹਿਣਾ ਕਿ ਕੁਦਰਤੀ ਖੇਤੀ ਨਹੀਂ ਬਚਾ ਸਕਦੀ, ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ, ਲੋੜਾਂ ਘਟਾਉਣੀਆਂ ਪੈਣੀਆਂ। ਮੇਰੇ ਕੋਈ 5-7 ਹੈਗੇ ਆ, ਤੁਸੀਂ ਮੇਰਾ ਕੰਮ ਨਾ ਛਡਾ ਦਿਓ। ਕਿਤੇ ਮੈਂ ਕਹਿੰਦਾ ਕਿ ਮੈਂ ਵੀ ਚੱਲਿਆ ਜੀ ਪਿੰਡ, ਹੁਣ ਮੈਂ ਵੀ ਤੁਹਾਡੇ ਵਾਂਗੂ, ਮਤਲਬ ਪ੍ਰਭਾਵਿਤ ਹੁੰਦੀਆਂ ਚੀਜ਼ਾਂ। ਕਿਉਂਕਿ ਜਦੋਂ ਬੰਦਾ, ਹੁਣ ਇਹ ਸ਼ਾਇਦ ਦਰਸ਼ਕ ਨਾ ਸਮਝ ਸਕਣ ਕਿਉਂਕਿ ਉਹ ਸਕਰੀਨ ਤੇ ਦੇਖ ਰਹੇ ਨੇ। ਮੈਂ ਇੱਥੇ ਆਇਆ, ਮੈਂ ਇਸ ਮਿੱਟੀ ਤੇ ਖੜਾ, ਮੈਂ ਪਿਛਲੇ 2 ਘੰਟੇ ਤੋਂ ਸਾਹ ਲਿਆ, ਮੈਂ ਇਸ ਮਿੱਟੀ ਦਾ ਪਾਣੀ ਪੀ ਕੇ ਦੇਖਿਆ, ਹਵਾ ਲਈ ਆ, ਤਾਂ ਮੈਨੂੰ ਪਤਾ ਲੱਗ ਰਿਹਾ ਕਿ ਹਾਂ ਵਾਕਈ ਜੋ ਹੇਰ ਸਾਹਿਬ ਤੁਸੀਂ ਕਹਿ ਰਹੇ ਹੋ, ਵਾਕਈ ਉਹ ਗੱਲ ਸਹੀ ਆ। ਸਾਨੂੰ ਵਾਪਸ ਆਉਣਾ ਹੀ ਪੈਣਾ, ਨਹੀਂ ਤਾਂ ਜੇ ਨਹੀਂ ਆਵਾਂਗੇ ਤਾਂ ਤੁਹਾਨੂੰ ਵੀ ਲੱਗਦਾ ਕਿ ਜਿਸ ਤੇ ਪਹਿਲਾਂ ਕਹਿੰਦੇ ਕਿ ਦੁਨੀਆ ਬਹੁਤ ਵਾਰ ਨਾ ਢਾਹ ਕੇ ਰੱਬ ਫੇਰ ਬਣਾ ਦਿੰਦਾ ਹੈ, ਕਿ ਜੇ ਇਸੇ ਤਰੀਕੇ ਦੇ ਨਾਲ ਇਨਸਾਨ ਨਾ ਸਮਝਿਆ ਤਾਂ ਫਿਰ ਕੁਦਰਤੀ ਢਾਹ ਦੂਗੀ, ਫਿਰ ਇੱਕ ਨਵੇਂ ਸਿਰੇ ਤੋਂ ਫਿਰ ਉਹੀ ਸ਼ੁਰੂ ਹੋਊਗਾ ਕੰਮ। ਹੋਰ ਕੋਈ ਰਸਤਾ ਹੀ ਨਹੀਂ ਬਚਿਆ ਜੀ, ਕੋਈ ਰਸਤਾ ਨਹੀਂ ਬਚਿਆ। ਜਿਹੜੇ ਹਾਲਾਤ ਪੰਜਾਬ ਦੇ ਹੋਈ ਜਾਂਦੇ ਨੇ, ਸਾਡੀ ਐਵਰੇਜ ਉਮਰ 50 ਦੇ ਆਸ-ਪਾਸ ਤੇ ਪਹੁੰਚਦੀ ਜਾਂਦੀ ਹੈ। ਜੋ ਬਿਮਾਰੀਆਂ ਦੇ ਹਾਲਾਤ ਨੇ, ਘਰ ਦੇ ਵਿੱਚ ਸ਼ੂਗਰ ਹੈ, ਘਰ ਦੇ ਵਿੱਚ ਕੈਂਸਰ ਪਹੁੰਚਦਾ ਪਿਆ ਹੈ, ਜੋ ਹਾਲਾਤ ਨੇ, ਕੋਈ ਰਸਤਾ ਨਹੀਂ ਹੈ, ਹੋਰ ਕੋਈ ਸ਼ਾਰਟਕਟ ਨਹੀਂ ਹੈਗਾ। ਵਾਪਿਸ ਕੁਦਰਤ ਪੱਖੀ ਜੀਵਨ ਤੇ ਹੀ ਜਾਣਾ ਪੈਣਾ ਹੈ। ਜੇ ਖੁਸ਼ੀ ਦੀ ਗੱਲ ਕਰਨੀ ਹੈ, ਤੰਦਰੁਸਤੀ ਦੀ ਗੱਲ ਕਰਨੀ ਹੈ, ਤਾਂ ਕੁਦਰਤ ਦੀ ਗੱਲ ਕਰਨੀ ਪੈਣੀ ਹੈ, ਹੋਰ ਕੋਈ ਰਸਤਾ ਨਹੀਂ ਹੈ। ਬਾਕੀ ਆਹ ਚੀਜ਼ ਨਹੀਂ ਮਿਲਣੀ। ਹੁਣ ਚਲੋ ਜੇ ਬੰਦਾ ਜੌਬ ਵੀ ਕਰਦਾ, ਆਪਾਂ ਪਿੰਡ ਤੋਂ ਜਾ ਕੇ ਚਲੋ ਜੌਬ ਵੀ ਕਰਦੇ ਆ, ਬੰਦਾ ਸ਼ਹਿਰ ਰਹਿਣ ਲੱਗ ਗਿਆ, ਸਾਡੇ ਵਰਗੇ ਸ਼ਹਿਰ ਰਹਿਣ ਲੱਗ ਗਏ, ਪਿੰਡ ਪਹਿਲਾਂ ਜਾਈਦਾ ਸੀ, ਹੁਣ ਕਦੇ ਕਦਾਈ ਗੇੜਾ ਲੱਗਦਾ, ਹੈ ਨਾ। ਤੇ ਉਹ ਚੀਜ਼ਾਂ ਤੋਂ ਅਸੀਂ ਟੁੱਟ ਰਹੇ ਹਾਂ, ਦੁਨਿਆਵੀ ਵਸਤੂਆਂ ਦੇ ਲਾਲਚ ਦੇ ਵਿੱਚ ਕਹਿ ਲਓ, ਜਾਂ ਪਰਿਵਾਰ ਦੀਆਂ ਲੋੜਾਂ ਹੀ ਇੰਨੀਆਂ ਅਸੀਂ ਬਣਾ ਲਈਆਂ ਕਿ ਉਹਨਾਂ ਤੋਂ ਟੁੱਟ ਗਏ ਹਾਂ। ਪਰ ਇਹ ਚੀਜ਼ਾਂ ਲੱਗਦਾ ਹੈ ਕਿ
ਸਾਨੂੰ ਵਾਪਸ ਇੱਕ ਪਾਸੇ ਤੁਸੀਂ ਜਿਹੜੀ ਤੁਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ, ਮੈਨੂੰ ਵੀ ਲੱਗਦਾ ਜੇ ਹੁਣ ਇੱਥੇ ਗੱਲ ਕਰਕੇ ਕਿ ਤੁਸੀਂ ਮੋੜ ਲਿਆਓਗੇ, ਤੇ ਕਿੰਨਾ ਕੁ ਲੱਗਦਾ ਵੀ ਹੋਰ ਕਿੰਨੇ ਕੁ ਸਾਲ ਹੋਰ ਹਜੇ ਲੱਗ ਜਾਣਗੇ? ਦੇਖੋ ਤੁਸੀਂ ਨਾ ਮਾਡਲ ਦੇਣਾ ਹੁੰਦਾ ਹੈ ਕੋਈ, ਤਾਂ ਉਹ ਮਾਡਲ ਦੇ ਉੱਤੇ ਹੀ ਮੈਂ ਕੰਮ ਕਰ ਰਿਹਾ ਹੈਗਾ ਕਿ ਇੱਕ ਮਾਡਲ ਦਿੱਤਾ ਜਾਵੇ। ਮੈਂ ਕਿਸੇ ਨੂੰ ਬਲੈਕ ਬੋਰਡ ਤੇ ਬੈਠ ਕੇ ਸਮਝਾਵਾਂ ਕਿ ਭਾਈ ਆਪਣੀਆਂ ਲੋੜਾਂ ਜ਼ਰੂਰਤਾਂ ਘਟਾ ਲਓ, ਉਹ ਕੋ ਤੂੰ ਘਟਾ ਕੇ ਦਿਖਾ, ਠੀਕ ਹੈ, ਤਾਂ ਮੈਨੂੰ ਆਪਣੇ ਤੋਂ ਪਹਿਲਾਂ ਕਰਨਾ ਪੈਣਾ ਨਾ। ਤਾਂ ਮੈਂ ਕਿਸੇ ਨੂੰ ਕਹਾਂ ਕਿ ਜ਼ਹਿਰ ਨਾ ਪਾਓ, ਉਹ ਕੋ ਤੂੰ ਕਰਕੇ ਦਿਖਾ, ਤਾਂ ਮੈਨੂੰ ਮਾਡਲ ਸੈੱਟ ਕਰਕੇ ਦੇਣਾ ਪੈਣਾ। ਤਾਂ ਮੈਂ ਉਹਦੇ ਤੇ ਕੰਮ ਕਰ ਰਿਹਾ, ਮੈਂ 10 ਸਾਲਾਂ ਤੋਂ ਕਰ ਰਿਹਾ। ਮੈਂ ਆਪਣੀਆਂ ਜ਼ਰੂਰਤਾਂ ਨੂੰ ਘਟਾਇਆ ਹੈਗਾ। ਮੈਂ ਉਹ ਬੰਦਾ ਸੀ ਜਿਹੜਾ 1.5-2 ਲੱਖ ਨਾਲ ਤਿਆਰ ਹੁੰਦਾ ਸੀ, ਤੇ ਅੱਜ ਮੈਂ ਲਾਏ ਕੱਪੜੇ ਵੀ ਪਾ ਲੈਣਾ, ਮੇਰੇ ਬੇਟੇ ਦਾ ਲਾਇਆ ਹੋਇਆ ਤੇ ਉਹਦਾ ਲਾਇਆ ਪਾ ਲਿਆ ਮੈਂ। ਕੋਈ ਫਰਕ ਨਹੀਂ ਪੈਂਦਾ। ਹਾਂ, ਕੀ ਫਰਕ ਪੈਂਦਾ? ਤੁਹਾਡੀ ਪਹਿਚਾਨ ਤੁਹਾਡੇ ਕੱਪੜਿਆਂ ਦੇ ਨਾਲ ਨਹੀਂ ਹੈ, ਤੁਹਾਡੀ ਪਹਿਚਾਨ ਤੁਹਾਡੇ ਗੁਣਾਂ ਦੇ ਨਾਲ ਹੈ। ਤਾਂ ਮੈਂ ਉਹ ਵੀ ਲਾਈਫ ਸਟਾਈਲ, ਮੈਂ ਦੋਨੋਂ ਲਾਈਫ ਸਟਾਈਲ ਜਿਉਂ ਕੇ ਦੇਖੇ ਨੇ। ਇਹ ਵੀ ਹੇਰ ਸਾਹਿਬ, ਕਿਉਂਕਿ ਏਜ ਦੇ ਨਾਲ ਬੰਦਾ ਸਿੱਖਦਾ ਹੈ ਨਾ। ਹੁਣ ਜਿਹੜਾ 19-20 ਸਾਲ ਦਾ ਨੌਜਵਾਨ ਹੈ, ਉਹ ਮਤਲਬ ਬਾਹਰ ਜਾਣਾ, ਉਹਨੇ ਇਹੀ ਆਪਣੀ ਸੁਸਾਇਟੀ 'ਚ ਵਿਚਰਨਾ, ਉਹਨੇ ਇਹੀ ਹੁੰਦੀ ਹੈ ਕਿ ਮੇਰੇ ਕੋਲ 1.5 ਲੱਖ ਦਾ ਫੋਨ ਹੋਵੇ, ਮਹਿੰਗੇ ਸ਼ੂਜ਼ ਹੋਣ, ਕੱਪੜੇ ਹੋਣ, ਮਹਿੰਗੀ ਗੱਡੀ ਹੋਵੇ। ਤੇ ਉਹ ਨੌਜਵਾਨਾਂ ਨੂੰ ਕਿਵੇਂ ਮੋੜਾਂਗੇ ਆਪਾਂ ਫਿਰ? ਕਿਸ ਤਰੀਕੇ ਦੇ ਨਾਲ ਆਪਾਂ ਲੈ ਕੇ ਆਵਾਂਗੇ? ਕਿਉਂਕਿ ਉਹਨਾਂ ਦੀ ਜਿਹੜੀ ਏਜ ਹੈ, ਉਹ ਨਹੀਂ ਇਹ ਗੱਲਾਂ ਸਮਝ ਸਕਦੇ ਇਸ ਵੇਲੇ। ਬਿਲਕੁਲ, ਕਿਉਂਕਿ ਉਹਨਾਂ ਨੂੰ ਜਦੋਂ ਹੁਣ ਕਿਸੇ ਫੂਡ ਦਾ ਓਰੀਜਨਲ ਟੇਸਟ ਕੀ ਸੀ, ਅੱਜ ਤਾਂ ਉਹਨੂੰ ਦੇਖਣ ਨੂੰ ਨਹੀਂ ਮਿਲਦਾ। ਹੁਣ ਤੁਸੀਂ ਇੱਥੇ ਫੂਡ ਦਾ ਤੁਹਾਨੂੰ ਓਰੀਜਨਲ ਟੇਸਟ ਦਿਖੂਗਾ, ਤਾਂ ਫਿਰ ਪਤਾ ਲੱਗੂ ਯਾਰ ਆਹ ਵੀ ਹੋ ਸਕਦਾ ਹੈ। ਇੱਕ ਮਾਡਲ ਦਿੱਤਾ ਜਾਵੇ, ਦਿਖਾਇਆ ਜਾਵੇ ਕਿ ਐਂ ਹੋ ਸਕਦਾ ਹੈ, ਐਂ ਜ਼ਿੰਦਗੀ ਜਿਉਂ ਹੀ ਜਾ ਸਕਦੀ ਹੈ। ਤਾਂ ਇੱਕ ਮਾਡਲ ਦੇਣਾ ਪੈਣਾ ਹੈ। ਉਹਦੇ 'ਤੇ ਕੰਮ ਕਰ ਰਿਹਾ ਹੈਗਾ ਕਿ ਮੇਰਾ ਟਾਰਗੇਟ ਸੀਗਾ ਕਿ ਮੈਂ ਸਾਲ ਦੇ ਵਿੱਚ 100 ਲੋਕ ਵੀ ਖੜੇ ਕਰ ਲਾਂ। ਅਸੀਂ 5 ਟ੍ਰੇਨਿੰਗਾਂ ਲਾਉਂਦੇ ਹਾਂ, 20 ਲੋਕ ਆਉਂਦੇ ਨੇ, 100 ਬੰਦਾ ਖੜਾ ਕਰ ਲਈਏ, ਉਹਦੇ ਵਿੱਚੋਂ 50 ਵੀ ਜਾ ਕੇ ਲੱਗ ਗਏ, 20 ਵੀ ਲੱਗ ਗਏ, ਇੱਕ ਵੀ ਲੱਗ ਗਿਆ, ਤਾਂ ਮੈਂ ਸਮਝੂੰਗਾ ਕਿ ਮੇਰਾ ਮਿਸ਼ਨ ਕਾਮਯਾਬ ਹੈ। ਮੈਂ ਕਿਸੇ ਬੰਦੇ ਨੂੰ ਕੋਈ ਆਪਣੇ ਵਰਗਾ ਕੋਈ ਹੋਰ ਪੈਦਾ ਕਰ ਲਿਆ, ਤਾਂ ਉਹਦੇ ਲਈ ਆਸਵੰਦ ਹੈਗਾ, ਬਹੁਤ ਆਸਵੰਦ ਹੈ, ਤੇ ਬਦਲੂਗਾ, ਪੰਜਾਬ ਬਦਲੂਗਾ। ਅਸੀਂ ਵੀ ਉਮੀਦ ਕਰਦੇ ਹਾਂ ਬਦਲੇ, ਪੰਜਾਬ ਵੀ ਬਦਲੇ, ਦੇਸ਼ ਬਦਲੇ, ਤੇ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਤੇ ਤੁਸੀਂ ਲੱਗੇ ਹੋਏ ਹੋ ਕਿ ਧਰਤੀ, ਮਿੱਟੀ ਬਦਲੀ ਹੈ। ਤੁਸੀਂ ਤਾਂ ਬਦਲ ਲਈ ਆਪਣੇ 20 ਏਕੜ ਦੀ, ਹੋਰ ਬਹੁਤ ਸਾਰੇ ਕਿਸਾਨ ਵੀ ਨੇ, ਹੋਰ ਨੌਜਵਾਨ ਵੀ ਨੇ। ਅਸੀਂ ਇੱਥੇ ਦੇਖਿਆ ਕਿ ਬਾਹਰੋਂ ਆ ਕੇ ਵਾਪਸ ਵੀ ਆਏ ਨੇ, ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਹੇਰ ਸਾਹਿਬ ਉਹਨਾਂ ਨੇ ਆਹ ਜਿਹੜੀ ਆਪਣੀ ਇੱਕ ਦੁਨੀਆ ਵਸਾਈ ਹੈ 20-22 ਏਕੜ ਦੇ ਵਿੱਚ, ਵੰਨ-ਸਵੰਨੀਆਂ ਫਸਲਾਂ ਨੇ, ਸਰੋਂ ਉਗਾ ਰਹੇ ਨੇ, ਅੱਛਾ ਜਾਨਵਰ ਵੱਖਰੇ ਵੱਖਰੇ ਤਰ੍ਹਾਂ ਦੇ ਪਾਲ ਰਹੇ ਨੇ, ਜਾਨਵਰਾਂ ਦਾ ਜਿਹੜਾ ਮਲ ਮੂਤਰ ਆ ਉਹਨੂੰ ਵਾਪਸ ਇਕੱਠਾ ਕਰਕੇ। ਹੁਣ ਇਹ ਜਿਹੜੀ ਗੱਲ ਹੋਈ ਸੀ ਕਿ ਆ ਗੰਨੇ ਦੇ ਵਿੱਚ ਜਿਹੜਾ ਜਾਂ ਕੁੱਕੜਾਂ ਦਾ ਜੋ ਮਲ ਮੂਤਰ ਹੈ, ਜਾਂ ਹੋਰ ਵੀ ਜਿੰਨੇ ਵੀ ਜਿਹੜੇ ਪਸ਼ੂ ਪੰਛੀ ਇਹਨਾਂ ਨੇ ਰੱਖੇ ਹੋਏ ਨੇ, ਉਹ ਸਾਰੀ ਜਿਹੜਾ ਇੱਕ ਖੁਰਾਕ ਦੇ ਤੌਰ ਤੇ ਇਸ ਗੰਨੇ ਦੀ ਫਸਲ ਦੇ ਵਿੱਚ ਪਾਇਆ। ਤੇ ਵਾਕਈ ਇਹ ਗੰਨਾ ਤੇ ਦੂਸਰੇ ਗੰਨੇ ਜਿਹੜੇ ਹੋਰ ਖੇਤਾਂ ਦੇ ਵਿੱਚ ਹੋਣੇ, ਬਹੁਤ ਫਰਕ ਹੈ। ਜਿਹੜੀ ਇਹਦੇ ਤੋਂ ਸ਼ੱਕਰ ਬਣਨੀ, ਗੁੜ ਬਣਨਾ ਜਾਂ ਚੀਨੀ ਬਣਨੀ ਆ, ਉਹਦਾ ਬਹੁਤ ਸਵਾਦ ਦਾ ਵੀ ਫਰਕ ਹੈ। ਸੋ ਅੱਜ ਸਾਡਾ 250 ਕਿਲੋਮੀਟਰ ਤੱਕ ਦਾ ਸਫ਼ਰ ਕਰਨ ਦਾ ਮਕਸਦ ਵੀ ਇੱਕ ਇਹੀ ਸੀ ਕਿ ਕਮਲਜੀਤ ਸਿੰਘ ਹੇਰ ਨੇ ਜਿਹੜੀ ਇੱਕ ਨਵੀਂ ਦੁਨੀਆ ਇਹ ਵਸਾਈ ਹੈ, ਨਵੀਂ ਜਾਂ ਕਹਿ ਲਈਏ ਕਿ ਪੁਰਾਣੀ ਦੁਨੀਆ ਨੂੰ ਵਾਪਸ ਨਵੀਂ ਦੁਨੀਆ ਦੇ ਵਿੱਚ ਇਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਤੋਂ 60 ਸਾਲ ਪਹਿਲਾਂ ਦੀ ਜਿਸ ਤਰੀਕੇ ਦੇ ਨਾਲ ਕੁਦਰਤੀ ਖੇਤੀ ਹੁੰਦੀ ਸੀ, ਉਸ ਨੂੰ ਅਸੀਂ ਭੁੱਲ ਚੁੱਕੇ ਹਾਂ। ਉਸ ਨੂੰ ਵਾਪਸ ਲੈ ਕੇ ਆਉਣਾ, ਕਿਸ ਤਰੀਕੇ ਨਾਲ ਲੈ ਕੇ ਆਉਣਾ, ਜਿਹੜੇ ਹੋਰ ਲੋਕ ਜਾਂ ਜਿਹੜੇ ਨੌਜਵਾਨ ਇਸ ਤਰੀਕੇ ਦੇ ਨਾਲ ਕੁਦਰਤੀ ਖੇਤੀ ਦੇ ਵੱਲ ਆਉਣਾ ਚਾਹੁੰਦੇ ਨੇ, ਉਹ ਬਾਈ ਕਮਲਜੀਤ ਸਿੰਘ ਹੇਰ ਉਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਨੇ। ਸੋਸ਼ਲ ਮੀਡੀਆ ਤੇ ਇਹਨਾਂ ਦੇ ਨਾਂ ਤੇ ਬਹੁਤ ਸਾਰੇ ਇਹਨਾਂ ਨੇ ਪੇਜਸ ਜਾਂ ਸੋਸ਼ਲ ਮੀਡੀਆ ਤੇ ਅਕਾਊਂਟ ਜਾਂ ਨੰਬਰ ਵੀ ਅਸੀਂ ਤੁਹਾਨੂੰ ਇਹਨਾਂ ਦਾ ਪ੍ਰੋਵਾਈਡ ਕਰਵਾ ਦਾਂਗੇ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਕੋਸ਼ਿਸ਼ ਹੇਰ ਸਾਹਿਬ ਲੈ ਕੇ ਚੱਲੇ ਨੇ, ਅੱਜ ਅਸੀਂ ਦੇਖਿਆ ਕਿ 20-22 ਨੌਜਵਾਨ ਇੱਥੇ ਪਹੁੰਚੇ ਨੇ। ਆਉਣ ਵਾਲੇ ਸਾਲ ਦੇ ਵਿੱਚ ਇਹੀ ਜਿਹੜੀ ਸੰਖਿਆ ਉਹ ਦੁੱਗਣੀ ਹੋਵੇ, ਤੇ ਬੜੀ ਜਲਦੀ ਅਸੀਂ ਵਾਪਸ ਆਪਣੇ ਪੰਜਾਬ ਦੀ ਧਰਤੀ ਨੂੰ ਉਸੇ ਤਰੀਕੇ ਦੇ ਨਾਲ ਪਹਿਲਾਂ ਵਰਗੀ ਜਿੰਦਾ ਦਿਲ ਵਾਲੀ ਤੇ ਬਹੁਤ ਵਾਲੇ ਜਿਹੜੇ ਰਸਾਇਣ ਮਿਨਰਲ ਜਿਹੜੇ ਪਹਿਲਾਂ ਸੀ ਹੁਣ ਨਹੀਂ ਹੈਗੇ, ਉਹ ਅਸੀਂ ਵਾਪਸ ਲੈ ਕੇ ਆਈਏ। ਸੋ ਉਮੀਦ ਕਰਦੇ ਹਾਂ ਤੁਹਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ, ਇਸ ਸ਼ੋਅ ਨੂੰ ਦੇਖ ਚੁੱਕੇ ਨੇ, ਤੁਹਾਡੀ ਕੀ ਰਾਏ ਹੈ? ਤੁਹਾਡੇ ਜੇ ਕੋਈ ਸਵਾਲ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਿਹੜੇ ਆਪਣੇ ਸਵਾਲ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ, ਬਾਈ ਹੇਰ ਹੋਣੀ ਵੀ ਕੋਸ਼ਿਸ਼ ਕਰਨਗੇ ਕਿ ਤੁਹਾਡੇ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਨੇ ਉਹ ਤੁਹਾਡੇ ਤੱਕ ਜ਼ਰੂਰ ਜਿਹੜੇ ਪਹੁੰਚਾਏ ਜਾਣ। ਬਹੁਤ ਬਹੁਤ ਧੰਨਵਾਦ। ਸੋ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਮੈਂ ਰੌਵਰਿੰਦਰ ਸਿੰਘ, ਔਨ ਏਅਰ, ਪਿੰਡ ਸੋਨਗੜ੍ਹ, ਫਿਰੋਜ਼ਪੁਰ।